गुर प्रसाद जप आद सच जुगाद सच है ही सच नानक होसी भी सच चक्र चिन्ह अर वर्ण जात अर पात नहन जेह रूप रंग अर रेख पेख को कहना सकत केह अचल मूरत अनभव प्रकाश हमें तोज कह जाए कोट इंद्र इंद्राण साहे साहण गणज त्रिभुवन महीप सुर नर असुर नेत नेत बन तृण कहत त्वै सर्ब नाम कथा कवन कर्म नाम बरनत सुमत मैं अपना सुत तुहे निवाजा पंथ पर चुर कर बेको साजा जाहे तहाँ तुम धर्म चलाए कबुद्ध करन ते लोक हटाए ठांड पयो मैं जोर कर बचन कहा सिर न्याय पंथ चलै तब जगत में जब तुम करो सहाय मूक उचरै शास्त्र खट पिंग गिरन चढ़ जाए अंध लखै बदरो सुनै जो काल कृपा कराए अम्य दृष्ट शुभ करै हरै अग पाप सकल मल काम क्रोध अर लोभ मोह वस करै सबै बल सदा सुख मन वसै दुख संसार खोवै गुर नव निद दरिया जन्म हम कालख तो
ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਇਕ ਓੰਕਾਰ ਸਤਿਗੁਰ ਪ੍ਰਸਾਦ। ਮਾਝ ਮਹੱਲਾ ਪੰਜਵਾਂ। ਘਰ ਤੀਜਾ। ਹਰ ਜਪ ਜਪੇ ਮਨ ਤੇਰੇ। ਹਰ ਜਪ ਜਪੇ ਮਨ ਤੇਰੇ। ਰਹਾਉ ਸਿਮਰ ਸਿਮਰ ਗੁਰਦੇਵ ਮਿਟ ਗਏ ਪਹਿ ਦੂਰੇ। ਸ਼ਰਨ ਆਵੈ ਪਾਰ ਬ੍ਰਹਮ ਕੇ ਤਾਂ ਫਿਰ ਕਾਹੇ ਝੂਰੇ। ਚਰਨ ਸੇਵ ਸੰਤ ਸਾਧਕੇ ਸਗਲ ਮਨੋਰਥ ਪੂਰੇ। ਘਾਟ ਘਾਟ ਏਕ ਵਰਤਦਾ ਜਲ ਥਲ ਮਹਿਆਲ ਪੂਰੇ। ਪਾਪ ਬਿਨਾਸਨ ਸੇਵਿਆ ਪਵਿੱਤਰ ਸੰਤਨ ਕੇ ਤੂਰੇ। ਸਭ ਛਡਾਏ ਖਸਮ ਆਪ ਹਰ ਜਪ ਭਏ ਠਰੂਰੇ। ਕਰਤਾ ਕੀਆ ਤਪਾਵਸੋ ਦੁਸ਼ਟ ਮੁਏ ਹੋਏ ਮੋਰੇ। ਨਾਨਕ ਕਰਤਾ ਸਚ ਨਾਏ ਹਰ ਵੇਖੈ ਸਦਾ ਹਜੂਰੇ। ਨਾਨਕ ਕਰਤਾ ਸਚ ਨਾਏ ਹਰ ਵੇਖੈ ਸਦਾ ਹਜੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗੁਰਤਾ ਗੱਦੀ ਵਿਰਾਜਮਾਨ 10 ਪਾਤਸ਼ਾਹੀਆਂ ਦੇ ਆਤਮਕ ਸਵਰੂਪ ਪਤਿਤ ਪਾਵਨ ਦੀਨਾ ਬੰਧੂ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਕਿਰਪਾਲਤਾ ਸਦਕਾ ਆਪ ਜੀ ਸਤ ਸੰਗਤ ਵਿੱਚ ਬੈਠ ਕਰਕੇ ਆਪਣੇ ਸਵਾਸਾਂ ਨੂੰ ਸਫਲਿਆਂ ਕਰ ਰਹੇ ਹੋ। ਚੌਜੀ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਜ਼ੂਰ ਦੇ ਮਹਾਨ ਪਵਿੱਤਰ ਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ
ਸ਼੍ਰੀ ਅਬਚਲ ਨਗਰ ਸਾਹਿਬ ਵਿਖੇ ਆਪ ਜੀ ਨੂੰ ਦਰਸ਼ਨ ਦਿਦਾਰਿਆਂ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰੂ ਦੀ ਸੰਗਤ ਵਿੱਚ ਆਪਣੇ ਸਮੇਂ ਨੂੰ ਆਪ ਸਫਲਿਆਂ ਕਰ ਰਹੇ ਹੋ। ਆਪ ਸਤਿਗੁਰੂ ਜੀ ਦੇ ਪਵਿੱਤਰ ਉਪਦੇਸ਼ ਦੀ ਮਨ ਇਕਾਗਰ ਕਰਕੇ ਕਥਾ ਸਰਵਣ ਕਰੀਏ। ਸਤ ਸੰਗਤ ਜੀ, ਪੰਥ ਦੇ ਸਿਰਜਣਾ ਦਿਵਸ ਨੂੰ ਮਨਾਉਂਦਿਆਂ ਹੋਇਆਂ ਜੋ ਸਤਿਗੁਰਾਂ ਜੀ ਨੇ ਸਾਨੂੰ ਰਹਿਤ ਮਰਿਆਦਾ ਦੱਸੀ, ਉਹ ਪ੍ਰਕਰਨ ਆਪਾਂ ਸਰਵਣ ਕਰਦੇ ਆ ਰਹੇ ਹਾਂ। ਸੱਚੇ ਪਾਤਸ਼ਾਹ ਜੀ ਨੇ 4 ਬੱਜਰ ਕੁਰੈਤਾਂ ਹਜੂਰ ਨੇ ਦਸੀਆਂ ਤੇ ਫਿਰ ਆਗਿਆ ਕੀਤੀ ਕਿ ਭਾਈ ਜੇ ਇਹ ਭੁੱਲ ਹੋ ਜਾਵੇ ਉਹਦਾ ਮੇਰੇ ਨਾਲੋਂ ਸੰਬੰਧ ਟੁੱਟ ਜਾਂਦਾ ਏ। ਸਿੰਘਾਂ ਨੇ ਫਿਰ ਬੇਨਤੀ ਕਰਕੇ ਪੁੱਛਿਆ ਸੀ, ਮਹਾਰਾਜ ਇਹਦੀ ਮੁਆਫੀ ਕਿਵੇਂ ਹੋ ਸਕਦੀ ਹੈ? ਸਤਿਗੁਰਾਂ ਜੀ ਨੇ ਕਿਹਾ ਕਿ ਭਾਈ 5 ਹੀ ਸਮਰੱਥ ਹੈ। ਆਪਣੀ ਕੀਤੀ ਹੋਈ ਭੁੱਲ 5 ਦੇ ਸਾਹਮਣੇ ਦੱਸ ਕਰਕੇ ਫਿਰ ਉਹਦੀ ਉਹ ਬਾਣੀ ਵਜੋਂ ਤਨਖਾਹ ਸੇਵਾ ਲਾ ਕਰਕੇ ਹੋਰ ਜਿਹੜੀ ਵੀ ਸੇਵਾ 5 ਪਿਆਰੇ ਸਿੰਘ ਸਾਹਿਬਾਨ ਉਸ ਸਮੇਂ ਦੱਸਣ ਤੇ ਫਿਰ ਤਿਆਰ ਪਰ ਤਿਆਰ ਹੋ ਕਰਕੇ ਉਹ ਤਨਖਾਹ ਸੇਵਾ ਪੂਰੀ ਕਰਕੇ ਫਿਰ ਹੀ ਆਪਣੇ ਆਪ ਨੂੰ ਤਿਆਰ ਪਰ ਤਿਆਰ ਸਮਝਣਾ। ਤੇ ਇਹ ਨਹੀਂ ਕਿ ਇੱਕ ਵਾਰੀ ਭੁੱਲ ਕੀਤੀ ਫਿਰ ਸੁਧਾਈ ਕਰਾ ਲਈ ਫਿਰ ਭੁੱਲ ਕਰ ਲਓ, ਇਸ ਤਰ੍ਹਾਂ ਨਹੀਂ ਹੈ। ਮਹਾਰਾਜ ਅੰਤਰਜਾਮੀ ਹੈ। ਭਾਈ ਨੰਦ ਲਾਲ ਜੀ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਕਿ ਭਾਈ ਗੁਰਸਿੱਖੋ, ਪਿਛਲੀ ਉਮਰ ਗੁਨਾਹੀ ਬੀਤੀ, ਹਰ ਕੀ ਭਗਤ ਨਾ ਕੀਤੀ, ਆਗੈ ਸਮਝ ਚੱਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ। ਇਸ ਕਰਕੇ ਅੱਗੇ ਨੂੰ ਸਮਝ ਕਰਕੇ ਸਤਿਗੁਰੂ ਜੀ ਤਾਂ ਸਦਾ ਬਖਸ਼ਿੰਦ ਨੇ, ਪਰ ਮਹਾਰਾਜ ਨੂੰ ਕੋਈ ਛੱਡ ਨਹੀਂ ਸਕਦਾ। ਇੱਕ ਵਾਰੀ ਗਲਤੀ ਕਰੇ ਫਿਰ ਮੁਆਫੀ ਮੰਗ ਲੈਣੀ, ਫਿਰ ਗਲਤੀ ਕਰੇ, ਇਸ ਤਰ੍ਹਾਂ ਨਹੀਂ ਹੈ। ਅਚਨਚੇਤ ਹੋਈ ਭੁੱਲ ਦੀ ਸੱਚੇ ਪਾਤਸ਼ਾਹ ਬਖਸ਼ਿੰਦ ਸਤਿਗੁਰੂ ਮੁਆਫੀ ਦੇ ਦਿੰਦੇ ਆ, ਬਖਸ਼ਿਸ਼ ਕਰਦੇ ਆ। ਗਰੀਬ ਜਾਣ ਕੇ ਹਲੀਮੀ ਨਿਮਰਤਾ ਵੇਖ ਕੇ ਸਤਿਗੁਰੂ ਜੀ ਆਪਣੇ ਚਰਨਾਂ ਦਾ ਪਿਆਰ ਦਿੰਦੇ ਆ। ਤੋ ਸਾਧ ਸੰਗਤ ਜੀ, ਜ਼ਿਕਰ ਆਇਆ ਸੀਗਾ ਕਿ ਜਿਵੇਂ ਉਹ 100 ਸਾਖੀ ਦਾ ਇੱਕ ਸਾਧ ਸੰਗਤ ਜੀ ਨੁਸਖਾ, ਉਹਦੇ ਵਿੱਚ ਉਹ ਜ਼ਿਕਰ ਆਉਂਦਾ ਹੈ। ਜਿਵੇਂ ਕੱਲ ਦੱਸਿਆ ਸੀਗਾ ਕਿ ਉਸ ਨੂੰ ਤੰਬਾਕੂ ਦਾ ਸੇਵਨ ਜਿਹੜਾ ਸੀ ਕਰਵਾਤਾ ਤੇ ਉਹਦੇ ਸਾਰੇ ਜਪ ਤਪ ਨਸ਼ਟ ਹੋ ਗਏ। ਇੱਕ ਨੁਸਖੇ ਵਿੱਚ ਇਵੇਂ ਵੀ ਜ਼ਿਕਰ ਆਉਂਦਾ ਹੈ ਕਿ ਉਹਦੇ ਕੇਸਾਂ ਦਾ ਵੀ ਕਤਲ ਕਰ ਦਿੱਤਾ ਸੀਗਾ, ਜਿਸ ਕਰਕੇ ਕਿਉਂਕਿ ਕੇਸ ਕੱਟਣ ਨਾਲ ਤੇ ਤੰਬਾਕੂ ਦਾ ਸੇਵਨ ਕਰਨ ਨਾਲ ਜਪ ਤਪ ਸਾਰੇ ਨਾਸ਼ ਹੋ ਜਾਂਦੇ। ਤੇ ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿਹੜੇ 52 ਹੁਕਮ ਮਹਾਰਾਜ ਕੀਤੇ, ਉਹਨਾਂ ਵਿੱਚ ਇੱਥੇ ਇੱਕ ਹੁਕਮ ਇਹ ਵੀ ਕੀਤਾ ਹੈ ਕਿ ਭਾਈ ਬਿਨਾਂ ਆਨੰਦ ਤੋਂ ਗ੍ਰਸਤ ਵਿਹਾਰ ਨਹੀਂ ਕਰਨਾ। ਭਾਵ ਜਿਨ੍ਹਾਂ ਦੀ ਅਜੇ ਸ਼ਾਦੀ ਨਹੀਂ ਹੋਈ, ਵਿਵਾਹ ਨਹੀਂ ਹੋਇਆ, ਆਨੰਦ ਕਾਰਜ ਤੋਂ ਬਿਨਾਂ ਜਿਹੜਾ ਸਾਧ ਸੰਗਤ ਜੀ ਸੰਬੰਧ ਪੈਦਾ ਕਰਨਾ ਹੈ ਨਾ, ਇਹ ਸਤਿਗੁਰਾਂ ਜੀ ਨੇ ਕਿਹਾ ਕਿ ਭਾਈ ਪਿਛਲੇ ਜਨਮਾਂ ਦੇ ਸਭ ਜਪ ਤਪ ਨਾਸ਼ ਹੋ ਜਾਂਦੇ। ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆਨੰਦ ਕਾਰਜ ਹੋਣ ਤੋਂ ਉਪਰੰਤ ਹੀ ਉਹ ਵੀ ਸਤਿਗੁਰਾਂ ਜੀ ਨੇ ਧਰਮ ਮੂਜਬ ਬਹੁਤ ਸਿੱਖਿਆ ਦਿੱਤੀ ਹੈ ਹਜ਼ੂਰ ਨੇ। ਤੇ ਸਤਿਗੁਰਾਂ ਜੀ ਨੇ ਜਿੰਨੀ ਸਾਨੂੰ ਸਿੱਖਿਆ ਦਿੱਤੀ ਹੈ, ਕਿਸੇ ਪੀਰ ਰਹਿਬਰ ਨੇ ਆਪਣੀ ਉਮਤ ਨੂੰ ਇੰਨੀ ਸਿੱਖਿਆ ਨਹੀਂ ਸਾਧ ਸੰਗਤ ਜੀ ਦਿੱਤੀ। ਤੇ ਇਹ ਸਤਿਗੁਰਾਂ ਜੀ ਨੇ ਜੋ ਰਹਿਤ ਦਰਸਾਈ ਹੈ ਨਾ, ਇਸ ਰਹਿਤ ਨੂੰ ਕਮਾਉਣ ਵਾਲਾ ਹਜ਼ੂਰ ਨੇ ਕਿਹਾ ਪ੍ਰਤੱਖ ਅਕਾਲ ਪੁਰਖ ਦਾ ਸਰੂਪ ਹੈ। ਉਹ ਪ੍ਰਤੱਖ ਨਿਰੰਕਾਰ ਹੈ। ਇਹ ਸਤਿਗੁਰਾਂ ਜੀ ਨੇ ਬਖਸ਼ਿਸ਼ ਕੀਤੀ। ਹੋਰ ਕੋਈ ਖੁਦਾ, ਹੋਰ ਕੋਈ ਪਰਮੇਸ਼ਰ ਨਾ ਭਾਲੋ, ਮੇਰਾ ਉਹ ਖਾਲਸਾ ਹੀ ਪਰਮੇਸ਼ਰ ਸਰੂਪ ਹੈ। ਇਹ ਸਤਿਗੁਰਾਂ ਜੀ ਨੇ ਬਖਸ਼ਿਸ਼ਾਂ ਭਰੇ ਬਚਨ ਕਹੇ, ਕਿਉਂਕਿ ਮਹਾਰਾਜ ਦਾ ਸਾਹਿਬ ਤਾਂ ਫਿਰ ਸਤਿਗੁਰੂ ਜੀ ਅਕਾਲ ਪੁਰਖ ਨੂੰ ਆਪਣਾ ਸਾਹਿਬ ਕਹਿੰਦੇ ਆ ਨਾ। ਆਪ ਨਿਰੰਕਾਰ ਸਰੂਪ ਸਤਿਗੁਰੂ ਜੀ ਅਕਾਲ ਪੁਰਖ ਵਾਹਿਗੁਰੂ ਦੀ ਸਾਨੂੰ ਕਿੰਨੀ ਵਡਿਆਈ ਕਰਕੇ ਮਹਾਰਾਜ ਪਰਮੇਸ਼ਰ ਨਾਲ ਜੋੜਦੇ ਆ। ਤੇ ਮਹਾਰਾਜ ਕਹਿੰਦੇ ਭਾਈ ਉਹ ਖਾਲਸਾ ਵੀ ਪ੍ਰਤੱਖ ਅਕਾਲ ਦਾ ਹੀ ਸਰੂਪ ਹੈ। ਤੋ ਅੱਜ ਸ਼ਬਦ ਵੀ
क्योंकि एक एक पंक्ति दी ही एक एक पौड़ी है, छोटा शब्द है, पर आपां अज संपूर्णता प्रकरण दी करांगे। सूक्ष्म रूप च मैं बेनती करूंगा, विस्तार नहीं कर सकना। साध संगत जी, खालसे दे 4 मुख रंग है, जिन्हां विच केसरी है, नीला है, काला ते चिट्टा रंग है। ये 3 मुख खालसे दे रंग है। केसरी रंग साडा सत्कारत रंग है, नीला रंग भी साडा सत्कारत रंग है। ये साध संगत जी रंगां नूं पहिरिया जा सकदा है। होर चमकीले भड़कीले रंग जिहड़े वो नहीं पहनने चाहिए। 2 रंगां दी महाराज मनाही कीती है, सूहा रंग ते हरा रंग। तो साध संगत जी कई इउं शंका करते हैं, क्योंकि मैं तर्क दे आधार ते जे जवाब देंगा। अगी बार भी कई बारी सत्संगियां सुनिया है, इस करके मैं ज़्यादा विस्तार नहीं करांगा। उन्हां दा ये कहना हुंदा है कि जे लाल रंग इन्ना ही माड़ा है तो वेखो आ टमाटर सारे ही लाल है, होर सब्जियां लाल, सेब लाल हुंदे है, उन्हां नूं तुसीं क्यों वरतदे हो? साध संगत जी, लाल रंग माड़ा नहीं महाराज कहा। सतगुरां जी ने कहा कि भाई जिहड़े सूहे रंग नूं पहन के वकारां नूं पैदा करदे, उन्हां दी बाबत कहा सूहा पहन लए नसवार, कह गोबिंद सिंह जम करे खुआर। ते जदों साध संगत जी कौम दी कौमीयत प्रगट होनी होवे ना, ते वो रंगां नाल हुंदी है। साडी किसे रंग नाल नफरत नहीं है, पर सतगुरां जिहड़े सानू कौमी रंग दिते है ना, अज भी इस भारत वर्ष दे अंदर जिहड़ियां सिख रजिमेंटां हन ना, उन्हां दी वर्दी साध संगत जी केसरी दस्तार वै। ते उन्हां दा जिहड़ा युद्ध दा बिगल वै ना, वो भी है देश बाबर मोहे यह शुभ करमन ते कबहू ना टरो। उथे फिर उन्हां कोलों होर कोई नारा नहीं लवाउंदे, उन्हां नूं पता भी वो नारियां नाल इन्हां नूं जोश नहीं आउणा। इन्हां नूं तां जकारे नाल ते गुरु गोबिंद सिंह साहब की बाणी नाल ही लूं कंडे खड़े होणगे। इस करके हरा हैदरी मुसलमानां दा रंग मन्निया जांदा है। तुसीं वेखो मसीत मस्जिद दे उपर जिहड़े है वो हरे रंग दे निशान झूलदे होणगे, मंदिरां दे उत्ते लाल रंग दे निशान झूलदे हुंदे है। पर तुसीं कदे गुरुद्वारे साहब भी लाल निशान जां हरा निशान झूलदा वेखिआ नहीं, क्योंकि साडा कौम दा कौमीयत नूं जिहड़ा रंग प्रगट करदा वो साध संगत जी केसरी रंग है। इस करके ये रंगां दा सत्कार करना, ये सत्कारत रंग ने कि नहीं कि क्या प्रवान है कि चलो जे चिट्टा रंग दसिया सी ते केसरी कशहरा भी नाल समा लो, इउं नहीं है। ये सीस ते सजाउण वाले साध संगत जी सत्कारत रंग हन। इस करके इन्हां रंगां दा अति सत्कार करना ये साडे कौम दी कौमीयत नूं प्रगट करदे हन। तो साध संगत जी पंजां नाल मेल नहीं करना। वो है कुड़ी मार, कुड़ी वेच, नड़ी मार, सिर गुम ते मोने। नड़ी मार तमाकू वरतन वाले नूं कहा जाता है। जिहड़ा तमाकू की वरतों करदा ना किसी भी रूप विच, उहदे नाल भी साध संगत जी कोई अपनी रिश्तेदारी नहीं पाउणी है। ये महाराज आग्या कीती है। मेल नहीं करना, भाव ना उन्हां दा रिश्ता लेना, ना उन्हां नूं रिश्ता कोई अपनी धी लड़की दा देना। कुड़ी मार जिहड़े कुड़ियां नूं मार देण वाले है, पंथ विचों उन्हां नूं छेक दिता जांदा सीगा। एडा पंथ तत्पर सी, कोई वड्डा जथेदार भी होवे तां भी छेक दिता जांदा सी कि इहने लड़की दी हत्या कीती। पर हुण तां आम ही सधारनी गल बन गई सी। ते अगे भी कई वारी जिक्र किया, जे साध संगत जी मनुख ये समझदा है, खास करके पंजाब विच ये ज़्यादियां साध संगत जी घटनावां वापरियां सी लड़की दी हत्या दियां, हुण भी वापर जांदियां। भावें सरकार ने कानूनी तौर ते मनाही कीती हुई है, माता दा उधर आदक टैसट करवा के गर्भ दे विच ही हत्या कर दिंदे है। जिहड़ा इहो जिहा पाप करदा उहदा रिश्ता लेना नहीं, ना उस रिश्ता करना है उस नाल। ये सच्चे पातशाह आग्या कीती है। ते जे कोई साध संगत जी ये समझ गए कि बोझ वै लड़की समाज दे उपर, ते साडी तवारीख है जिसों महाराजा गजपत सिंह दे घर
8ਵੇਂ ਥਾਂ ਦੇ ਉੱਤੇ ਵੀ ਸਾਧ ਸੰਗਤ ਜੀ ਜਾਂ 9ਵੇਂ ਥਾਂ ਤੇ ਸ਼ਾਇਦ ਜ਼ਿਕਰ ਆਉਂਦਾ ਹੈ, ਉਹਨੇ ਰਾਣੀ ਪੁੱਤਰ ਦੀ ਇੱਛਾ ਵਾਲੀ, ਬੱਚੇ ਦੀ ਇੱਛਾ ਵਾਲੀ ਸੀ, ਅਰਦਾਸਾਂ ਕਰਾਈਆਂ ਸੀਗੀਆਂ ਤੇ ਪਰ ਫਿਰ ਵੀ ਲੜਕਾ ਨਾ ਹੋਇਆ, ਲੜਕੀ ਹੋ ਗਈ। ਤੇ ਉਹ ਕੀ ਕੀਤਾ ਕਿ ਦਾਸੀਆਂ ਗੋਲੀਆਂ ਨੇ ਉਹਨੂੰ ਘੜੇ 'ਚ ਪਾ ਕੇ ਤੇ ਦਬਾਤਾ ਜਿਉਂਦੀ ਨੂੰ। ਤੇ ਮਹਾਂਪੁਰਖ ਬਾਬਾ ਗੁੱਦੜ ਸਿੰਘ ਜੀ ਤ੍ਰੈ ਕਾਲਦਰਸ਼ੀ ਮਹਾਂਪੁਰਖ ਹੋਏ। ਮਹਾਰਾਜਾ ਗਜਪਤ ਸਿੰਘ ਉਹਨਾਂ ਦੀ ਰੋਜ਼ ਜਲ ਪਾਣੀ ਲੈ ਕੇ ਜਾਂਦੇ ਹੁੰਦੇ ਸੀ। ਜਦੋਂ ਲੈ ਕੇ ਗਏ ਤੇ ਕਹਿਣ ਲੱਗੇ, ਉਹ ਮਹਾਰਾਜਾ ਗਜਪਤ ਸਿੰਘ ਆ ਤੂੰ ਦੁੱਧ ਨਹੀਂ ਲਿਆਇਆ, ਲਹੂ ਲਿਆਇਆ। ਡਰ ਗਿਆ ਮਹਾਰਾਜਾ, ਕਹਿੰਦਾ ਮਹਾਰਾਜ ਮੈਂ ਤਾਂ ਦੁੱਧ ਹੀ ਲੈ ਕੇ ਆਇਆ। ਕਹਿੰਦੇ ਨਹੀਂ, ਤੇਰੇ ਅੱਜ ਘਰ ਗਊ ਕਤਲ ਹੋਣ ਲੱਗੀ ਹੈ, ਤੇਰੇ ਭਾਗ ਚੰਗੇ ਹੀ ਅਜੇ ਪਰਮੇਸ਼ਰ ਨੇ ਉਹਨੂੰ ਸਵਾਸ ਦਿੱਤੇ ਹੈ, ਤੇ ਚੱਲ ਉਹਨੂੰ ਕੱਢੀਏ ਚੱਲ ਕੇ। ਮਹਾਰਾਜਾ ਡਰ ਗਿਆ, ਮਹਾਂਪੁਰਖਾਂ ਦਾ ਸ਼ਰਧਾਲੂ ਸੀ। ਜਦੋਂ ਜਾ ਕੇ ਕੱਢਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਲਿਆ ਕੇ ਮਹਾਂਪੁਰਖਾਂ ਨੇ ਉਸ ਬੀਬੀ ਦਾ ਨਾਮਕਰਨ ਕੀਤਾ ਤੇ ਉਹਦਾ ਨਾਮ ਰੱਖਿਆ ਰਾਜ ਕੌਰ। ਤੇ ਸਾਧ ਸੰਗਤ ਜੀ ਸਮਾਂ ਪੈ ਕੇ ਫਿਰ ਉਹ ਬੀਬੀ ਰਾਜ ਕੌਰ ਜਿਹੜੀ ਸੀ ਨਾ, ਸ਼ੁਕਰ ਚੱਕੀਆ ਮਿਸਲ ਦੇ ਜਰਨੈਲ ਭਾਈ ਮਹਾਂ ਸਿੰਘ ਨਾਲ ਵਿਆਹੀ ਗਈ। ਤੇ ਉਸ ਬੀਬੀ ਰਾਜ ਕੌਰ ਦੀ ਕੁੱਖ ਤੋਂ ਗੁਜਰਾਂਵਾਲੇ ਦੇ ਅੰਦਰ ਮਹਾਬਲੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਦਾ ਜਨਮ ਹੋਇਆ ਸੀ। ਤੇ ਜੇ ਉਸ ਰਾਜ ਕੌਰ ਨੂੰ ਮਾਰ ਦਿੱਤਾ ਜਾਂਦਾ, ਐਡਾ ਸੂਰਬੀਰ ਯੋਧਾ ਰਾਜਾ ਕਿਵੇਂ ਪੈਦਾ ਹੁੰਦਾ। ਤੋ ਇਸ ਕਰਕੇ ਇਹੋ ਜਿਹਾ ਜਿਹੜਾ ਪਾਪ ਕਰਦੇ ਆ, ਸਤਿਗੁਰਾਂ ਜੀ ਨੇ ਬਹੁਤ ਜਿਹੜੀ ਹੈ ਸਖਤਾਈ ਨਾਲ ਇਹ ਹਦਾਇਤਾਂ ਕੀਤੀਆਂ ਹਨ। ਤੇ ਕੁੜੀ ਵੇਚ, ਧੀਆਂ ਭੈਣਾਂ ਨੂੰ ਕਈ ਵੇਚ ਦਿੰਦੇ ਆ। ਦਾਜ ਲੈਣਾ ਜਾਂ ਦੇਣਾ ਇਹ ਸਾਧ ਸੰਗਤ ਜੀ ਵਪਾਰ ਹੀ ਕਰਨਾ ਹੈ। ਸਤਿਗੁਰਾਂ ਜੀ ਨੇ ਕਿਹਾ, ਧੀ ਭੈਣ ਕਾ ਪੈਸਾ ਖਾਏ, ਕਹਿ ਗੋਬਿੰਦ ਸਿੰਘ ਧੱਕੇ ਜਮ ਖਾਏ। ਉਹ ਜਮਾਂ ਦੇ ਧੱਕੇ ਖਾਊਗਾ। ਕੰਨਿਆ ਦੇਵੈ ਸਿੱਖ ਕੋ, ਲੇਵੈ ਨਹਿ ਕਿਛ ਦਾਮ, ਸੋਈ ਮੇਰਾ ਸਿੰਘ ਹੈ, ਪਹੁੰਚੇ ਮੇਰੇ ਧਾਮ। ਇਹ ਸੱਚੇ ਪਾਤਸ਼ਾਹ ਜੀ ਨੇ ਆਗਿਆ ਕੀਤੀ। ਇਹ ਸਾਧ ਸੰਗਤ ਜੀ ਜੋ ਸਤਿਗੁਰਾਂ ਜੀ ਦੀ ਰਹਿਤ ਮੁਤਾਬਕ ਗੁਰਸਿੱਖ ਰਿਸ਼ਤਾ ਕਰਦੇ ਆ ਨਾ, ਇਹ ਲੋਕ ਪਰਲੋਕ ਦੇ ਨਾਤੇ ਨਿਭਦੇ ਆ। ਫਿਰ ਸੱਚੇ ਪਾਤਸ਼ਾਹ ਆਪ ਕਿਰਪਾ ਕਰਦੇ ਆ। ਤੇ ਚੌਥੇ ਨੰਬਰ ਤੇ ਸਾਧ ਸੰਗਤ ਜੀ ਸਿਰ ਗੁੰਮ ਹਨ। ਸਿਰ ਗੁੰਮ ਉਹਨਾਂ ਨੂੰ ਕਹਿੰਦੇ ਜਿਹੜੇ ਵਿਚਕਾਰੋਂ ਕੇਸ ਕਟਾ ਲੈਂਦੇ ਆ ਤੇ ਬਾਹਰੋਂ ਕੇਸ ਰੱਖਦੇ ਆ, ਸਿੱਖੀ ਦਾ ਢੌਂਗ ਵਿਖਾਉਂਦੇ ਆ, ਸਿੱਖ ਨਹੀਂ ਹੁੰਦੇ। ਤੇ ਥਿੱਲੋਂ ਦਾੜੀ ਨੂੰ ਵੀ ਉਸ ਤਰ੍ਹਾਂ ਲਾ ਲੈਂਦੇ ਆ। ਤੇ ਗਰਮੀ ਅਖੇ ਜੀ ਬੜੀ ਲੱਗਦੀ, ਪਸੀਨਾ ਬੜਾ ਆਉਂਦਾ, ਤਾਂ ਕਰਕੇ ਕੇਸ ਲੜਦੇ। ਜਿਹੜੇ ਬਾਹਰੋਂ ਸਿੱਖੀ ਦਾ ਭੇਖ ਵਿਖਾਉਣ ਤੇ ਅੰਦਰੋਂ ਉਹ ਸਾਧ ਸੰਗਤ ਜੀ ਚੋਰੀ ਕੇਸਾਂ ਦਾ ਕਤਲ ਕਰਨ, ਉਹਨਾਂ ਨੂੰ ਸਿਰ ਗੁੰਮ ਕਿਹਾ ਜਾਂਦਾ ਹੈ। ਮਹਾਰਾਜ ਕਹਿੰਦੇ ਉਹਨਾਂ ਨਾਲ ਵੀ ਮੇਰੇ ਖਾਲਸੇ ਨੇ ਸੰਬੰਧ ਨਹੀਂ ਰੱਖਣਾ ਹੈ। ਤੇ 5ਵੇਂ ਨੰਬਰ ਤੇ ਮੋਨੇ, ਸਾਰਾ ਹੀ ਮੂੰਹ ਸਿਰ ਮਨਾਉਣ ਵਾਲੇ। ਤੇ ਉੱਥੇ ਮਹਾਰਾਜ ਜੀ ਨੇ ਕਿਹਾ ਕਿ ਭਾਈ ਮੇਰਾ ਸਿੱਖ ਆਪਣੀ ਧੀ ਨਾ ਦੇਵੇ। ਜੇ ਮਹਾਰਾਜ ਨੇ ਆਖਿਆ ਕਿ ਜੇ ਮੇਰੀ ਸਿੱਖੀ ਜਿਸ ਘਰ ਵਿੱਚ ਨਾ ਹੋਵੇ, ਜੇ ਸਿੱਖ ਧਨ ਪਦਾਰਥ ਵੇਖ ਕੇ, ਮਾਇਆ ਵੇਖ ਕੇ ਉੱਥੇ ਆਪਣੀ ਲੜਕੀ ਦੇ ਦੇਵੇ ਤੇ ਉਹਨੂੰ 100 ਗਊ ਕਤਲ ਕਰਨ ਦਾ ਪਾਪ ਲੱਗੂਗਾ। ਇਹ ਸਤਿਗੁਰਾਂ ਨੇ ਆਖਿਆ। ਫਿਰ ਮਹਾਰਾਜ ਕਿਹਾ 100 ਜਨਮ ਕਾਂ ਦਾ ਪਾਊਗਾ। ਜੇ ਕਿਸੇ ਇਹੋ ਜਿਹੇ ਘਰ ਵਿੱਚ ਲੜਕੀ ਆਪਣੀ ਧੀ ਦੇਵੇ ਜਿੱਥੇ ਮੇਰੀ ਸਿੱਖੀ ਨਾ ਹੋਵੇ, ਮੋਨੇ ਹੋਣ, ਬੇਅਮਰਤੀਏ ਹੋਣ। ਤੇ ਸਾਧ ਸੰਗਤ ਜੀ ਕਈ ਵਾਰ ਧਨ ਪਦਾਰਥ ਵੇਖ ਕੇ ਅੰਮ੍ਰਿਤਧਾਰੀ ਲੜਕੀਆਂ ਦਾ ਵੀ ਉੱਥੇ ਆਨੰਦ ਕਾਰਜ ਕਰ ਦਿੰਦੇ ਆ। ਇਹ ਹਜੂਰ ਨੇ ਸਾਨੂੰ ਸਾਵਧਾਨ ਕੀਤਾ ਹੈ। ਇਹ ਦੱਸੇ ਮਹਾਰਾਜ ਜਿਨ੍ਹਾਂ ਪੰਜਾਂ ਨਾਲ ਮੇਲ ਮਿਲਾਪ ਨਹੀਂ ਕਰਨਾ। ਫਿਰ ਸਾਧ ਸੰਗਤ ਜੀ ਪੰਜਾਂ ਦਾ ਵਿਸਾਹ ਨਹੀਂ ਕਰਨਾ। ਉਹ ਹਨ ਮੀਣੇ, ਮਸੰਦ, ਧੀਰ ਮੱਲੀਏ, ਰਾਮ ਰਾਈਏ ਤੇ ਗੰਗੂ ਸਾਈਏ। ਇਹਨਾਂ ਦਾ ਵਿਸਾਹ ਨਹੀਂ ਕਰਨਾ, ਭਾਵ ਭਰੋਸਾ ਨਹੀਂ ਕਰਨਾ ਇਹਨਾਂ ਦੇ ਉੱਤੇ। ਕਿਉਂਕਿ ਕਈ ਵਾਰੀ ਮਨੁੱਖ ਭਰੋਸਾ ਕਰਕੇ ਜਦੋਂ ਕੋਈ ਕਾਰਜ ਕਰ ਲੈਂਦਾ ਜਾਂ ਉਹਦੇ ਨਾਲ ਚੱਲ ਪੈਂਦਾ ਨਾ, ਤੇ ਫਿਰ ਬੜਾ ਵੱਡਾ ਧੋਖਾ ਹੋ ਜਾਂਦਾ ਹੈ। ਸਤਿਗੁਰਾਂ ਜੀ ਨੇ ਸਾਨੂੰ ਬਹੁਤ ਸੁਚੇਤ ਕੀਤਾ ਹੈ। ਸਾਧ ਸੰਗਤ ਜੀ ਅੱਜ ਕਹਿੰਦੇ ਆ ਜ਼ਮਾਨਾ ਬਦਲ ਗਿਆ, ਤੋ ਜਿੱਥੋਂ ਮਰਜ਼ੀ ਐਵੇਂ ਖਾਈ ਜਾਂਦੇ ਆ, ਜਿਹੋ ਜਿਹੇ ਤੇ ਮਰਜ਼ੀ ਭਰੋਸਾ ਕਰਕੇ। ਕਈ ਤਾਂ ਇਹ ਵੀ ਨਹੀਂ ਵੇਖਦੇ ਕਿ ਇਹਨਾਂ ਦਾ ਰਹਿਣ ਸਹਿਣ ਕਿਹੋ ਜਿਹਾ, ਐਵੇਂ ਉਥੋਂ ਵੀ ਸਾਧ ਸੰਗਤ ਜੀ ਬੜਾ ਮੇਲ ਮਿਲਾਪ ਰੱਖਦੇ ਆ, ਬੜਾ ਆਉਣ ਜਾਣ ਰਿਸ਼ਤੇਦਾਰੀਆਂ ਵਾਂਗੂ ਰੱਖਦੇ ਆ। ਤੇ ਉਹਨਾਂ ਦਾ ਰਹਿਣ ਸਹਿਣ ਭਾਵੇਂ ਅਗਲਿਆਂ ਦਾ ਜਿਹੜਾ ਉਹ ਧਰਮ ਤੋਂ ਬਿਲਕੁਲ ਉਲਟ ਹੋਵੇ ਤੇ ਜਾਨਵਰਾਂ ਵਰਗਾ ਹੋਵੇ।
ਇਹ ਸਤਿਗੁਰਾਂ ਜੀ ਨੇ ਸਾਨੂੰ ਸੁਚੇਤ ਕੀਤਾ ਕਿ ਭਾਈ ਕਿਹਦਾ ਵਸਾਹ ਨਹੀਂ ਕਰਨਾ। ਪਹਿਲਾਂ ਤਾਂ ਮਹਾਰਾਜ ਕਹਿੰਦੇ ਮੀਣੇ ਜਿਹੜੇ ਹੁੰਦੇ, ਮੀਣੇ ਉਹਨਾਂ ਨੂੰ ਕਹਿੰਦੇ ਜਿਹੜੇ ਮੁਖ ਤੋਂ ਮੋਮੋ ਠੱਗਣੀਆਂ ਗੱਲਾਂ ਕਰਨ, ਬੜੀਆਂ ਮਿੱਠੀਆਂ ਮਿੱਠੀਆਂ, ਆਓ ਜੀ ਮਹਾਰਾਜ ਬੜਾ, ਤੇ ਅੰਦਰੋਂ ਉਸੇ ਵੇਲੇ ਪਰੇ ਹੋਇਆ ਨਹੀਂ, ਇਹ ਬੜਾ ਬੇਮੁਖ ਹੈ, ਬੜਾ ਪਾਪੀ ਹੈ। ਉਸੇ ਵੇਲੇ ਨਿੰਦਾ ਦਾ ਚੈਪਟਰ ਖੋਲ ਦੇਣ ਤੇ ਹਰ ਵੇਲੇ ਧੋਖਾ ਦੇਣ ਦੀ ਹੀ ਸੋਚਦੇ ਰਹਿਣ, ਉਹਨੂੰ ਮੀਣਾ ਕਿਹਾ ਜਾਂਦਾ ਹੈ। ਸਾਧ ਸੰਗਤ ਜੀ, ਕਦੇ ਵੀ ਢਿੱਡ ਵਿੱਚੋਂ ਜਿਹੜਾ ਹੈ ਉਹ ਸਚਾਈ ਨਾ ਰੱਖਣੀ, ਅੰਦਰ ਖੋਟ ਰੱਖਣੀ। ਤੇ ਸਦਾ ਹੀ ਵੇਖ ਲਓ ਬਹੁਤਾਤ ਸੰਸਾਰ ਇਹੋ ਜਿਹਾ ਹੈ ਕਿ ਖੋਟੀਆਂ ਜਿਹੜੀਆਂ ਚਾਲਾਂ ਚੱਲਦੇ ਰਹਿਣਾ ਤੇ ਮੁਖ ਤੋਂ ਮਿੱਠੀਆਂ ਮਿੱਠੀਆਂ ਗੱਲਾਂ ਕਰਨੀਆਂ। ਗੁਰੂ ਮਹਾਰਾਜ ਕਿਹਾ ਕਿ ਮੇਰਾ ਖਾਲਸਾ ਸੁਚੇਤ ਹੋਵੇ, ਇਹੋ ਜਿਹਾ ਦੇ ਕਦੇ ਵਸਾਹ ਨਹੀਂ ਕਰਨਾ। ਇਹਦੇ ਵਿੱਚ ਭੇਦ ਜਾਣਨਾ, ਜੋ ਪੰਜਾਂ ਦਾ ਮੇਲ ਨਹੀਂ ਨਾ ਮਹਾਰਾਜ ਦੱਸਿਆ, ਉਹ ਵੀ ਸਾਧ ਸੰਗਤ ਜੀ ਹੁਣ ਕਈ ਕਹਿ ਦਿੰਦੇ ਸੰਸਾਰ ਹੈ, ਦੱਸੋ ਜੀ ਕਿਸੇ ਨਾਲ ਮਿਲੀਏ ਵਰਤੀਏ ਹੀ ਨਾ। ਸਾਧ ਸੰਗਤ ਜੀ, ਵਿਵਹਾਰਕ ਤੌਰ ਤੇ ਮਹਾਰਾਜ ਕਿਹਾ ਕਿ ਭਾਈ ਉਹ ਸਾਂਝ ਨਾ ਬਣਾਓ ਤੇ ਪਰਿਵਾਰਕ ਸਾਂਝ ਨਾ ਬਣਾਓ। ਉਸ ਤਰ੍ਹਾਂ ਜੇ ਕੋਈ ਮਿਲਦਾ ਵਰਤਦਾ ਉਹਨੂੰ ਸਿੱਖੀ ਦਾ ਉਪਦੇਸ਼ ਦੱਸੋ। ਜੇ ਢਲ ਕੇ ਸਿੱਖੀ ਵੱਲ ਆਉਂਦਾ ਹੈ ਤਾਂ ਭਾਈ ਫਿਰ ਉਹਦੇ ਨਾਲ ਮਹਾਰਾਜ ਕਹਿੰਦੇ ਮੇਲ ਮਿਲਾਪ ਰੱਖੋ, ਉਹਨੂੰ ਆਪਣੇ ਪੰਥ 'ਚ ਮਿਲਾਓ। ਤੇ ਜੇ ਕੋਈ ਹੋਰ ਧਰਮ ਦਾ, ਗੈਰ ਧਰਮ ਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਭਾਈ ਉਹਦਾ ਪੂਰਾ ਸਤਿਕਾਰ ਕਰੋ, ਪਰ ਕਦੇ ਆਪਣੀ ਜਿਹੜੀ ਹੈ ਨਾ ਰਿਸ਼ਤੇਦਾਰੀ, ਧੀ ਭੈਣ ਦਾ ਰਿਸ਼ਤਾ ਜਿਹੜਾ ਉਹ ਉੱਥੇ ਕਰੋ ਨਾ। ਇਹ ਮਹਾਰਾਜ ਆਗਿਆ ਕੀਤੀ ਹੈ ਸਾਨੂੰ, ਕਿਉਂਕਿ ਫਿਰ ਸਿੱਖੀ ਨਹੀਂ ਨਿਭਦੀ ਹੈ ਸਾਧ ਸੰਗਤ ਜੀ। ਤੋ ਇਹ ਸਤਿਗੁਰਾਂ ਜੀ ਨੇ ਕਿਹਾ ਕਿ ਜਿਹੜੇ ਮੁਖ ਤੋਂ ਮਿੱਠੀਆਂ ਗੱਲਾਂ ਕਰਦੇ ਆ, ਢਿੱਡ ਵਿੱਚ ਖੋਟ ਰੱਖਦੇ ਆ, ਪੰਥ ਨੂੰ ਢਾਹ ਲਾਉਣੀ ਚਾਹੁੰਦੇ ਆ, ਗੁਰਬਾਣੀ ਦੀ ਨਿੰਦਾ ਕਰਦੇ ਆ, ਮੁਖ ਤੋਂ ਵੀਰ ਜੀ ਬੜਾ ਕਰਦੇ ਆ ਸਟੇਜਾਂ ਦੇ ਉੱਤੇ ਵੀ, ਤੇ ਪਰ ਸਾਧ ਸੰਗਤ ਜੀ ਅੰਦਰ ਬੜੀ ਖੋਟ ਹੈ। ਗੁਰੂ ਸਾਹਿਬ ਜੀ ਦੀ ਬਾਣੀ ਨੂੰ, ਬਾਣੇ ਨੂੰ ਢਾਹ ਲਾਉਂਦੇ ਆ, ਸ਼ਸਤਰਾਂ ਦੀ ਬੇਅਦਬੀ ਕਰਦੇ ਆ। ਇਹੋ ਜਿਹੇ ਲੋਕ ਹਨ। ਮਹਾਰਾਜ ਕਹਿੰਦੇ ਵਸਾਹ ਨਹੀਂ ਕਰਨਾ ਚਾਹੀਦਾ ਉਹਨਾਂ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ, ਮੋਮੋ ਠੱਗਣੀਆਂ ਸੁਣ ਕਰਕੇ। ਤੇ ਫਿਰ ਸਾਧ ਸੰਗਤ ਜੀ, ਦੂਜੇ ਨੰਬਰ ਤੇ ਮਸੰਦ ਹੈ। ਮਸੰਦ ਉਹਨੂੰ ਕਿਹਾ ਜਾਂਦਾ ਹੈ, ਪਹਿਲਾਂ ਤਾਂ ਇਹ ਸਤਿਕਾਰਤ ਸ਼ਬਦ ਸੀਗਾ, ਤੇ ਮਸਨੰਦ ਗੱਦੀ ਦਾ ਮਾਲਕ ਮਹਾਰਾਜ ਥਾਪਦੇ ਸੀ ਨਾ ਅੱਗੇ, ਤੇ ਇਹ ਸਤਿਗੁਰਾਂ ਜੀ ਨੇ ਫਿਰ ਮਨਾਹੀ ਕਰਤੀ ਸੀ ਪੱਕੀ ਕਿ ਸਾਡੇ ਘਰ ਦਾ ਕੋਈ ਮਸੰਦ ਨਹੀਂ, ਸਿੱਧੀ ਸਿੱਖ ਕਾਰ ਭੇਟਾ ਲਿਆਉਣ। ਮਹਾਰਾਜ ਸੱਚੇ ਪਾਤਸ਼ਾਹ ਕਿਹਾ ਕਿ ਜੇ ਕੋਈ ਮਸੰਦ ਹੈ ਨਾ, ਹਾਂ ਵਿਗੜਿਆ ਹੋਇਆ ਦੱਸਿਆ ਹੀ, ਕਿਉਂਕਿ ਮਹਾਰਾਜ ਸਾਹਿਬ ਜੀ ਨੇ ਚੰਗੇ ਮਸੰਦਾਂ ਨੂੰ ਬਖਸ਼ਿਸ਼ਾਂ ਵੀ ਕੀਤੀਆਂ ਸੀਗੀਆਂ। ਤੇ ਇਹ ਮਸੰਦ ਸ਼ਬਦ, ਇਹ ਸਾਧ ਸੰਗਤ ਜੀ ਜਿਹੜਾ ਹੈ ਬੁਰਾ ਕਿਵੇਂ ਬਣਿਆ, ਕਿਉਂਕਿ ਗੁਰੂ ਘਰ ਦੀ ਕਾਰ ਭੇਟਾ ਨਾ ਇਹ ਆਪ ਖਾਂਦੇ ਸੀਗੇ, ਗੁਰੂ ਮਹਾਰਾਜ ਦੇ ਹਜੂਰ ਨਹੀਂ ਸੀ ਲੈ ਕੇ ਜਾਂਦੇ। ਤੇ ਸੰਗਤ ਨੂੰ ਵੀ ਉਹ ਜ਼ਿਕਰ ਆਉਂਦਾ, ਮੈਂ ਜ਼ਿਆਦਾ ਵਿਸਥਾਰ ਨਹੀਂ ਕਰਾਂਗਾ। ਕਾਬਲ ਦੀ ਸੰਗਤ ਨੇ ਮਹਾਰਾਜ ਦੇ ਸਾਹਮਣੇ ਇੱਕ ਨੌਟੰਕੀ ਪੇਸ਼ ਕੀਤੀ ਸੀ। ਮਹਾਰਾਜ ਨੂੰ ਕਹਿੰਦੇ ਸਤਿਗੁਰੂ ਅਸੀਂ ਨਾਟਕ ਵਿਖਾਉਣਾ ਤੁਹਾਨੂੰ। ਮਹਾਰਾਜ ਕਹਿੰਦੇ ਦਿਖਾਓ ਬਈ। ਉਹਦੇ 'ਚ ਉਹਨਾਂ ਦਿਖਾਇਆ ਕਿ ਇੱਕ ਗਰੀਬ ਸਿੱਖ ਬਣਾਇਆ, ਇੱਕ ਮਸੰਦ ਬਣਾਇਆ, ਘੋੜੀ ਤੇ ਚੜਿਆ ਆਇਆ, ਵੇਸਵਾ ਨਾਲ ਲੈ ਕੇ ਆਇਆ, ਕਹਿੰਦਾ ਗੁਰੂ ਮਾਰਿਆ, ਲਿਆ ਕੱਢ ਗੁਰੂ ਕਾਰ ਭੇਟਾ ਕਿੱਥੇ ਹੈ। ਉਹ ਸਿੱਖ ਨੇ ਲਿਆ ਕੇ 10 ਰੁਪਈਏ ਦਿੱਤੇ, ਮਾਰੇ ਚੱਕ ਕੇ, ਕਹਿੰਦਾ ਗੁਰੂ ਮਾਰਿਆ 100 ਰੁਪਈਆ ਲਿਆ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜਦੋਂ ਇਹ ਸਾਰਾ ਕੁਝ ਵੇਖਿਆ ਤੇ ਹਜੂਰ ਰੋਹ ਵਿੱਚ ਆ ਗਏ। ਮਹਾਰਾਜ ਕਹਿੰਦੇ ਸਿੱਖੋ ਸਾਨੂੰ ਕੀ ਦਿਖਾਉਨੇ ਹੋ ਤੁਸੀਂ। ਮਹਾਰਾਜ ਆਪਦੇ ਮਸੰਦ ਸੰਗਤਾਂ ਨੂੰ ਇਵੇਂ ਤੰਗ ਕਰਦੇ, ਗਰੀਬ ਸਿੱਖਾਂ ਨੂੰ ਮਹਾਰਾਜ ਮਸੰਦ ਇਵੇਂ ਲਤੜ ਰਹੇ ਆ। ਉਦੋਂ ਸਤਿਗੁਰਾਂ ਜੀ ਫਿਰ ਹੁਕਮ ਜਾਰੀ ਕਰਤਾ ਸੀ ਕਿ ਭਾਈ ਜਿਹੜਾ ਵੀ ਮਸੰਦ ਸਾਡੇ ਘਰ ਦਾ ਥਾਪਿਆ ਹੋਇਆ ਨਾ ਵੱਡਿਆਂ ਸਤਿਗੁਰਾਂ ਤੋਂ, ਉਹ ਆਨੰਦਪੁਰ ਸਾਹਿਬ ਆਓ ਹੁਣ। ਉਦੋਂ ਫਿਰ ਮਹਾਰਾਜ ਨੇ ਚੇਤੋ ਨੂੰ ਵੀ ਨਾਲ ਹੀ ਸਜ਼ਾ ਦਿੱਤੀ ਸੀ, ਤੇ ਜਿਹੜੇ ਕੁਕਰਮੀ ਵਿਭਚਾਰੀ ਸੀ ਨਾ ਸਾਰੇ ਖੂਹ 'ਚ ਪਾ ਕੇ ਸਾੜੇ ਸੀ ਮਹਾਰਾਜ 10ਵੇਂ ਪਾਤਸ਼ਾਹ ਨੇ। ਤੇ ਮਹਾਰਾਜ ਕਿਹਾ ਕਿ ਭਾਈ ਜਿਹੜਾ ਗੁਰੂ ਘਰ ਦੀ ਮਾਇਆ ਨੂੰ ਨਿੱਜੀ ਕਾਰਜਾਂ ਵਿੱਚ ਵਰਤਦਾ ਹੈ, ਗੁਰੂ ਸਾਹਿਬ ਜੀ ਦੇ ਮਾਇਆ ਨੂੰ ਦੁਰਵਰਤੋਂ ਕਰਦਾ ਹੈ, ਕੁਕਰਮਾਂ 'ਚ ਖਰਚਦਾ ਹੈ, ਤੇ ਉਹ ਮਸੰਦ ਹੈ, ਉਹਦਾ ਵੀ ਵਸਾਹ ਨਹੀਂ ਕਰਨਾ। ਫਿਰ ਸਾਧ ਸੰਗਤ ਜੀ, ਰਾਮ ਰਾਈਏ ਮਹਾਰਾਜ ਜੀ ਨੇ ਆਖਿਆ, ਰਾਮ ਰਾਏ ਬਖਸ਼ਿਆ ਗਿਆ ਸੀ, ਧਿਆਨ ਦੇਣਾ, ਕਿਉਂਕਿ ਇਹਨੇ ਇੱਥੇ ਜਦੋਂ ਗੁਰੂ ਸਾਹਿਬ ਪਾਉਂਟਾ ਸਾਹਿਬ ਆਏ ਨਾ 10ਵੇਂ ਪਾਤਸ਼ਾਹ, ਇਹਨ ਚਿੱਠੀ ਘੱਲੀ ਮਹਾਰਾਜ, ਕਿਉਂਕਿ ਜਾਣਦਾ ਤਾਂ ਸੀਗਾ ਨਾ ਕਿ ਮੈਂ ਗੁਰੂ ਨਹੀਂ ਹਾਂ, ਪਤਾ ਤੇ ਇਹਨੂੰ ਸੀਗਾ। ਇਹਨੇ ਕਿਹਾ ਮਹਾਰਾਜ ਮੈਨੂੰ ਮਾਫੀ ਮੈਂ ਮੰਗਣੀ ਚਾਹੁੰਦਾ, ਪਰ ਸਾਰਿਆਂ ਦੇ ਸਾਹਮਣੇ ਨਹੀਂ। ਮਹਾਰਾਜ ਕਹਿੰਦੇ ਜਿੱਦਾਂ ਰਾਮ ਦਾ ਤੇਰੀ ਇੱਛਾ, ਮਹਾਰਾਜ ਮੈਨੂੰ ਇਕੱਲੇ ਮਿਲੋ। ਸਤਿਗੁਰੂ ਜੀ ਜਮਨਾ 'ਚ ਬੇੜੀ 'ਚ ਚੜੇ, ਉਧਰੋਂ ਰਾਮ ਰਾਏ ਚੜਿਆ,
ਤੇ ਜਮਨਾ ਦੇ ਵਿਚਕਾਰ ਬੇੜੀਆਂ ਦਾ ਜਦੋਂ ਮੇਲ ਹੋਇਆ ਤੇ ਉੱਥੇ ਸਤਿਗੁਰਾਂ ਜੀ ਤੋਂ ਇਹਨੇ ਮਾਫੀ ਮੰਗੀ। ਮਹਾਰਾਜ ਦੇ ਚਰਨੀ ਪੈ ਗਿਆ ਰਾਮ ਰਾਏ। ਰਾਮ ਰਾਏ ਨੇ ਮਾਫੀ ਮੰਗ ਲਈ, ਰਾਮ ਰਾਈਆਂ ਨੇ ਮੂੰਹ ਪਰਾਂ ਨੂੰ ਕਰ ਲਿਆ। ਰਾਮ ਰਾਏ ਬਖਸ਼ਿਆ ਗਿਆ, ਰਾਮ ਰਾਈਏ ਨਹੀਂ ਬਖਸ਼ੇ ਗਏ। ਫਿਰ ਇਸ ਕਰਕੇ ਮਹਾਰਾਜ ਜੀ ਨੇ ਸ਼ਬਦ ਕਿਹਾ ਕਿ ਭਾਈ ਜਿਹੜੇ ਉਹ ਰਾਮ ਰਾਈਏ ਹੈ ਨਾ, ਗੁਰੂ ਜੀ ਦੀ ਬਾਣੀ ਨੂੰ ਜਿਹੜਾ ਹੈ ਸਾਧ ਸੰਗਤ ਜੀ ਆਪਣੀ ਮਰਜ਼ੀ ਨਾਲ ਇੱਧਰ ਉੱਧਰ ਕਰਨ ਵਾਲੇ ਅੱਜ ਵੀ ਉਹ ਹੈਗੇ ਤਾਂ ਸਹੀ ਹੈ, ਜਿਹੜੇ ਬਾਣੀ ਨੂੰ ਆਪਣੀ ਮਰਜ਼ੀ ਨਾਲ ਬਿੰਦੀਆਂ ਟਿੱਪੀਆਂ ਲਾਉਣ ਦਾ ਯਤਨ ਕਰਦੇ। ਤੇ ਸਤਿਗੁਰੂ ਜੀ ਕਹਿੰਦੇ ਭਾਈ ਇਹਨਾਂ ਦਾ ਵੀ ਵਿਸਾਹ ਨਹੀਂ ਕਰਨਾ। ਧੀਰਮਲ ਬਾਬਾ ਗੁਰਦਿੱਤਾ ਜੀ ਦਾ ਵੱਡਾ ਪੁੱਤਰ, ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਦਾ ਵੱਡਾ ਭਰਾ, ਇਹ ਸ਼ੁਰੂ ਤੋਂ ਹੀ ਗੁਰੂ ਘਰ ਦਾ ਇਸ ਨੇ ਵਿਰੋਧ ਕੀਤਾ। ਕਹਿੰਦੇ ਜਦੋਂ ਇਹਦਾ ਜਨਮ ਹੋਇਆ ਸੀ ਨਾ, ਬਾਬਾ ਗੁਰਦਿੱਤਾ ਜੀ ਲੈ ਕੇ ਗਏ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ, ਤੇ ਗੁਰੂ ਮਹਾਰਾਜ ਸਾਹਿਬ ਜੀ ਵੇਖ ਕੇ ਹੱਸ ਪਏ। ਸਤਿਗੁਰੂ ਜੀ ਨੂੰ ਪੁੱਛਿਆ, ਮਹਾਰਾਜ ਤੁਸੀਂ ਹੱਸੇ ਹੋ? ਮਹਾਰਾਜ ਕਹਿੰਦੇ ਤਾਇਆ ਜੀ ਆਗੇ ਲੱਗਦੇ ਦੁਬਾਰਾ। ਸੋ ਸਾਧ ਸੰਗਤ ਜੀ ਉਹ ਪ੍ਰਿਥੀ ਚੰਦ ਵਾਂਗੂ ਹੀ ਨਾ, ਕਿਉਂਕਿ ਪ੍ਰਿਥੀ ਚੰਦ ਮਹਾਰਾਜ ਦੇ ਤਾਇਆ ਜੀ ਲੱਗਦੇ ਸੀਗੇ। ਤੋ ਇਸ ਪ੍ਰਕਾਰ ਪ੍ਰਿਥੀ ਚੰਦ ਦਾ ਹਵਾਲਾ ਦੇ ਕੇ ਸਤਿਗੁਰਾਂ ਨੇ ਉਦੋਂ ਹੀ ਇਹ ਬਚਨ ਕਹਿ ਦਿੱਤੇ ਸੀ। ਗੁਰੂ ਹਰਗੋਬਿੰਦ ਸਾਹਿਬ ਦੇ ਖਿਲਾਫ ਚਿੱਠੀਆਂ ਲਿਖੀਆਂ ਸੀ ਸ਼ਾਹਜਹਾਨ ਨੂੰ, ਇਤਿਹਾਸ ਨੇ ਜਿਨ੍ਹਾਂ ਦਾ ਸਾਧ ਸੰਗਤ ਜੀ ਜ਼ਿਕਰ ਕੀਤਾ। ਤੇ ਇਹ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਇਸ ਨੂੰ ਫਿਰ ਆਪਣੇ ਘਰ ਤੋਂ ਹੀ ਛੇਕ ਦਿੱਤਾ ਸੀਗਾ। ਗੁਰੂ ਹਰਗੋਬਿੰਦ ਸਾਹਿਬ ਨੇ ਆਪ ਹੀ ਇਸ ਨੂੰ ਕੀਰਤਪੁਰ ਸਾਹਿਬ ਤੋਂ ਧੱਕੇ ਮਰਾ ਕੇ ਬਾਹਰ ਕਢਾਤਾ ਸੀ ਸੱਚੇ ਪਾਤਸ਼ਾਹ ਨੇ। ਤੋ ਸਾਧ ਸੰਗਤ ਜੀ ਇਹਨਾਂ ਦਾ ਵੀ ਜਿਹੜਾ ਹੈ ਉਹ ਵਿਸਾਹ ਨਹੀਂ ਕਰਨਾ ਹੈ। ਤੇ ਅੱਗੇ ਸਾਧ ਸੰਗਤ ਜੀ 5ਵੇਂ ਨੰਬਰ ਤੇ ਗੰਗੂ ਸ਼ਾਹੀਏ ਹਨ, ਜਿਨ੍ਹਾਂ ਦੀ ਬਾਬਤ ਕਦੇ ਵੀ ਮਹਾਰਾਜ ਜੀ ਨੇ ਕਿਹਾ ਕਿ ਭਾਈ ਇਹਨਾਂ ਦਾ ਵਿਸਾਹ ਨਾ ਕਦੇ ਕਰੋ, ਕਿਉਂਕਿ ਜਦੋਂ ਦਿੰਦੇ ਧੋਖਾ ਹੀ ਦਿੰਦੇ ਆ। ਵੇਖੋ ਗੁਰੂ ਘਰ ਦੇ ਅੰਦਰ ਮੇਲ ਮਿਲਾਪ ਰੱਖਿਆ ਬ੍ਰਾਹਮਣ ਗੰਗੂ ਨੇ, ਤੇ ਸਤਿਗੁਰਾਂ ਦੇ ਸਾਹਿਬਜ਼ਾਦੇ ਤੱਕ ਸ਼ਹੀਦ ਕਰਵਾਉਣ ਵਾਸਤੇ ਇਸ ਨੇ ਸਾਧ ਸੰਗਤ ਜੀ ਕੋਈ ਡਰ ਨਹੀਂ ਮੰਨਿਆ। ਇਤਿਹਾਸ ਨੇ ਤਾਂ ਇੱਥੋਂ ਤੱਕ ਦੱਸਿਆ ਕਿ ਆਪਣੇ ਘਰ ਹੀ ਜ਼ਹਿਰ ਦੇ ਕੇ ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਮਾਰ ਦੇਣਾ ਚਾਹੁੰਦਾ ਸੀ, ਪਰ ਇਹਦੀ ਮਾਂ ਨੇ ਏਡਾ ਵੱਡਾ ਪਾਪ ਜਿਹੜਾ ਸੀ ਨਾ ਉਹਦਾ ਦਿਲ ਨਹੀਂ ਕੀਤਾ, ਹਿਆ ਨਹੀਂ ਪਿਆ ਮਹਾਰਾਜ ਦੇ ਸਾਹਿਬਜ਼ਾਦਿਆਂ ਦਾ ਜਲਾਲ ਵੇਖ ਕਰਕੇ। ਫਿਰ ਇਸ ਪਾਪੀ ਨੇ ਮੋਰਿੰਡੇ ਦੇ ਹਾਕਮ ਕੋਲ ਜਾ ਕਰਕੇ ਮਹਾਰਾਜ ਦੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਾਤਾ ਸੀ। ਇਹ ਖੂਨ ਹੀ ਐਸਾ ਹੁੰਦਾ, ਇਸ ਕਰਕੇ ਮਹਾਰਾਜ ਸਾਨੂੰ ਇਹ ਸਾਧ ਸੰਗਤ ਜੀ ਜਿਹੜੀਆਂ ਹਦਾਇਤਾਂ ਦਿੱਤੀਆਂ, ਜੇ ਇਹਨਾਂ ਵਿੱਚੋਂ ਮੈਂ ਇਹਦਾ ਵਿਸਥਾਰ ਨਹੀਂ ਕਰ ਸਕਦਾ। ਕੋਈ ਵੀ ਪੰਥ ਦੇ ਪੇਸ਼ ਹੋਵੇ, ਪੰਥ ਦੀ ਮੁੱਢਲੀ ਰਹਿਤ ਨੂੰ ਕਬੂਲੇ, ਪੰਥ ਦੇ ਅਨੁਸਾਰੀ ਹੋ ਕਰਕੇ ਚੱਲੇ, ਫਿਰ ਉਸ ਨੂੰ ਮਿਲਾਇਆ ਜਾ ਸਕਦਾ ਹੈ। ਪਰ ਸਾਧ ਸੰਗਤ ਜੀ ਪੰਥ ਨੇ ਉਦੋਂ ਵੀ ਬੜੀਆਂ ਵੱਡੇ, ਕਿਉਂਕਿ ਸਾਡਾ ਇਤਿਹਾਸ ਕਹਿੰਦਾ ਹੈ ਸਾਡੇ ਪੰਥ ਦੇ ਅੰਦਰ ਉਹਨਾਂ ਨੂੰ ਮਿਲਾ ਤਾਂ ਲਿਆ ਜਾਂਦਾ ਹੈ, ਪਰ ਗਲਤੀ ਇਹ ਹੁੰਦੀ ਹੈ ਕਿ ਉਹਨਾਂ ਨੂੰ ਉਹ ਅਹੁਦੇ ਵੀ ਦੇ ਦਿੱਤੇ ਜਾਂਦੇ ਆ ਜਿਹੜੇ ਕਿ ਸਾਧ ਸੰਗਤ ਜੀ ਨਹੀਂ ਦੇਣੇ ਚਾਹੀਦੇ, ਕਿਉਂਕਿ ਉਹਨਾਂ ਅਹੁਦਿਆਂ ਤੇ ਬੈਠਿਆਂ ਹੋਇਆਂ ਜਿਨ੍ਹਾਂ ਦਾ ਪਿਛੋਕੜ ਇਹੋ ਜਿਹਾ ਸੀ ਨਾ, ਉਹਨਾਂ ਨੇ ਪੰਥ ਦਾ ਘਾਣ ਕਰਾਇਆ। ਤੇ ਬੜੇ ਹਵਾਲੇ ਨੇ, ਪਰ ਸਮਾਂ ਲੱਗੇਗਾ। ਇਸ ਕਰਕੇ ਜਿਹੜੇ ਖੋਜੀ ਹੈ ਨਾ, ਪੰਥ ਦਰਦੀ ਹੈ, ਉਹਨਾਂ ਨੂੰ ਸਭ ਪਤਾ ਹੈ ਕਿ ਕਿਵੇਂ ਕਿਵੇਂ ਇਹਨਾਂ ਨੇ ਪੰਥ ਨੂੰ ਨੁਕਸਾਨ ਪਹੁੰਚਾਇਆ। ਸਮਾਂ ਪੈਣ ਤੇ ਪੰਥ ਦੀ ਪਿੱਠ 'ਚ ਛੁਰਾ ਵੀ ਮਾਰਨ ਤੋਂ ਗੁਰੇਜ਼ ਨਹੀਂ ਕੀਤਾ। ਮਿਲਾ ਲੈਣਾ ਚਾਹੀਦਾ, ਪਰ ਪੰਥ ਦੇ ਅਹਿਮ ਅਹੁਦਿਆਂ ਤੇ ਨਹੀਂ ਬਿਠਾਉਣਾ ਚਾਹੀਦਾ। ਇਹ ਤਾਂ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਸਾਨੂੰ ਤਾਕੀਦ ਕੀਤੀ ਹੈ ਕਿ ਭਾਈ ਇਹਨਾਂ ਜੋ ਪਹਿਲੇ 5 ਦੱਸੇ ਉਹਨਾਂ ਨਾਲ ਰਿਸ਼ਤੇਦਾਰੀ ਦੀ ਮੇਲ ਮਿਲਾਪ ਨਹੀਂ ਰੱਖਣਾ, ਤੇ ਇਹਨਾਂ 5 ਦਾ ਵਿਸਾਹ ਨਹੀਂ ਕਰਨਾ ਹੈ। ਹੁਣ ਵੀ ਇਹੋ ਜਿਹੀ ਕੋਈ ਬਿਰਤੀ ਵਾਲੇ ਹਨ ਤਾਂ ਮਹਾਰਾਜ ਸਾਹਿਬ ਜੀ ਨੇ ਕਿਹਾ ਪਹਿਚਾਣੋ, ਤੁਹਾਡੇ ਅੰਦਰ ਗੁਰਮਤ ਦਾ ਪੈਮਾਨਾ ਦਿੱਤਾ ਹੈ, ਬਾਣੀ ਦਾ ਤੁਹਾਡੇ ਕੋਲ ਥਰਮਾਮੀਟਰ ਹੋਣਾ ਚਾਹੀਦਾ, ਤੇ ਤੁਸੀਂ ਝੱਟ ਹੀ ਪਹਿਚਾਣ ਲੈਣਾ ਕਿ ਇਹਦੀ ਸੋਚ ਕਿਹੋ ਜਿਹੀ ਹੈ, ਕਿਸ ਤਰ੍ਹਾਂ ਦਾ ਆਪਣਾ ਜੀਵਨ ਜਿਹੜਾ ਜੀ ਰਿਹਾ ਹੈ। ਇਹ ਸਤਿਗੁਰਾਂ ਜੀ ਨੇ ਸਾਨੂੰ ਆਗਿਆ ਕੀਤੀ ਹੈ। ਮਹਾਰਾਜ ਜੀ ਨੇ ਫਿਰ ਗੁਰਧਾਮਾਂ ਦੇ ਵਾਸਤੇ ਵੀ ਸਾਧ ਸੰਗਤ ਜੀ ਆਗਿਆ ਕੀਤੀ ਕਿ ਭਾਈ ਗੁਰੂ ਧਾਮਾਂ ਦੇ ਵੀ ਆਪਣੀ ਜ਼ਿੰਦਗੀ ਅੰਦਰ ਦਰਸ਼ਨ ਦੀਦਾਰ ਕਰਨੇ ਬਹੁਤ ਜ਼ਰੂਰੀ ਹੈ। ਪੰਥ ਦਾ ਬਣਾਇਆ ਹੋਇਆ ਗੁਰਮਤਾ ਕਿ ਭਾਈ ਜਿਹੜੇ 5 ਤਖਤ ਪੰਥ ਨੇ ਪ੍ਰਵਾਨਿਤ ਜਿਹੜੇ ਹੈ ਬਣਾਏ ਹੈ, ਸਤਿਗੁਰਾਂ ਜੀ ਦੇ ਪਾਵਨ ਅਸਥਾਨ ਹਨ। ਇਹਨਾਂ 5 ਤਖਤਾਂ ਦਾ ਆਪਣੀ ਜ਼ਿੰਦਗੀ ਵਿੱਚ ਇੱਕ ਵਾਰ ਜ਼ਰੂਰ ਦਰਸ਼ਨ ਕਰਨਾ। ਜਦੋਂ ਦਰਸ਼ਨ ਕਰਨ ਜਾਣਾ ਤੇ ਮਰਿਆਦਾ ਮੁਤਾਬਕ 5 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਤੇ 5 ਰੁਪਏ ਗੁਰੂ ਕੀ ਗੋਲਕ ਵਿੱਚ ਪਾਉਣੇ ਚਾਹੀਦੇ ਹੈ। ਇਹ ਮਰਿਆਦਾ ਮੁਤਾਬਕ ਦੱਸੇ ਹੈ।
ਜੇ ਜਥਾ ਸ਼ਗਤ ਸੇਵਾ ਕਰਨੀ ਚਾਹੀਦੀ ਹੈ। ਜਥਾ ਸ਼ਗਤ ਹੁੰਦੀ ਜਿੰਨੀ ਪਹੁੰਚ ਪਵੇ, ਇਹ ਨਹੀਂ ਕਿ ਬਾਹਰ ਤਾਂ ਪਹੁੰਚ ਪੈਂਦੀ ਹੈ ਲੱਖਾਂ 'ਚ ਤੇ ਗੁਰੂ ਘਰ ਆ ਕੇ ਪਹੁੰਚ ਪਵੇ ਰੁਪਈਆਂ 'ਚ ਹੀ, ਮਸਾਂ ਪੈਸਿਆਂ 'ਚ ਹੀ। ਉਹ ਫਿਰ ਇਹੋ ਜਿਹਾ ਮਹਾਰਾਜ ਆਖਿਆ ਕਿ ਚੰਗਿਆਈ ਆਲਕ ਕਰੇ, ਬੁਰਿਆਈ ਹੋਵੇ ਸ਼ੇਰ। ਬੁਰਾ ਕੰਮ ਕਰਨਾ ਤੇ ਬੜੀ ਮਾਇਆ ਖਰਚਦੇ ਆ, ਗੁਰੂ ਘਰ ਸੇਵਾ ਕਰਨੀ ਹੈ ਤੇ ਮਸਾਂ 5 ਰੁਪਈਏ ਫਿਰ ਕੱਢਦੇ ਆ। ਇੱਥੇ ਭਾਈ ਜਥਾ ਸ਼ਗਤ ਜਿੰਨੀ ਕੋਈ ਸੇਵਾ ਕਰੇ ਉਸ ਨੂੰ ਓਡਾ ਵੱਡਾ ਫਲ ਜਿਹੜਾ ਉਹ ਪ੍ਰਾਪਤ ਹੁੰਦਾ ਹੈ। ਇਹ ਸਾਡੇ 5 ਤਖਤ ਹੋਰ ਵੀ ਗੁਰਧਾਮਾਂ ਦੇ ਦਰਸ਼ਨ ਕਰਨੇ ਤੇ ਉੱਥੇ ਜਾ ਕਰਕੇ ਕਥਾ ਕੀਰਤਨ ਸੁਣਨਾ, ਸੱਚੇ ਪਾਤਸ਼ਾਹ ਜੀ ਦੀ ਯਾਦ ਵਿੱਚ ਬੈਠ ਕਰਕੇ ਉਹਨਾਂ ਵਾਕਿਆਵਾਂ ਨੂੰ ਯਾਦ ਕਰਨਾ ਜੋ ਸਤਿਗੁਰਾਂ ਜੀ ਨੇ ਉੱਥੇ ਕੌਤਕ ਵਰਤਾਏ ਹੈ। ਮਹਾਰਾਜ ਜੀ ਦਾ ਇਹ ਪਾਵਨ ਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ, ਜਦੋਂ ਇੱਥੇ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਨੇ, ਪੰਥ ਦਾ ਇਹ ਮਹਾਨ ਤਖਤ ਅਸਥਾਨ ਹੈ। ਸਾਧ ਸੰਗਤ ਜੀ ਵੱਡੇ ਜੋੜ ਮੇਲੇ ਭਰਦੇ ਹੈ। ਦੁਸ਼ਹਿਰੇ ਦਾ ਜੋੜ ਮੇਲਾ ਸਾਰਾ ਪੰਥ ਇਕੱਤਰ ਹੁੰਦਾ ਹੈ ਤੇ ਇੱਥੇ ਕਥਾ ਕੀਰਤਨ ਦੇ ਵਗਦੇ ਹੋਏ ਇੱਕ ਨਿਰੰਤਰ ਰਸ ਪ੍ਰਵਾਹ ਚੱਲਦੇ ਹੈ। ਗੁਰਸਿੱਖ ਸੰਗਤਾਂ ਜਿਹੜੀਆਂ ਹਨ ਲਾਹਾ ਲੈਂਦੀਆਂ, ਗੁਰਮੁਖ ਆਪਣੇ ਜੀਵਨ ਨੂੰ ਬਦਲਦੇ ਹੈ, ਸਤਿਗੁਰਾਂ ਜੀ ਦੀ ਦੱਸੀ ਹੋਈ ਸਿੱਖਿਆ ਦੇ ਮੁਤਾਬਕ ਆਪਣਾ ਜੀਵਨ ਜਿਉਂਦੇ ਹੈ। ਤੋ ਇਹ ਧਾਰਮਿਕ ਅਸਥਾਨਾਂ ਦੇ ਵੀ ਦਰਸ਼ਨ ਦਿਦਾਰੇ ਜਿਹੜੇ ਆ ਜ਼ਰੂਰ ਕਰਨੇ ਤੇ ਦਸਵੰਧ ਦੀ ਮਾਇਆ ਭੇਟ ਕਰਨੀ। 5 ਸੰਸਕਾਰ ਹੈ ਸਾਧ ਸੰਗਤ ਜੀ, ਜਿਨ੍ਹਾਂ ਅਨੁਸਾਰ ਮਹਾਰਾਜ ਕਹਿੰਦੇ ਭਾਈ ਆਪਣੇ ਜੀਵਨ ਦੀਆਂ ਕਿਰਿਆਵਾਂ ਨੂੰ ਕਰਨਾ। ਪਹਿਲਾ ਸੰਸਕਾਰ ਹੈ ਜਨਮ ਸੰਸਕਾਰ। ਜਦੋਂ ਵਾਹਿਗੁਰੂ ਦੀ ਕਿਰਪਾ ਨਾਲ ਬੱਚੇ ਦਾ ਜਨਮ ਹੋਣ ਵਾਲਾ ਹੋਵੇ ਤਾਂ ਸਾਧ ਸੰਗਤ ਜੀ ਉਸ ਸਮੇਂ ਪਹਿਲਾਂ ਤਾਂ ਗਰਭ ਦੇ ਧਾਰਨ ਤੋਂ ਹੀ ਬੜੇ ਨਿਯਮ ਮਹਾਰਾਜ ਜੀ ਨੇ ਰਹਿਤ ਮਰਿਆਦਾ ਵਿੱਚ ਅਤੇ ਇਤਿਹਾਸ ਵਿੱਚ ਮਹਾਰਾਜ ਦੱਸੇ ਹੋਏ ਹੈ ਕਿ ਕਿਉਂਕਿ ਜਿਹੋ ਜਿਹਾ ਗਰਭਵਤੀ ਔਰਤ ਵੇਖਦੀ ਹੈ, ਸੁਣਦੀ ਹੈ, ਬੋਲਦੀ ਹੈ, ਉਹੋ ਜਿਹਾ ਉਹਦੇ ਬੱਚੇ ਤੇ ਅਸਰ ਪੈਂਦਾ ਰਹਿੰਦਾ ਹੈ। ਇਸ ਕਰਕੇ ਜਿੰਨੀ ਗੁਰਬਾਣੀ ਪੜ੍ਹਾਂਗੇ ਉਨਾ ਹੀ ਬੱਚੇ ਦੇ ਉੱਤੇ ਬਾਣੀ ਦਾ ਅਸਰ ਮਾਤਾ ਦੇ ਉਦਰ ਵਿੱਚ ਹੋਵੇਗਾ। ਅਭਿਮਨਯੂ ਨੇ ਮਾਤਾ ਦੇ ਉਦਰ 'ਚ ਹੀ ਚੱਕਰਵਿਊਹ ਸਿੱਖ ਲਿਆ ਸੀਗਾ। ਇਸ ਕਰਕੇ ਬੜੇ ਪ੍ਰਮਾਣ ਨੇ ਤੇ ਸਦਾ ਗੁਰੂ ਸਾਹਿਬ ਜੀ ਦਾ ਦਰਸ਼ਨ ਕਰਨਾ, ਮਹਾਰਾਜ ਜੀ ਦੇ ਅਰਦਾਸ ਕਰਨੀ, ਤਾਬਿਆ ਬੈਠ ਕੇ ਬਾਣੀ ਪੜ੍ਹਨੀ, ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜਿਵੇਂ ਜਿਵੇਂ ਮਨ ਦੇ ਅੰਦਰ ਭਾਵ ਪ੍ਰਾਪਤ ਹੁੰਦਾ ਹੈ ਉਹ ਜਿਹਾ ਅਸਰ ਬੱਚੇ ਦੇ ਅੰਦਰ ਉਦਰ ਦੇ ਵਿੱਚ ਹੀ ਪੈ ਜਾਂਦਾ ਹੈ। ਜਦੋਂ ਜਨਮ ਹੋਵੇ ਉਹਦੇ ਕੰਨਾਂ ਵਿੱਚ ਵਾਹਿਗੁਰੂ ਮੰਤਰ ਜਾਂ ਮੂਲ ਮੰਤਰ ਦੀ ਆਵਾਜ਼ ਸੁਣਾਉਣੀ। ਫਿਰ ਸਾਧ ਸੰਗਤ ਜੀ ਸਿੰਘ ਤਿਆਰ ਪਰ ਤਿਆਰ ਹੋਵੇ, ਗਾਤਰੇ ਵਾਲੀ ਸ੍ਰੀ ਸਾਹਿਬ ਸੋਧ ਕਰਕੇ ਤੇ ਇਸ ਪ੍ਰਕਾਰ ਸਰਬਲੋਹ ਦਾ ਬਾਟਾ ਤੇ ਸੋਧ ਕਰਕੇ 5 ਕੁ ਪਤਾਸੇ ਲੈ ਕੇ ਸਵਾਇਆ ਕ ਜਲ ਪਾ ਕਰਕੇ ਤੇ ਬੀਰ ਆਸਣ ਲਾ ਕਰਕੇ ਜਪਜੀ ਸਾਹਿਬ ਦਾ ਪਾਠ ਕਰਦਿਆਂ ਹੋਇਆਂ ਨਾਲ ਕਿਰਪਾਨ ਬਾਟੇ ਵਿੱਚ ਫੇਰੀ ਜਾਵੇ ਤੇ ਨਾਲ ਜਪਜੀ ਸਾਹਿਬ ਦਾ ਪਾਠ ਕਰੇ। ਜਪਜੀ ਸਾਹਿਬ ਦਾ ਪਾਠ ਸੰਪੂਰਨ ਹੋਣ ਤੋਂ ਜਿਹੜੇ ਕਿਰਪਾਨ ਉਸ ਦੀ ਨੋਕ ਦੇ ਨਾਲ 5 ਬੂੰਦਾਂ ਬੱਚੇ ਦੇ ਮੂੰਹ ਵਿੱਚ ਪਾਉਣੀਆਂ ਚਾਹੀਦੀਆਂ ਤੇ ਬਚਿਆ ਅੰਮ੍ਰਿਤ ਬੱਚੇ ਦੇ ਮਾਤਾ ਪਿਤਾ ਨੂੰ ਪਿਲਾਉਣਾ ਚਾਹੀਦਾ ਹੈ। ਤੇ ਜੇ ਸਾਧ ਸੰਗਤ ਜੀ ਮਾਤਾ ਪਿਤਾ ਹੀ ਆਪ ਹੀ ਸਿੱਖੀ 'ਚ ਨਾ ਹੋਣ ਤੇ ਫਿਰ ਇਹ ਅੰਮ੍ਰਿਤ ਜਿਹੜਾ ਨਾ ਮੋਨੇ ਨੂੰ ਨਹੀਂ ਪਿਆਇਆ ਜਾ ਸਕਦਾ, ਕਿਉਂਕਿ ਇਹਦਾ ਅਧਿਕਾਰੀ ਹੋਣਾ ਚਾਹੀਦਾ ਹੈ। ਇਉਂ ਗੁੜਤੀ ਜਿਹੜੀ ਹੈ ਨਾ ਕਿਰਪਾਨ ਦੀ ਨੋਕ ਨਾਲ 5 ਬੂੰਦਾਂ ਮੂੰਹ ਵਿੱਚ ਪਾ ਕੇ ਦੇਣੀ ਚਾਹੀਦੀ ਹੈ। ਹੋਰ ਕਿਸੇ ਵਡੇਰੇ ਦੀ ਜੂਠ ਚਟਾਉਣੀ ਜਾਂ ਕੋਈ ਸ਼ਹਿਦ ਆਦਿਕ ਚਟਾਉਣਾ ਇਹ ਸਭ ਮਨਮਤਾਂ ਨੇ। ਹਿੰਗ ਵੀ ਕਈ ਬੰਨ੍ਹ ਦਿੰਦੇ ਆ ਭਾਈ, ਉਹ ਸਰਬਲੋ ਦਾ ਕੜਾ ਹੀ ਸੱਜੇ ਹੱਥ ਵਿੱਚ ਧਾਰਨ ਕਰਾ ਦੇਣਾ ਚਾਹੀਦਾ। ਭੂਤ ਪ੍ਰੇਤ ਸਭ ਛਾਇਆ ਛੁਆ ਇਸ ਕੜੇ ਨਾਲ ਹੀ ਦੌੜ ਜਾਂਦੀਆਂ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਜਨਮ ਸੰਸਕਾਰ ਦੀ ਆਗਿਆ ਕੀਤੀ ਹੈ ਤੇ ਨਾਮਕਰਨ ਵੀ ਦੱਸਿਆ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ 'ਚ ਲਿਆ ਕਰਕੇ ਅਰਦਾਸ ਕਰਕੇ ਫਿਰ ਸਾਧ ਸੰਗਤ ਜੀ ਸ਼੍ਰੀ ਮੁਖ ਵਾਕ ਦੇ ਪਹਿਲੇ ਅੱਖਰ ਤੋਂ ਜਿਹੜਾ ਹੈ ਉਹ ਜਿਹੜਾ ਬੱਚੇ ਦਾ ਨਾਮ ਰੱਖਣਾ ਹੈ। ਜਦੋਂ ਬੱਚਾ ਰਹਿਤ ਰੱਖਣ ਦੇ ਯੋਗ ਹੋ ਜਾਵੇ ਫਿਰ ਦੂਸਰਾ ਸੰਸਕਾਰ ਹੈ ਅੰਮ੍ਰਿਤ ਸੰਸਕਾਰ। ਜਦੋਂ ਛੋਟੇ ਬੱਚੇ ਹੁੰਦੇ ਉਦੋਂ ਅੰਮ੍ਰਿਤ ਸੰਚਾਰ ਵੇਲੇ ਉਹਨਾਂ ਨੂੰ ਚੂੜਾ ਦੇ ਦਿੱਤਾ ਜਾਂਦਾ ਹੈ ਕਿ ਅਜੇ ਰਹਿਤ ਸੰਭਾਲਣ ਦੇ ਯੋਗ ਨਹੀਂ। ਪਰ ਕਈ ਸਾਧ ਸੰਗਤ ਜੀ ਵੱਡੀ ਉਮਰ ਹੁੰਦੀ ਹੈ ਤੇ ਚੂੜਾ ਲੈਣ ਆ ਜਾਂਦੇ, ਧੱਕੇ ਨਾਲ ਹੀ ਕਹਿੰਦੇ ਸਾਨੂੰ ਚੂੜਾ ਦਿਓ। ਇਸ ਤਰ੍ਹਾਂ ਥੋੜ੍ਹਾ ਭਾਈ 5 ਪਿਆਰਿਆਂ ਦੀ ਰਜਾ ਨਾਲ ਹੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਦੇ ਕਾਨੂੰਨ ਮੁਤਾਬਕ ਹੀ ਮਰਿਆਦਾ ਮੁਤਾਬਕ ਹੀ ਤੁਹਾਨੂੰ ਅੰਮ੍ਰਿਤ ਮਿਲ ਸਕਦਾ ਹੈ। ਤੇ ਕਈ ਤੇ ਸ਼ੀਸ਼ੀਆਂ 'ਚ ਪਾ ਕੇ ਕਹਿੰਦੇ ਘਰੇ ਲੈ ਜਾਓ, ਫਰਿੱਜਾਂ 'ਚ ਰੱਖ ਕੇ ਜਦੋਂ ਮਰਜ਼ੀ ਛਕੀ ਜਾਓ, ਉਹ ਅੰਮ੍ਰਿਤ ਨਹੀਂ ਹੈ। ਅੰਮ੍ਰਿਤ 5 ਪਿਆਰੇ ਹੀ ਦੇ ਸਕਦੇ ਆ। ਜਦੋਂ ਰਹਿਤ ਰੱਖਣ ਦੇ ਯੋਗ ਨਹੀਂ ਹੈ ਉਦੋਂ ਹੀ ਚੂੜਾ ਦਿੱਤਾ ਜਾ ਸਕਦਾ ਹੈ।
ਤੇ ਜਦੋਂ ਰਹਿਤ ਰੱਖਣ ਦੇ ਯੋਗ ਹੋ ਜਾਵੇ ਫਿਰ ਕਕਾਰ ਨਾ ਪੈਨੇ ਅੰਮ੍ਰਿਤ ਨਾ ਛਕੇ। ਤੇ ਮਹਾਰਾਜ ਆਖਿਆ ਕਿ ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਇਸ ਕਰਕੇ ਨੁਗਰੇ ਨਹੀਂ ਭਾਈ ਕਿਸੇ ਨੂੰ ਆਪਣੇ ਪਰਿਵਾਰ ਵਿੱਚ ਰਹਿਣ ਦੇਣਾ ਚਾਹੀਦਾ, ਉਹਨੂੰ ਪ੍ਰੇਰਨਾ ਕਰਨੀ ਚਾਹੀਦੀ ਹੈ। ਤੇ ਫਿਰ ਸਤਿਗੁਰਾਂ ਜੀ ਦੇ ਹਜੂਰ ਲਿਆ ਕਰਕੇ ਅੰਮ੍ਰਿਤ ਦੀ ਦਾਤ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੇ ਹਜੂਰ ਪੰਜਾਂ ਪਿਆਰਿਆਂ ਤੋਂ ਉਹ ਪ੍ਰਾਪਤ ਕਰਵਾਉਣੀ ਚਾਹੀਦੀ ਹੈ। ਇਹ ਸਾਧ ਸੰਗਤ ਜੀ ਅੰਮ੍ਰਿਤ ਸੰਸਕਾਰ ਹੈ। ਫਿਰ ਹੈ ਵਿਦਿਆ ਸੰਸਕਾਰ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਕਿ ਭਾਈ ਆਪਣੇ ਬੱਚਿਆਂ ਨੂੰ ਜਿੱਥੇ ਸੰਸਾਰੀ ਵਿਦਿਆ ਪੜ੍ਹਾਉਂਦੇ ਹੋ ਨਾ, ਉੱਥੇ ਬ੍ਰਹਮ ਵਿਦਿਆ ਵੀ ਪੜ੍ਹਾਉਣੀ ਚਾਹੀਦੀ ਹੈ। ਜਿਹੜੇ ਆਪਣੇ ਬੱਚਿਆਂ ਨੂੰ ਵਿਦਿਆ ਨਹੀਂ ਪੜ੍ਹਾਉਂਦੇ ਉਹ ਬੱਚਿਆਂ ਦੇ ਦੁਸ਼ਮਣਾਂ ਦੀ ਸਮਾਨ ਹਨ। ਇਸ ਕਰਕੇ ਆਪਣੇ ਬੱਚਿਆਂ ਨੂੰ ਵਿਦਿਆ ਜ਼ਰੂਰ ਪੜ੍ਹਾਉਣੀ ਹੈ। ਤੇ ਵਿਦਿਆ ਵੀ ਸਤਿਗੁਰਾਂ ਨੇ ਬ੍ਰਹਮ ਵਿਦਿਆ ਦੀ ਆਗਿਆ ਕੀਤੀ ਹੈ, ਕਿਉਂਕਿ ਅੱਜ ਕੱਲ੍ਹ ਨਾ ਕਈ ਇਉਂ ਕਹਿੰਦੇ ਜੀ ਬੜੇ ਵਿਦਵਾਨ ਹੈ, ਬੜੇ ਗ੍ਰੰਥ ਪੜ੍ਹੇ ਹੈ, ਤੇ ਪੁੱਛੀਏ ਕਿਰਪਾਨ ਕਿੱਥੇ ਹੈ, ਉਹ ਜੇ ਭਾਈ ਨਹੀਂ ਅਸੀਂ, ਕਛਹਿਰਾ ਪਹਿਨਿਆ ਹੀ ਨਹੀਂ ਅਸੀਂ। ਤੇ ਫਿਰ ਮਹਾਰਾਜ ਕਹਿੰਦੇ ਭਾਈ ਉਹਦੇ ਵਿਦਵਤਾ ਤੋਂ ਕੀ ਕਰਾਉਣਾ ਹੈ। ਕਈ ਸਾਧ ਸੰਗਤ ਜੀ ਮਾਫ ਕਰਨਾ, ਅੱਜ ਇਹੋ ਜਿਹੀਆਂ ਗੱਲਾਂ ਪ੍ਰਚਲਿਤ ਹੋ ਰਹੀਆਂ ਹਨ, ਉਹ ਜਿਹੜਾ ਹੈ ਨਾ ਹੋਰ ਨਾ ਧਰਮਾਂ ਦਾ ਪ੍ਰਭਾਵ ਪਾ ਕੇ ਸਿੱਖਾਂ ਦੀ ਕਿਰਪਾਨ ਲਵਾਉਣੀ ਚਾਹੁੰਦੇ ਆ। ਕਈ ਬੜੇ ਇਹੋ ਜਿਹੇ ਪ੍ਰਚਾਰਕ ਕਹਿੰਦੇ ਜੀ ਅਸੀਂ ਵਿਦਾਂਤ ਬੜਾ ਪੜ੍ਹਿਆ ਤੇ ਵਿਦਾਂਤੀਆਂ ਅਸੀਂ, ਬ੍ਰਹਮੀ ਬ੍ਰਹਮ ਹੈ, ਕਿਰਪਾਨ ਦੇ ਪਾਉਣ ਦੀ ਲੋੜ ਹੀ ਕੀ ਹੈ। ਤੋ ਕਈਆਂ ਦੀਆਂ ਪਾਈਆਂ ਕਿਰਪਾਨਾਂ ਵੀ ਉਹਨਾਂ ਲਵਾਤੀਆਂ ਜਦੋਂ ਉਹਨਾਂ ਦੇ ਮਗਰ ਲੱਗੇ ਤੇ ਅਸੀਂ ਜੀ ਵਿਦਾਂਤ ਬੜਾ ਗਾੜਾ ਜਾਣਦੇ ਆ। ਸਤਿਗੁਰਾਂ ਨੇ ਇਸੇ ਕਰਕੇ ਆਗਿਆ ਕੀਤੀ, ਗੁਰਮੁਖੀ ਅੱਖਰ ਜੋ ਹੈ ਭਾਈ, ਸਿੰਘ ਸਿੰਘ ਤੇ ਸਿੱਖੇ ਜਾਈ। ਇਹ ਮਹਾਰਾਜ ਬਚਨ ਕਹੇ ਤੇ ਸਤਿਗੁਰੂ ਜੀ ਨੇ ਸਾਧ ਸੰਗਤ ਜੀ ਵੇਖੋ ਇਹ ਵੱਡੀ ਬਖਸ਼ਿਸ਼ ਕੀਤੀ। ਇਹ ਵੀ ਨਾ ਖਾਲਸੇ ਦੇ ਅੰਦਰ ਖਿਆਲ ਰਹੇ ਕਿ ਮਹਾਰਾਜ ਸਾਨੂੰ ਹੋਰ ਗ੍ਰੰਥ ਨਹੀਂ ਪੜ੍ਹਾਏ, ਮਹਾਰਾਜ ਨੇ ਆਪਣੇ ਕੋਲੋਂ ਨਾ ਸਿੰਘ ਭੇਜੇ। ਫਿਰ ਮਹਾਰਾਜ ਕਹਿੰਦੇ ਜਾਓ ਭਾਈ, ਭਾਵੇਂ ਕਿ ਮਹਾਰਾਜ ਨੇ ਉਦੋਂ ਤਾਂ ਅੱਗੇ ਆਪ ਕਰਕੇ ਭੇਜਿਆ ਵੀ ਮਹਾਰਾਜ ਕਹਿੰਦੇ ਜਾਓ ਕਾਂਸੀ 'ਚ ਜਿੰਨੀ ਵਿਦਿਆ ਸਾਰੀ ਸਿੱਖ ਕੇ ਆਓ। ਉੱਥੇ ਹੁਣ ਭਾਵੇਂ ਅੰਮ੍ਰਿਤਧਾਰੀ ਨਹੀਂ ਸੀਗੇ ਜਿਹੜੇ ਉਹ ਹਵਾਲੇ ਦਿੰਦੇ ਆ ਨਾ ਕਿ ਫਿਰ ਉਹ ਕਿੰਨਾ ਕੁ ਸਿੱਖੇ। ਮਹਾਰਾਜ ਨੇ ਸਾਰੀ ਵਿਦਿਆ ਆਪਣੇ ਪੰਥ ਵਿੱਚ ਲਿਆਉਣ ਵਾਸਤੇ, ਭਾਵੇਂ ਕਿ ਮਹਾਰਾਜ ਆਪ ਨਿਰੰਕਾਰ ਰੂਪ ਨੇ, ਸਿੰਘਾਂ ਨੂੰ ਐਸੇ ਹੀ ਗਿਆਨ ਦੇ ਸਕਦੇ ਸੀ, ਪਰ ਸੰਸਾਰ ਨੂੰ ਦਿਖਾਉਣ ਵਾਸਤੇ ਮਹਾਰਾਜ ਉਹ 5 ਸਿੰਘ ਭੇਜੇ। ਉਹਨਾਂ ਸਾਰੀ ਕਾਂਸੀ 'ਚੋਂ ਵਿਦਿਆ ਪੜ੍ਹੀ। ਫਿਰ ਭਾਵੇਂ ਕਿ ਵੇਖੋ ਕਾਂਸੀ ਦੇ ਉਹ ਵੱਡੇ ਵੱਡੇ ਪੰਡਤ ਜਿਹੜੇ ਸੀ ਨਾ, ਭਾਈ ਗੁਰਦਾਸ ਜੀ ਜਦੋਂ 6ਵੇਂ ਪਾਤਸ਼ਾਹ ਦੇ ਸਮੇਂ ਉੱਥੇ ਰਹੇ ਆ ਨਾ, ਭਾਈ ਗੁਰਦਾਸ ਜੀ ਦੇ ਕੋਲ ਪੰਡਤਾਂ ਨੇ ਬੜੇ ਬੜੇ ਪ੍ਰਸ਼ਨ ਕੀਤੇ ਸੀ ਕਿ ਜਦੋਂ ਰਾਮ ਦਾ ਨਾਮ ਹੈ ਤੁਸੀਂ ਵਾਹਿਗੁਰੂ ਮੰਤਰ ਕਿਉਂ ਜਪਦੇ ਹੋ, ਜਦੋਂ ਵੇਦਾਂ ਸ਼ਾਸਤਰਾਂ ਦੀ ਬਾਣੀ ਹੈ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿਉਂ ਪੜ੍ਹਦੇ ਹੋ। ਭਾਈ ਗੁਰਦਾਸ ਸਾਹਿਬ ਨੇ ਫਿਰ ਸਾਧ ਸੰਗਤ ਜੀ ਏਡੀ ਵਿਦਵਤਾ ਨਾਲ ਉਹਨਾਂ ਦੀਆਂ ਸਭਾਵਾਂ ਨੂੰ ਜਿੱਤਿਆ ਸੀ, ਸਿੱਧ ਕੀਤਾ ਸੀ ਕਿ ਵਾਹਿਗੁਰੂ ਮੰਤਰ ਵਿੱਚ ਹੀ 4 ਯੁੱਗਾਂ ਦਾ ਮੰਤਰ ਵਸਦਾ ਹੈ। ਗੁਰਬਾਣੀ ਹੀ ਸਾਰੇ ਗ੍ਰੰਥਾਂ ਦਾ ਸਾਰ ਹੈ। ਤੇ ਉਹ ਜਦੋਂ ਭਾਈ ਸਾਹਿਬ ਜੀ ਫਿਰ ਮਹਾਰਾਜ ਦੇ ਸਿੱਖਾਂ ਦੇ ਭੇਜਣ ਕਰਕੇ, ਕਿਉਂਕਿ ਸਾਖੀ ਲੰਮੀ ਆ, ਸਤਸੰਗੀਆਂ ਸੁਣੀ ਹੈ, ਤੇ ਮਦੋਂ ਅੰਮ੍ਰਿਤਸਰ ਸਾਹਿਬ ਆਏ ਸੀ ਨਾ 700 ਪੰਡਤ ਮੁਰੀਦ ਹੋ ਗਏ ਸੀ ਭਾਈ ਗੁਰਦਾਸ ਜੀ ਦੇ। ਤੇ ਫਿਰ ਭਾਈ ਗੁਰਦਾਸ ਸਾਹਿਬ ਜੀ ਜਦੋਂ ਮਹਾਰਾਜ ਸਾਹਿਬ ਜੀ ਦੇ ਕੋਲ ਮਾਫੀ ਮੰਗੀ, ਮਹਾਰਾਜ ਕਹਿੰਦੇ ਭਾਈ ਗੁਰਦਾਸ ਗਿਆ ਕੱਲਾ ਸੈਂ ਤੇ ਲੈ ਕੇ 700 ਆਇਆ ਨਾਲ ਵੇਖ। ਇਹ ਸਾਧ ਸੰਗਤ ਜੀ ਮਹਾਰਾਜ ਉਦੋਂ ਸਿੰਘ ਭੇਜੇ। ਫਿਰ ਪ੍ਰਤੱਖ ਭਾਈ ਜਿਹੜੇ ਵੇਦਾਂ ਸ਼ਾਸਤਰਾਂ ਦੀ ਵਿਦਿਆ ਕਹੀ ਜਾਂਦੀ ਹੈ ਉਹ ਵੀ ਸਾਡੇ ਪੰਥ 'ਚ ਹੀ ਆਵੇ। ਤੇ ਉਹ ਜਿਹੜੇ 5 ਸਿੰਘ ਪੜ੍ਹਨ ਗਏ ਸੀ ਉਹਨਾਂ ਤੋਂ ਮਹਾਰਾਜ ਨੇ ਸਾਧ ਸੰਗਤ ਜੀ ਨਿਰਮਲ ਪੰਥ ਤੋਰਿਆ। ਜਿਹੜੀ ਨਿਰਮਲ ਸੰਪਰਦਾ ਹੈ ਨਾ, ਇਹ ਮਹਾਰਾਜ ਉੱਥੋਂ ਤੋਰੀ ਹੈ ਸੱਚੇ ਪਾਤਸ਼ਾਹ ਜੀ ਨੇ। ਤੇ ਸਾਧ ਸੰਗਤ ਜੀ ਨਿਰਮਲ ਸੰਪਰਦਾਏ ਇਹ ਅੰਮ੍ਰਿਤਧਾਰੀ ਹੁੰਦੇ ਹੈ। ਗਾਂ ਅੱਗੋਂ ਹੁਣ ਫਰਕ ਪੈਂਦਾ ਜਾਂਦਾ ਹੈ ਤਾਂ ਸਮੇਂ ਦੇ ਨਾਲ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਵਿਦਿਆ ਜਦੋਂ ਮਹਾਰਾਜ ਆਪਣੇ ਪੰਥ ਵਿੱਚ ਲਿਆਂਦੀ ਤੇ ਫਿਰ ਇਹ ਰਹਿਤਨਾਮੇ ਵਿੱਚ ਲਿਖੀਆਂ ਹੋਈਆਂ ਪੰਕਤੀਆਂ ਜੋ ਮਹਾਰਾਜ ਸਾਹਿਬ ਜੀ ਨੇ ਸਿੰਘਾਂ ਨੂੰ ਸੰਬੋਧਨ ਹੋ ਕਰਕੇ ਕਿਹਾ ਕਿ ਭਾਈ ਗੁਰਮੁਖੀ ਅੱਖਰ ਜੋ ਹੈ ਭਾਈ, ਸਿੰਘ ਸਿੰਘ ਤੇ ਸਿੱਖੇ ਜਾਈ। ਉਹ ਭਾਈ ਅੰਮ੍ਰਿਤਧਾਰੀ ਸਿੰਘ ਦੇ ਕੋਲੋਂ ਹੀ ਸਿੱਖਣੇ ਚਾਹੀਦੇ ਹੈ। ਤੇ ਮਹਾਰਾਜ ਇੱਥੇ ਜਿਹੜੇ 52 ਹੁਕਮ ਕੀਤੇ ਉਹਨਾਂ ਵਿੱਚ ਇਹ ਆਗਿਆ ਕੀਤੀ ਹੈ ਕਿ ਭਾਈ ਜੇ ਥੋੜਾ ਕਚਿਆਈ ਹੈ ਨਾ, ਢਲਿਆਈ ਹੈ ਨਿਸ਼ਚੇ ਵਿੱਚ, ਫਿਰ ਅਨਮਤੀਆਂ ਦੇ ਗ੍ਰੰਥ ਨਹੀਂ ਪੜ੍ਹਨੇ ਚਾਹੀਦੇ, ਗੁਰਮਤ ਦੇ ਗ੍ਰੰਥ ਪੜ੍ਹਨੇ ਚਾਹੀਦੇ ਉਹਨੂੰ। ਕਿਉਂਕਿ ਜਿਹੋ ਜੀ ਕਿਤਾਬ ਪੜ੍ਹੇ ਨਾ, ਕਈ ਸਵੇਰੇ ਕਿਤਾਬ ਪੜ੍ਹ ਲੈਂਦੇ ਆ, ਕਿਸੇ ਮਸ਼ੀਨਰੀ ਵਾਲੇ ਦੀ ਮਸ਼ੀਨਰੀ ਬਣ ਜਾਂਦੇ ਆ, ਦੁਪਹਿਰੇ ਟਕਸਾਲ ਦੀ ਪੜ੍ਹ ਲੈਣ ਟਕਸਾਲੀ ਬਣ ਜਾਂਦੇ ਆ, ਸ਼ਾਮ ਨੂੰ ਹੋਰ ਹੀ ਬਣ ਜਾਂਦੇ ਆ। ਜਿਹੋ ਜੀ ਕਿਤਾਬ ਪੜ੍ਹਦੇ ਉਹੋ ਜਿਹੇ ਬਣ ਜਾਂਦੇ ਆ। ਇਸ ਤਰ੍ਹਾਂ ਨਹੀਂ ਹੈ।
ਜਿਹਦੇ ਅੰਦਰ ਸਾਧ ਸੰਗਤ ਜੀ, ਕਿਉਂਕਿ ਜਿਹੜੇ ਗੁਰਸਿੱਖ ਨਿਸ਼ਚੇ ਵਾਲੇ ਐ ਉਹਨਾਂ ਨੂੰ ਮਹਾਰਾਜ ਨੇ ਕਿਹਾ ਅਨਮਤੀਆਂ ਦੇ ਗ੍ਰੰਥ ਵੀ ਪੜ੍ਹਨੇ ਚਾਹੀਦੇ ਐ, ਪਰ ਨਿਸ਼ਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਖਾਲਸਾ ਜੀ ਸਦਾ ਰੱਖਣਾ, ਇਹ ਮਹਾਰਾਜ ਆਗਿਆ ਕੀਤੀ ਹੈ। ਤੇ ਹੋਰ ਗ੍ਰੰਥ ਜਿਹੜੇ ਪੜ੍ਹਨੇ ਆ ਜ਼ਰੂਰੀ ਆ, ਉਹ ਵੀ ਪੜ੍ਹਨੇ ਚਾਹੀਦੇ, ਵੇਖਣਾ ਚਾਹੀਦਾ ਨਾ ਕਿ ਕੀ ਕਿਸੇ ਪੈਗੰਬਰ ਨੇ ਆਪਣੀ ਉਮਤ ਨੂੰ ਦਿੱਤਾ, ਕਿਉਂਕਿ ਗੁਆਂਢੀ ਵੱਲ ਵੇਖ ਕੇ ਪਤਾ ਲੱਗਦਾ ਕਿ ਅਸੀਂ ਕਿੰਨੇ ਅਮੀਰ ਤੇ ਗਰੀਬ ਆ। ਜਦੋਂ ਦੂਜੇ ਧਰਮਾਂ ਦਾ ਤੁਸੀਂ ਅਧਿਐਨ ਕਰੋਗੇ ਨਾ, ਤੁਹਾਨੂੰ ਪਤਾ ਲੱਗ ਜਾਣਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿੰਨਾ ਅਮੀਰ ਵਿਰਸਾ ਸਾਨੂੰ ਦਿੱਤਾ ਹੈ, ਗੁਰੂ ਨਾਨਕ ਸਾਹਿਬ ਨੇ ਸਾਨੂੰ ਕੀ ਬਖਸ਼ਿਸ਼ਾਂ ਕੀਤੀਆਂ, ਫਿਰ ਪਤਾ ਲੱਗੇਗਾ। ਤੋ ਇਹ ਮਹਾਰਾਜ ਸਾਹਿਬ ਦੀ ਆਗਿਆ ਕੀਤੀ ਹੈ ਕਿ ਭਾਈ ਜਦੋਂ ਵਿਦਿਆ ਸੰਸਕਾਰ ਇਹ ਆਪਣੇ ਬੱਚਿਆਂ ਨੂੰ, ਕਿਉਂਕਿ ਵਿਦਿਆ ਜਿਹੜਾ ਹੈ ਨਾ ਤੀਸਰਾ ਨੇਤਰ ਮੰਨਿਆ ਜਾਂਦਾ ਹੈ, ਵਿਦਿਆ ਤੋਂ ਬਿਨਾਂ ਪਸ਼ੂ ਜਾਣਿਆ ਜਾਂਦਾ ਹੈ, ਬੜਾ ਵਿਸਥਾਰ ਹੈ ਇਸ ਪ੍ਰਕਰਨ ਦਾ। ਤੋ ਵਿਦਿਆ ਜ਼ਰੂਰ ਪੜਾਉਣੀ ਚਾਹੀਦੀ ਹੈ। ਬ੍ਰਹਮ ਵਿਦਿਆ, ਗੁਰਮੁਖੀ ਅੱਖਰ, ਸਤਿਗੁਰਾਂ ਜੀ ਦੀ ਸੰਥਿਆ ਬਾਣੀ ਦੀ ਸੀ, ਦਸਮ ਬਾਣੀ ਦੀ ਸੰਥਿਆ, ਤੋ ਭਾਈ ਗੁਰਦਾਸ ਜੀ ਦੀਆਂ 12 ਸਰਬਲੋ ਪ੍ਰਕਾਸ਼ ਦੀ ਸੰਥਿਆ, ਹੋਰ ਜਿੰਨੇ ਸਤਿਗੁਰੂ ਜੀ ਨੇ ਰਹਿਤਨਾਮੇ ਦੱਸੇ ਹੈ, ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਹਨ, ਕਵਿੱਤ ਸਵਈਏ ਹਨ ਭਾਈ ਗੁਰਦਾਸ ਜੀ ਦੇ, ਇਹ ਸਾਰੇ ਗ੍ਰੰਥ ਜਿਹੜੇ ਸਾਧ ਸੰਗਤ ਜੀ ਜ਼ਰੂਰ ਇਹਨਾਂ ਦਾ ਅਧਿਐਨ ਕਰਨਾ ਚਾਹੀਦਾ ਹੈ। ਸਿੰਘ ਤੋਂ ਅੰਮ੍ਰਿਤਧਾਰੀ ਤੋਂ ਪੜ੍ਹਨੇ ਚਾਹੀਦੇ ਹੈ। ਤੇ ਫਿਰ ਕੋਈ ਕਥਾ ਕਰਦੇ ਆ, ਕਿਉਂਕਿ ਗੁਰਮਤਿ ਵਿਦਿਆ ਦੇ ਅੰਦਰ ਇਹ ਦੱਸਿਆ ਜਾਂਦਾ ਹੈ ਕਿ ਹੋਰਨਾਂ ਧਾਰਮਾਂ ਦੇ ਗ੍ਰੰਥ ਜਿਹੜੇ ਉਹ ਵੀ ਪੜ੍ਹੇ ਦੀ ਹੈ, ਵਿਦਾਂਤ ਵੀ ਪੜ੍ਹਨਾ ਜ਼ਰੂਰੀ ਹੈ। ਪੜ੍ਹ ਕੇ ਵੇਖੋ ਕੀ ਦੱਸਿਆ ਉਹਦੇ ਅੰਦਰ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਪੰਕਤੀ ਵਿੱਚ ਹੀ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਰਾ ਵਿਦਾਂਤ ਸਮੇਟ ਦਿੱਤਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਾਣੀ ਕੁੱਜੇ 'ਚ ਸਮੁੰਦਰ ਵਾਂਗ ਹੈ ਸਾਧ ਸੰਗਤ ਜੀ, ਏਡਾ ਵੱਡਾ ਮਹਾਰਾਜ ਨੇ ਸਾਨੂੰ ਖਜ਼ਾਨਾ ਬਖਸ਼ਿਸ਼ ਕੀਤਾ ਹੈ। ਤੋ ਜਿਹੜਾ ਹੈ ਚੌਥਾ ਸੰਸਕਾਰ ਇਹ ਹੈ ਆਨੰਦ ਸੰਸਕਾਰ। ਜਦੋਂ ਬੱਚਾ ਵਿਆਹੁਣ ਦੇ ਯੋਗ ਹੋਵੇ, ਫਿਰ ਸਾਧ ਸੰਗਤ ਜੀ ਗੁਰਮਤਿ ਦੇ ਅਨੁਸਾਰ ਉਹਨਾਂ ਦਾ ਜਿਹੜਾ ਹੈ ਨਾ ਨਾਤਾ ਕਰਨਾ, ਢੁਕਦੀ ਥਾਂ ਵੇਖ ਕਰਕੇ, ਗੁਰੂ ਕੀ ਸਿੱਖੀ ਵੇਖ ਕਰਕੇ ਜਦੋਂ ਜਿਹੜਾ ਰਿਸ਼ਤਾ ਕਰਨਾ ਹੈ, ਤੇ ਫਿਰ ਸਾਧ ਸੰਗਤ ਜੀ ਉਹਦੇ ਲਈ ਅਰਦਾਸ ਕਰਨੀ ਚਾਹੀਦੀ ਹੈ। ਮੰਗਣੀ ਆਦਿਕ, ਜਿਵੇਂ ਕੋਈ ਹੋਰ ਠਾਕਾ ਆਦਿਕ ਸ਼ਬਦ ਵੀ ਰੋਕਾ ਆਦਿਕ ਬੜੇ ਰੱਖਦੇ ਹੈ। ਗੁਰਮਤਿ ਦੇ ਅੰਦਰ ਤਾਂ ਸਾਧ ਸੰਗਤ ਜੀ ਕੁੜਮਾਈ ਹੈ ਤੇ ਵਿਵਾਹ ਹੈ, ਇਹ ਦੋ ਸ਼ਬਦ ਮਹਾਰਾਜ ਜੀ ਨੇ ਆਖੇ ਹੈ। ਤੇ ਜਦੋਂ ਇਹ ਰਸਮ ਕਰਨੀ ਹੈ ਤੇ ਉਹ 5 ਰੁਪਈਏ ਕੰਘਾ, ਕੜਾ ਤੇ ਕਿਰਪਾਨ, ਇੱਕ ਗੁਟਕਾ ਸਾਹਿਬ, ਇਹ ਜਿਹੜਾ ਹੈ ਲੜਕੀ ਵਾਲਿਆਂ ਵੱਲੋਂ ਵੀ ਤੇ ਲੜਕੇ ਵਾਲਿਆਂ ਵੱਲੋਂ ਵੀ ਇੱਕ ਦੂਸਰੇ ਨੂੰ ਭੇਟ ਕਰਨਾ ਚਾਹੀਦਾ ਹੈ। ਹੋਰ ਕਈ ਮਨਮਤਾਂ ਅੱਜ ਕੱਲ੍ਹ ਚੱਲ ਚੁੱਕੀਆਂ, ਮੂੰਹ ਨੂੰ ਛੁਹਾਰੇ ਲਾਉਣੇ ਜਾਂ ਝੂਠ ਆਦਿਕ ਇਹੋ ਜਿਹਾ, ਇਹ ਸਤਿਗੁਰਾਂ ਜੀ ਨੇ ਸਭ ਮਨਾਹੀ ਕੀਤੀ ਹੋਈ ਹੈ। ਜਿਵੇਂ ਜਿਹੋ ਜਿਹਾ ਢੁਕਦਾ ਦਿਨ ਦੋਵਾਂ ਨੂੰ ਲੱਗੇ, ਉਸ ਦਿਨ ਦੇ ਉੱਤੇ ਸਾਧ ਸੰਗਤ ਜੀ ਆਨੰਦ ਕਾਰਜ ਦਾ ਜਿਹੜਾ ਨਾ ਉਹ ਸਮਾਂ ਨਿਯਤ ਕਰ ਲੈਣਾ ਚਾਹੀਦਾ ਹੈ। ਪਰ ਬੜੀ ਔਖੀ ਗੱਲ ਹੈ, ਹੋਰਨਾਂ ਤੇ ਕਿਸੇ ਨੂੰ ਕੀ ਕਹਿਣਾ। ਗੁਰੂ ਘਰ ਵਿੱਚ ਕਈ ਸੇਵਾ ਕਰਦੇ ਆ, ਚੰਗੇ ਅਹੁਦਿਆਂ ਤੇ ਵੀ, ਤੇ ਪੰਡਤਾਂ ਦੇ ਕੋਲੋਂ ਕੁੜੀਆਂ ਦੀ ਉਹ ਕੁੰਡਲੀ ਦੀ ਜੀ ਪੁੱਛ ਕੇ ਜੀ ਇਹ ਤੇ ਮੰਗਲੀਕ ਐ, ਅਸੀਂ ਨਹੀਂ ਵਿਆਹਣੀ। ਤੋ ਗੁਰੂ ਘਰ 'ਚ ਤੁਸੀਂ ਸੇਵਾ ਕਰਦੇ, ਭਰੋਸਾ ਦਸਵੇਂ ਪਾਤਸ਼ਾਹ ਤੇ ਹੈ ਨਹੀਂ, ਪੰਡਤ ਤੇ ਹੈ ਕਿ ਮੰਗਲੀਕ ਹੈ ਤੇ ਉਹ ਇਹੋ ਜਿਹਾ ਤੇ ਕੁੰਡਲੀ ਨਹੀਂ ਰਲਦੀ ਅਖੇ। ਤੇ ਇਹ ਸਾਧ ਸੰਗਤ ਜੀ ਵੇਖੋ, ਮਹਾਰਾਜ ਨੂੰ ਛੱਡ ਕਰਕੇ ਤੇ ਪੰਡਤਾਂ ਤੇ ਭਰੋਸਾ ਕਰਨਾ, ਫਿਰ ਮਹਾਰਾਜ ਨੇ ਕਿਹਾ ਵਿਪਰਨ ਕੀ ਰੀਤ ਵਾਲੀ ਗੱਲ ਹੈ ਨਾ। ਤੇ ਸਤਿਗੁਰਾਂ ਜੀ ਦੇ ਭਾਈ ਅੱਗੇ ਅਰਦਾਸ ਕਰਨੀ ਚਾਹੀਦੀ ਹੈ। ਸ਼੍ਰੀ ਮੁਖ ਵਾਕ ਲੈ ਕੇ ਹੀ ਗੁਰਸਿੱਖ ਜਿਹੜੇ ਆ ਉਹ ਮਹਾਰਾਜ ਜੀ ਤੋਂ ਆਗਿਆ ਲੈ ਕਰਕੇ ਕਾਰਜਾਂ ਨੂੰ ਕਰਦੇ ਆ। ਤੇ ਮਹਾਰਾਜ ਨੇ ਫਿਰ ਕਿਹਾ, ਬਚਨ ਕਹੇ ਹੈ ਕਿ ਕੀਤਾ ਲੋੜੀਏ ਕੰਮ, ਸੁਹਾਰ ਪਏ ਆਖੀਏ। ਫਿਰ ਕੀ ਹੋਵੇਗਾ, ਕਾਰਜ ਦੇ ਸੁਹਾਰ, ਸਤਿਗੁਰ ਸੱਚ ਸਾਖੀ ਹੈ। ਤੇ ਜੇ ਬ੍ਰਾਹਮਣ ਦੇ ਕੋਲ ਕੀਤਾ ਲੋੜੀਏ ਕੰਮ ਆਖੋਗੇ ਤੇ ਕਾਰਜ ਕਿੱਥੋਂ ਸੌਰਨੇ, ਫਿਰ ਉਹਨ ਤੇ ਆਪਣੀ ਦਕਸ਼ਣਾ ਲੈ ਕੇ ਕਹਿਣਾ ਜਾਓ ਜੀ ਤੇ ਆਓ ਜੀ, ਹੋਰ ਕੀ ਉੱਥੇ ਹੋਵੇਗਾ। ਤੋ ਇਸ ਕਰਕੇ ਜਦੋਂ ਵਿਵਾਹ ਵਾਲਾ ਦਿਨ ਨਿਯਤ ਕੀਤਾ ਹੋਵੇ, ਉਦੋਂ ਸਾਧ ਸੰਗਤ ਜੀ ਕੀ ਹੈ ਕਿ ਆਨੰਦ ਕਾਰਜ ਦੇ ਵੇਲੇ ਉਹ ਜਦੋਂ ਤਿਉਰੀ ਕਰਦਿਆਂ ਵੀ ਕਾਫੀ ਪੰਜਾਬ 'ਚ ਵੀ ਸਾਧ ਸੰਗਤ ਜੀ ਮਨਮਤਾਂ ਵਟਣੇ ਮਲਣੇ, ਉਹ ਚੱਪਣੀਆਂ ਭੰਨਣੀਆਂ, ਕਈ ਕੁਛ ਕਰਨਾ, ਇਹ ਸਭ ਮਨਮਤਾਂ ਹੀ ਹੈ। ਗੁਰਦੁਆਰੇ ਸਾਹਿਬ ਅਰਦਾਸ ਕਰਕੇ ਤੁਰਨਾ ਚਾਹੀਦਾ। ਆਨੰਦ ਕਾਰਜ ਵੇਲੇ ਬੜੀ ਸਾਦਗੀ ਦੇ ਸਹਿਤ ਇਹੋ ਜਿਹਾ ਕਰਮ ਨਹੀਂ ਕਰਨਾ ਚਾਹੀਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਹੋਵੇ। ਕੋਈ ਲੜਕੀ ਦੇ ਉੱਤੇ ਹੀ ਉਹ ਕਹਿੰਦੇ ਲਾਵਾਂ ਵੇਲੇ ਚੰਦੋਆ ਲਾ ਕੇ ਆਖੇ ਜੀ ਮਹਾਰਾਜ ਸਾਹਿਬ ਜੀ ਤੇ ਚੰਦੋਆ ਲਾਈਦਾ ਕਿ ਲੜਕੀ ਲੜਕੇ ਤੇ ਲਾਈਦਾ ਬਈ, ਫਿਰ ਵੱਖਰੀ ਵਿਛਾਈ ਆਖੇ ਕਰਨੀ ਹੈ ਸੰਗਤ ਨਾਲੋਂ। ਇਹੋ ਜਿਹੇ ਸਾਧ ਸੰਗਤ ਜੀ ਕਰਮ ਨਹੀਂ ਕਰਨੇ ਚਾਹੀਦੇ ਜਿਹਦੇ ਨਾਲ ਗੁਰੂ ਸਾਹਿਬ ਦੇ ਸਤਿਕਾਰ 'ਚ ਫਰਕ ਪਵੇ।
ਸਤਿਗੁਰੂ ਜੀ ਦਾ ਸਤਿਕਾਰ ਸਿੱਖ ਨੂੰ ਮੁੱਖ ਰੱਖਣਾ ਚਾਹੀਦਾ। ਤੇ ਇਹ ਆਨੰਦ ਕਾਰਜ ਦੀ ਰਸਮ ਬਹੁਤ ਵਿਸਥਾਰ ਹੈ ਇਹਦਾ। ਗੁਰਮਤਿ ਅਨੁਸਾਰ ਕਰਨੀ, 4 ਪਰਿਕਰਮਾ ਕਰਨੀਆਂ, ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੀਆਂ ਲਾਵਾਂ ਦਾ ਪਾਠ ਸਰਵਣ ਕਰਨਾ। ਅੱਜ ਕੱਲ ਕਈ ਇਹੋ ਜਿਹੇ ਆ ਕਹਿੰਦੇ ਕਿ ਖਲੋ ਕੇ ਅਖੇ ਲਾਮ ਸਰਨ ਕਰਨੀ ਹੈ ਫਿਰ ਪਰਿਕਰਮਾ ਕਰਨੀ ਜਦੋਂ ਰਾਗੀ ਸਿੰਘ ਅਖੇ ਸ਼ਬਦ ਪੜ੍ਹਨਗੇ, ਜਾਂ ਕਈ ਕਹਿੰਦੇ ਆ ਬਹਿ ਕੇ ਕਿਉਂਕਿ ਅਖੇ ਲੜਕੀ ਕੋਲੋਂ ਤੁਰਿਆ ਨਹੀਂ ਜਾਂਦਾ। ਤੇ ਕਈ ਸਾਧ ਸੰਗਤ ਜੀ ਉਹ ਟੀਮ ਜੀ ਖਿਲਾਰ ਦਿੰਦੇ ਆ ਦੁਆਲੇ, ਅਖੇ ਜੀ ਲੜਕੀ ਦੇ ਭਰਾ ਵਾ ਤੋਰਨ ਲੱਗੇ ਆ ਬਈ ਹੁਣ ਇਹ ਭੱਜ ਚੱਲੀਏ ਪਾਸੇ ਨੂੰ, ਤੁਸੀਂ ਇਹੋ ਜਿਹੀਆਂ ਮਨਮਤਾਂ ਕਰਦੇ ਆ। ਤੋ ਕਦਾਚਿਤ ਵੀ ਫੜ ਕੇ ਨਹੀਂ ਉਹਨੂੰ ਤੋਰਨਾ ਚਾਹੀਦਾ, ਆਪਣੇ ਪੈਰਾਂ ਨਾਲ ਤੁਰਨਾ ਚਾਹੀਦਾ। ਉਹ ਘੁੰਡ ਕੱਢ ਲੈਣਾ ਜਿਹਦੇ ਨਾਲ ਗੁਰੂ ਸਾਹਿਬ ਦਾ ਦਰਸ਼ਨ ਵੀ ਨਾ ਹੋਵੇ, ਤੋ ਘੁੰਡ ਆਦਿਕ ਨਹੀਂ ਕੱਢਣਾ ਚਾਹੀਦਾ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਮਨਾਹੀਆਂ ਕੀਤੀਆਂ ਨੇ, ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਪ੍ਰਥਾ ਸਤੀ ਦੀ ਤੇ ਘੁੰਡ ਕੱਢਣ ਦੀ ਗੁਰੂ ਅਮਰਦਾਸ ਸਾਹਿਬ ਜੀ ਨੇ ਬੰਦ ਕੀਤੀ ਸੀ ਸੱਚੇ ਪਾਤਸ਼ਾਹ ਨੇ। ਤੋ ਇਸ ਕਰਕੇ ਬਹੁਤ ਜ਼ਿਆਦਾ ਜ਼ਿਕਰ ਹੈ, ਪਰ ਮੈਂ ਸੰਖੇਪ ਵਿੱਚ ਹੀ ਬੇਨਤੀ ਕੀਤੀ ਹੈ। ਸਤਿਗੁਰਾਂ ਜੀ ਦੀ ਆਗਿਆ ਦਾ ਪਾਲਣ ਕਰਨਾ, ਘਰ ਵਿੱਚ ਆ ਕੇ ਪਾਣੀ ਵਾਰ ਕੇ ਪੀਣੇ ਤੇ ਉਹ ਗਾਨੇ ਆਦਿਕ ਖੇਡਣੇ, ਇਹ ਸਭ ਪਖੰਡੀ ਹੈ, ਕੋਈ ਗੁਰਮਤ ਨਹੀਂ ਹੈ। ਤੋ ਕਈ ਰੁੱਖਾਂ ਜਠੇਰਿਆਂ ਨੂੰ ਮੱਥੇ ਟੇਕਣ ਲੈਣ ਨੂੰ ਤੁਰ ਪੈਂਦੇ ਆ ਵੀ ਚਲੋ ਉੱਥੇ ਵਡੇਰੇ ਨੂੰ ਮੱਥਾ ਟੇਕ ਆਈਏ। ਭਾਈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਹੀ ਆ ਕੇ ਸ਼ੁਕਰਾਨਾ ਕਰਨਾ ਚਾਹੀਦਾ। ਸਿੱਖ ਦੇ ਜਨਮ ਤੋਂ ਲੈ ਕਰਕੇ ਮਰਨ ਤੱਕ ਸਾਰੇ ਕਾਰਜ ਗੁਰੂ ਸਾਹਿਬ ਦੀ ਬਾਣੀ ਤੋਂ ਆਰੰਭ ਹੁੰਦੇ ਤੇ ਗੁਰੂ ਸਾਹਿਬ ਦੀ ਬਾਣੀ ਤੇ ਸੰਪੂਰਨ ਹੁੰਦੇ ਹੈ। 5ਵਾਂ ਸੰਸਕਾਰ ਹੈ ਅੰਤਮ ਸੰਸਕਾਰ। ਜਦੋਂ ਵਾਹਿਗੁਰੂ ਦੇ ਹੁਕਮ ਅਨੁਸਾਰ ਪੁਰਾਣੀ ਚੜ੍ਹਾਈ ਕਰਨ ਵਾਲਾ ਹੋਵੇ ਜਾਂ ਉਹਦੇ ਚੜ੍ਹਾਈ ਕਰ ਗਿਆ ਹੋਵੇ, ਨਜ਼ਦੀਕ ਬਾਣੀ ਪੜ੍ਹਨੀ ਚਾਹੀਦੀ ਹੈ। ਤੇ ਸਾਧ ਸੰਗਤ ਜੀ, ਜੇ ਧਾਹਾਂ ਮਾਰੋਗੇ ਰੋਵਾਂਗੇ ਤੇ ਉਹਦੇ ਨਾਲ ਕੀ ਹੈ ਕਿ ਉਸ ਰੂਹ ਨੂੰ ਸਤਿਗੁਰੂ ਜੀ ਕਹਿੰਦੇ ਭਾਈ ਬੜਾ ਦੁੱਖ ਹੁੰਦਾ ਪਰਲੋਕ ਦੇ ਰਾਹ ਤੇ। ਮਹਾਰਾਜ ਜੀ ਨੇ ਆਗਿਆ ਕੀਤੀ ਹੈ ਕਿ ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ। ਮਹਾਰਾਜ ਕੀ ਕਰਨਾ ਚਾਹੀਦਾ? ਮੈਂ ਪਿੱਛਾ ਕੀਰਤਨ ਕਰਿਓ ਨਿਰਵਾਣ ਜੀਓ। ਇਹ ਸੱਚੇ ਪਾਤਸ਼ਾਹ ਜੀ ਨੇ ਆਗਿਆ ਕੀਤੀ। ਤੇ ਜਦੋਂ ਸਾਧ ਸੰਗਤ ਜੀ ਅੰਤਮ ਸੰਸਕਾਰ ਕਰਨਾ ਹੈ ਨਾ, ਉਸ ਸਮੇਂ ਜਿਹੜਾ ਹੈ ਇਸ਼ਨਾਨ ਕਰਾਉਂਦਿਆਂ ਪੂਰੀ ਇਹ ਖਿਆਲ ਰੱਖਣਾ ਕਿ ਜਿਵੇਂ ਉਹਨੇ ਜਿਉਂਦਿਆਂ ਰਹਿਤ ਰੱਖੀ ਹੈ ਨਾ, ਉਵੇਂ ਉਹਦੇ ਕਕਾਰਾਂ ਨੂੰ ਉਹਦੇ ਸਰੀਰ ਤੋਂ ਨਹੀਂ ਵਿਸਰਨ ਦੇਣਾ। ਕਕਾਰ ਜਿਹੜੇ ਉਵੇਂ ਸਰੀਰ ਤੇ ਬਹਾਲ ਰੱਖਣੇ ਹੈ, ਉਵੇਂ ਗਿੱਲਾ ਪਹੁੰਚਾ ਉਤਾਰ ਕੇ ਕਛਹਿਰੇ ਦਾ ਸੁੱਕਾ ਪਹਿਨਾਉਣਾ ਹੈ ਤੇ ਕਛਹਿਰਾ ਉਹਦਾ ਵੱਖ ਨਹੀਂ ਕਰਨਾ, ਕਕਾਰ ਉਹਦੇ ਭੰਗ ਨਹੀਂ ਕਰਨੇ, ਰਹਿਤ 'ਚ ਫਰਕ ਨਹੀਂ ਪੈਣ ਦੇਣਾ। ਇਉਂ ਸਮੇਤ ਕੇਸ਼ੀ ਇਸ਼ਨਾਨ ਕਰਕੇ ਫਿਰ ਉਵੇਂ ਹੀ ਦਸਤਾਰਾ ਸਜਾਉਣਾ ਤੇ ਜਿਹੜਾ ਹੈ ਸੀਤਾ ਹੋਇਆ ਬਸਤਰ ਪਹਿਨਾਉਣਾ, ਅਣਸੀਤੇ ਬਸਤਰਾਂ ਵਿੱਚ ਨਹੀਂ ਲਪੇਟ ਦੇਈਦਾ। ਤੇ ਫਿਰ ਇੱਕ ਕਛਹਿਰਾ ਪਰਨਾ ਵੱਧ ਲੱਕ ਨਾਲ ਕਮਰ ਕੱਸੇ ਕਰੀਦਾ ਹੈ। ਕਈ ਬੜਾ ਕਿੰਤੂ ਕਰਦੇ ਉਹ ਤੇ ਇੱਥੇ ਹੀ ਸੜ ਜਾਣਾ, ਗਾਂ ਤਾਂ ਉਹ ਜਾਣਾ ਨਹੀਂ ਹੈ। ਉਹ ਭਾਈ ਗਾਂ ਦੀ ਗੱਲ ਨਾ ਤੁਹਾਨੂੰ ਪਤਾ ਹੈ ਨਾ ਸਾਨੂੰ ਪਤਾ ਹੈ, ਪਰ ਅਸੀਂ ਗੁਰੂ ਸਾਹਿਬ ਦੇ ਕਹੇ ਤੇ ਨਿਸ਼ਚਾ ਕਰਦੇ ਹਾਂ ਕਿ ਜੋ ਮਹਾਰਾਜ ਆਗਿਆ ਕੀਤੀ ਹੈ ਅੱਗਾ ਤਾਂ ਭਾਈ ਮਹਾਰਾਜ ਜਾਣਦੇ ਆ ਸੱਚੇ ਪਾਤਸ਼ਾਹ ਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਗੁਰਸਿੱਖਾਂ ਦੇ ਉੱਤੇ ਬ੍ਰਹਮ ਦ੍ਰਿਸ਼ਟੀ ਦਿਵ ਦ੍ਰਿਸ਼ਟੀ ਪਾ ਦਿੰਦੇ ਆ, ਸਤਿਗੁਰੂ ਜੀ ਦੇ ਉਹ ਸਿੱਖ ਵੀ ਵੇਖ ਲੈਂਦੇ ਆ ਫਿਰ ਅਗਲੀ ਸਾਰੀ ਗੱਲ ਨੂੰ। ਤੋ ਸਾਧ ਸੰਗਤ ਜੀ, ਮਹਾਰਾਜ ਦੀ ਆਗਿਆ ਮੰਨਣੀ ਚਾਹੀਦੀ ਹੈ। ਸਭ ਤੋਂ ਉੱਤਮ ਹੈ ਹੁਕਮ ਮੰਨਣਾ ਤੇ ਹੁਕਮ ਦੇ ਅੱਗੇ ਹੁਜਤਾਂ ਨਹੀਂ ਕਰਨੀਆਂ ਚਾਹੀਦੀਆਂ। ਉਹ ਕਛਹਿਰਾ ਪਰਨਾ ਵੱਧ ਲੱਕ ਨਾਲ ਕਮਰ ਕੱਸੇ ਕਰਕੇ ਵਿਮਾਨ ਤਿਆਰ ਕਰਕੇ ਗੁਰਦੁਆਰਾ ਸਾਹਿਬ ਹੋਵੇ ਰਸਤੇ 'ਚ ਗੁਰੂ ਘਰ ਅਰਦਾਸ ਕਰਕੇ ਅੱਗੇ ਤੁਰਨਾ ਚਾਹੀਦਾ। ਤੇ ਫਿਰ ਸਾਧ ਸੰਗਤ ਜੀ, ਜੇ ਰਾਗੀ ਸਿੰਘ ਹੋਣ ਤਾਂ ਅੱਗੇ ਕੀਰਤਨ ਕਰਦੇ ਜਾਣ, ਜੇ ਰਾਗੀ ਸਿੰਘ ਨਾ ਹੋਣ ਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਹੋਇਆਂ ਸ਼ਮਸ਼ਾਨ ਭੂਮਿਕਾ ਤੱਕ ਜਾਣਾ। ਰਾਗੀ ਸਿੰਘ ਹੋਣ ਬਰਾਗਮਈ ਸ਼ਬਦ ਪੜ੍ਹੇ ਜਾਣ, ਜੇ ਨਹੀਂ ਤਾਂ ਫਿਰ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਹੀ ਜਪਜੀ ਸਾਹਿਬ ਦਾ ਪਾਠ ਫਿਰ ਸ਼ੁਰੂ ਹੋਵੇ। ਜਦੋਂ ਚੰਡਾ ਜਿਹੜਾ ਹੈ ਚਿਖਾ ਤਿਆਰ ਕਰਨੀ ਹੈ, ਚਿਖਾ ਤਿਆਰ ਹੋਣ ਤੇ ਫਿਰ ਸਰੀਰ ਨੂੰ ਦੇਹੀ ਨੂੰ ਵਿੱਚ ਰੱਖ ਕਰਕੇ ਉਹ ਲੱਕੜਾਂ ਉੱਤੇ ਸਜਾ ਕਰਕੇ ਸਾਰੀਆਂ ਜਪਜੀ ਸਾਹਿਬ ਦੇ ਪਾਠ ਤੋਂ ਉਪਰੰਤ ਸੰਪੂਰਨਤਾ ਤੇ ਅਰਦਾਸ ਕਰਕੇ ਫਿਰ ਸਾਧ ਸੰਗਤ ਜੀ ਚੰਡਾ ਲਾਉਣਾ। ਅੱਧਾ ਕੁ ਸੰਸਕਾਰ ਹੋ ਜਾਵੇ ਤਾਂ ਫਿਰ ਕੀਰਤਨ ਸੋਹਲੇ ਦਾ ਪਾਠ ਕਰਨਾ ਤੇ ਗੁਰਦੁਆਰੇ ਸਾਹਿਬ ਆ ਕਰਕੇ 5 ਇਸ਼ਨਾਨਾ ਕਰਨਾ ਚਾਹੀਦਾ, ਘੱਟੋ ਘੱਟ ਜੇ ਹੋ ਸਕੇ ਇਸ਼ਨਾਨ ਸੋਧ ਲੈਣਾ ਚਾਹੀਦਾ। ਅਲਾਹਣੀਆਂ ਦਾ ਪਾਠ ਜਿਹੜਾ ਸਤਿਗੁਰਾਂ ਜੀ ਨੇ ਪ੍ਰਾਣੀ ਦੇ ਨਿਮਿਤ ਉਚਾਰਨ ਕੀਤਾ, ਉਸ ਬਾਣੀ ਦਾ ਪਾਠ ਸਰਵਣ ਕਰਨਾ ਚਾਹੀਦਾ। ਤੇ ਸਾਧ ਸੰਗਤ ਜੀ, ਪ੍ਰਾਣੀ ਦੇ ਨਿਮਿਤ ਕੋਈ 12 13 ਕੋਈ ਚੌਥਾ ਕੋਈ 7ਵਾਂ ਕੋਈ ਕਿਸੇ ਪ੍ਰਕਾਰ ਨਹੀਂ ਕਰਨਾ ਚਾਹੀਦਾ। ਹਜੂਰ ਨੇ 10ਵਾਂ ਕਰਨ ਦੀ ਆਗਿਆ ਦਿੱਤੀ ਹੈ। ਦੁਸ਼ਹਿਰਾ ਮਨਾਉਣਾ ਹੈ। ਜਦੋਂ ਪੁਰਾਣੀ ਚੜ੍ਹਾਈ ਕੀਤਾ ਉਸ ਦਿਨ ਤੋਂ ਉਹ ਜਿਹੜਾ 10ਵਾਂ ਦਿਨ ਬਣਦਾ ਹੈ
ਜੇ ਸਹਿਜ ਪਾਠ ਰੱਖਿਆ ਤਾਂ ਵੀ 10ਵੇਂ ਦਿਨ ਭੋਗ ਪਾਉਣਾ। ਸ਼੍ਰੀ ਅਖੰਡ ਪਾਠ ਸਾਹਿਬ ਵੀ ਉਸ ਤਰੀਕੇ ਨਾਲ ਆਰੰਭ ਕਰਨੇ ਕਿ 10ਵੇਂ ਦਿਨ ਭੋਗ ਪਵੇ। ਤੇ ਇਹ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਗਿਆ ਕੀਤੀ ਤੇ ਜਿਹੜੀ ਰਾਖ ਹੈ ਉਹ ਸਾਰੀ ਇਕੱਤਰ ਕਰਕੇ ਜਲ ਪ੍ਰਵਾਹ ਕਰ ਦੇਣੀ ਚਾਹੀਦੀ ਹੈ। ਕਿਸੇ ਵੀ ਵਗਦੇ ਖੁੱਲੇ ਜਲ ਦੇ ਅੰਦਰ ਵਿੱਚੋਂ ਕਈ ਨਾ ਕੱਚੀ ਲੱਸੀ ਨਾਲ ਉਹ ਹੱਡੀਆਂ ਧੋ ਕੇ ਵੱਖਰੀਆਂ ਤੇ ਬਾਕੀ ਭਾਵੇਂ ਉੱਥੇ ਹੀ ਸਭ ਕੁਝ ਰੁਲਦਾ ਰਵੇ, ਇਵੇਂ ਨਹੀਂ ਆ। ਮਹਾਰਾਜ ਕਿਹਾ ਸਾਰੀ ਰਾਖ ਹੀ ਭਾਈ ਜਿਹੜੀ ਇਕੱਠੀ ਕਰਕੇ ਨਾ ਜਲ ਪ੍ਰਵਾਹ ਕਰ ਦੇਣੀ ਚਾਹੀਦੀ ਹੈ। ਇਹ ਅੰਤਮ ਸੰਸਕਾਰ ਸਤਿਗੁਰਾਂ ਜੀ ਨੇ ਸਾਨੂੰ ਆਗਿਆ ਕੀਤੀ ਹੈ। ਤੇ ਸਾਧ ਸੰਗਤ ਜੀ ਸੰਖੇਪ ਰੂਪ 'ਚ ਇਹ ਬੇਨਤੀ ਕੀਤੀ ਹੈ ਕਿਉਂਕਿ ਸਮਾਂ 15 ਮਿੰਟ 20 ਮਿੰਟ ਆਪਾਂ ਹੋਰ ਲਾਵਾਂਗੇ। ਸ਼ਬਦ ਦੀ ਕਥਾ ਵੀ ਕਰਨੀ ਹੈ। ਨਿਤ ਦੀ ਕਿਰਿਆ ਗੁਰਸਿੱਖ ਦੀ ਕਿਹੋ ਜਿਹੀ ਹੋਣੀ ਚਾਹੀਦੀ ਹੈ, ਇਹ ਬੇਨਤੀ ਕਰਕੇ ਫਿਰ ਆਪਾਂ ਕਥਾ ਆਰੰਭ ਕਰਦੇ ਹਾਂ। ਸਾਧ ਸੰਗਤ ਜੀ ਮਹਾਰਾਜ ਨੇ ਗੁਰਸਿੱਖ ਦੀ ਨਿਤ ਦੀ ਕਿਰਿਆ 52 ਹੁਕਮਾਂ 'ਚ ਹੀ ਕਹਿ ਦਿੱਤੀ ਹੈ। ਜਿਹੜੇ ਸਤਿਗੁਰਾਂ ਜੀ ਨੇ ਇੱਥੇ 52 ਹੁਕਮ ਕੀਤੇ ਆ ਨਾ, ਉਹਨਾਂ ਨੂੰ ਪੜ੍ਹ ਕੇ ਆਪਣੇ ਜੀਵਨ ਦੇ ਅੰਦਰ ਧਾਰਨ ਕਰਨਾ ਚਾਹੀਦਾ। ਇਹੀ ਗੁਰਸਿੱਖ ਦੀ ਨਿਤ ਦੀ ਕਿਰਿਆ। ਉਹਦੇ 'ਚ ਅੰਮ੍ਰਿਤ ਵੇਲੇ ਉੱਠਣ ਦਾ ਮਹਾਰਾਜ ਨੇ ਲਿਖਿਆ। ਫਿਰ ਕਿਹਾ ਕਿ ਜਿਹੜਾ ਅੰਮ੍ਰਿਤ ਵੇਲੇ ਉੱਠਦਾ ਨਹੀਂ ਉਹ ਮੇਰਾ ਪੁੱਤਰ ਨਹੀਂ ਹੋ ਸਕਦਾ, ਜਿਹੜਾ ਸੂਰਜ ਚੜ੍ਹੇ ਉੱਠੇ। ਇਹ ਉਸ 52 ਹੁਕਮਾਂ 'ਚ ਲਿਖਿਆ ਹੋਇਆ ਮਹਾਰਾਜ ਜੀ ਨੇ। ਤੇ ਇੱਕ ਜੀਵਨ ਦੀ ਬੜੀ ਜੁਗਤ ਛੁਪੀ ਹੋਈ ਆ ਉਹਨਾਂ 52 ਹੁਕਮਾਂ ਦੇ ਅੰਦਰ। ਜ਼ਰੂਰ ਉਹਨਾਂ ਨੂੰ ਪੜ੍ਹਨਾ ਤੇ ਵਿਚਾਰਨਾ ਚਾਹੀਦਾ ਕਿ ਮਨਾ ਤੂੰ ਇਹਨਾਂ ਵਿੱਚੋਂ ਸਤਿਗੁਰਾਂ ਜੀ ਦੇ ਕਿੰਨੀ ਕੁ ਆਗਿਆ ਮੰਨਦਾ, ਕਿੰਨੇ ਕੁ ਹੁਕਮ ਮੰਨਦਾ। ਤੋ ਅੰਮ੍ਰਿਤ ਵੇਲੇ ਉੱਠਣਾ, ਅੰਮ੍ਰਿਤ ਵੇਲੇ ਉੱਠ ਕਰਕੇ, ਕਿਉਂਕਿ ਹੁਣ ਕਈਆਂ ਦੇ ਮਨ ਦਾ ਵਿਚਾਰ ਹੁੰਦਾ ਹੈ ਕਿ ਮੈਂ ਹੁਣ ਗੁਰਮੰਤਰ ਜਪਾਂ, 5 ਬਾਣੀਆਂ ਪੜ੍ਹ ਲਾਂ, ਕੀ ਕਰਾਂ। ਉਹ ਸਾਧ ਸੰਗਤ ਜੀ ਵਿਹਾਰ ਮੁਤਾਬਕ ਹੁੰਦਾ ਹੈ। ਜੇ ਤੁਸੀਂ ਦਿਨੇ ਕੋਈ ਕਿਰਤ ਕਰਨੀ ਹੈ ਤੇ ਬਾਣੀ ਪੜ੍ਹਦਿਆਂ ਹੋਇਆਂ ਮਨ ਵਿਚਰਦਿਆਂ ਫਿਰ ਘੱਟ ਟਿਕਦਾ ਹੈ। ਇਸ ਕਰਕੇ ਕੀ ਹੈ ਕਿ ਪਹਿਲਾਂ ਇਸ਼ਨਾਨ ਕਰਕੇ ਆਪਦਾ ਨਿਤਨੇਮ ਜਿੰਨਾ ਹੈ ਉਹ ਕਰ ਲਓ। ਜਿੰਨਾ ਸਮਾਂ ਬਚਦਾ ਫਿਰ ਉਸ ਸਮੇਂ ਵਿੱਚ ਬਹਿ ਕੇ ਗੁਰਮੰਤਰ ਜਪੋ, ਮੂਲ ਮੰਤਰ ਜਪੋ। ਉਹਦਾ ਇਹ ਹੈ ਕਿ ਮੈਂ ਮੰਤਰ ਕਿਹੜਾ ਜਪਾਂ ਜਿਸ ਮੰਤਰ ਦੇ ਅੰਦਰ ਧਿਆਨ ਜ਼ਿਆਦਾ ਟਿਕੇ। ਤੇ ਸਾਧ ਸੰਗਤ ਜੀ ਕੀ ਹੈ ਕਿ ਗੁਰਮੰਤਰ ਜੋ ਹੈ ਨਾ ਉਹ ਛੇਤੀ ਜਿਹੜਾ ਹੈ ਧਿਆਨ ਨੂੰ ਪਕੜ ਲੈਂਦਾ ਹੈ। ਪਰ ਕੀ ਹੈ ਕਿ ਜੇ ਬਿਲਕੁਲ ਨਾ ਟਿਕਦਾ ਹੋਵੇ, ਗੁਰਮੰਤਰ ਦੇ ਸਮੇਂ ਫੁਰਨੇ ਹੀ ਫੁਰਨੇ ਆਈ ਜਾਣ, ਉਹਦੇ ਤੇ ਮਿਹਨਤ ਜ਼ਿਆਦਾ ਫਿਰ ਕਰਨੀ ਪੈਂਦੀ ਹੈ। ਤੇ ਜੇ ਘੱਟ ਮਿਹਨਤ ਕਰਨਾ ਚਾਹੁੰਦੇ ਆ ਤਾਂ ਫਿਰ ਮੂਲ ਮੰਤਰ ਹੈ। ਮੂਲ ਮੰਤਰ ਬਹੁਤ ਜਲਦੀ ਮਨ ਨੂੰ ਜਿਹੜਾ ਹੈ ਉਹ ਸਾਧ ਸੰਗਤ ਜੀ ਵਸੀਕਾਰ ਕਰਦਾ ਹੈ। ਤੇ ਮੂਲ ਮੰਤਰ ਨੂੰ ਜਪ ਕੇ ਗੁਰਸਿੱਖ ਫਿਰ ਗੁਰਮੰਤਰ ਦਾ ਅਭਿਆਸ ਵੀ ਕਰ ਲੈਂਦੇ ਆ। ਇਹ ਜੋ ਸਤਿਗੁਰਾਂ ਸਾਨੂੰ ਬਖਸ਼ਿਸ਼ ਕੀਤੇ ਆ ਨਾ, ਇਹ ਸਭ ਇੱਕ ਰੂਪ ਹੈ। ਫਿਰ ਗੁਰਸਿੱਖ ਨੂੰ ਪਤਾ ਲੱਗ ਜਾਂਦਾ ਜਦੋਂ ਰਸ ਆਉਣ ਲੱਗ ਪੈਂਦਾ ਹੈ, ਸਮਾਂ ਆਪਣੇ ਆਪ ਹੀ ਵਧਣ ਲੱਗ ਪੈਂਦਾ ਹੈ। ਕਿਉਂਕਿ ਜਿਸ ਸਮੇਂ ਵਿੱਚ ਤੁਹਾਨੂੰ ਆਨੰਦ ਆਉਂਦਾ ਹੈ, ਰਸ ਆਉਂਦਾ ਹੈ, ਬੜੀ ਬੇਸਬਰੀ ਨਾਲ ਉਸ ਨੂੰ ਤੁਸੀਂ ਉਡੀਕਦੇ ਆ ਕਿ ਕਦੋਂ ਅੰਮ੍ਰਿਤ ਵੇਲਾ ਆਊਗਾ ਤੇ ਉੱਠਾਂਗੇ, ਭਜਨ ਕਰਾਂਗੇ। ਤੇ ਹੁਣ ਜਦੋਂ ਨਹੀਂ ਦਿਲ ਕਰਦਾ, ਅੱਛਾ ਹੋ ਗਈ ਸਵੇਰ, ਉੱਠੋ, ਮਨ ਮਰਿਆ ਜਿਹਾ, ਫਿਰ ਉੱਠਣਾ ਹੀ ਪੈਣਾ। ਅੱਛਾ, ਇਹ ਕਿਉਂਕਿ ਸਵਾਦ ਨਹੀਂ ਨਾ, ਰਸ ਨਹੀਂ ਬਣਿਆ ਹੈ, ਇਸ ਕਰਕੇ। ਤੇ ਅੰਮ੍ਰਿਤ ਵੇਲੇ ਦਾ ਉੱਠਣਾ, ਜਿਵੇਂ ਸਾਧ ਸੰਗਤ ਜੀ ਸਤਿਗੁਰਾਂ ਜੀ ਨੇ ਕਿਹਾ ਕਿ ਭਾਈ ਕਿਰਿਆ ਸੋਧਣੀ, ਕਿਉਂਕਿ ਕਿਰਿਆ ਨਾ ਸੋਧੀ ਜਾਵੇ ਤੇ ਤਾਂ ਵੀ ਧਿਆਨ ਤਾਂ ਕੀ ਟਿਕਣਾ, ਫਿਰ ਸਰੀਰ 'ਚ ਹੀ ਔਰ ਜਦੋਂ ਪੈ ਜੇ। ਤੇ ਕਿਰਿਆ ਦੀ ਸੋਧ ਵੀ ਜ਼ਰੂਰ ਕਰਨੀ। ਤੇ ਦਾਤਣ ਆਦਿਕ ਜਿਹੜੀ ਆ, ਮੁੱਖ ਮੰਜਣਾ ਆਦਿਕ ਜਿਹੜਾ ਹੈ ਉਹ ਜ਼ਰੂਰ ਕਰਨਾ। ਫਿਰ ਉਸ ਨੂੰ ਪਾੜ ਕੇ ਸੁੱਟਣਾ। ਇਹ ਸਾਰਾ ਮਹਾਰਾਜ ਜੀ ਨੇ ਰਹਿਤਨਾਮਿਆਂ ਵਿੱਚ ਦੱਸਿਆ ਹੋਇਆ। ਤੇ ਫਿਰ ਇਸ਼ਨਾਨ ਸੋਧ ਕਰਕੇ, ਹੋ ਸਕੇ ਤਾਂ ਕੇਸ਼ੀ ਇਸ਼ਨਾਨ ਕਰ ਲਵੇ, ਪਰ ਜੇ ਨਹੀਂ ਹੋ ਸਕੇ ਤਾਂ ਫਿਰ ਇਸ਼ਨਾਨ ਜ਼ਰੂਰ ਸੋਧੇ। ਸਰੀਰ ਕਈ ਵਾਰੀ ਬਿਰਧ ਅਵਸਥਾ ਵਿੱਚ ਢਿਲਾਈ ਸਹਿਤ ਹੋ ਜਾਂਦਾ ਹੈ, ਪਰ ਜੇ ਨਹੀਂ ਵੀ ਇਸ਼ਨਾਨ ਸੋਧਿਆ ਜਾਂਦਾ, ਕਮਾਈ ਜਵਾਨੀ ਵਿੱਚ ਇੰਨੀ ਕੀਤੀ ਹੋਵੇ ਕਿ ਫਿਰ ਬਿਨਾਂ ਇਸ਼ਨਾਨ ਤੋਂ ਵੀ ਸੁਰਤ ਜੁੜਨ ਲੱਗ ਪੈਂਦੀ ਹੈ। ਤੇ ਕਿਉਂਕਿ ਕਈ ਵਾਰੀ ਸਰੀਰ ਬੁਖਾਰ ਆਦਿਕ ਜਾਂ ਕੋਈ ਢਲਿਆਈ ਆਦਿਕ ਹੋਵੇ, ਪਰ ਨਾਮ ਦਾ ਰਸ ਨਹੀਂ ਗੁਰਮੁਖ ਛੱਡਦੇ। ਤੇ ਫਿਰ ਸਾਧ ਸੰਗਤ ਜੀ ਕੀ ਹੈ ਕਿ ਜੇ ਦਿਨੇ ਸਮਾਂ ਹੈਗਾ ਤੇ ਫਿਰ ਅੰਮ੍ਰਿਤ ਵੇਲੇ ਧਿਆਨ ਟਿਕਾ ਕੇ, ਜੇ ਬਹੁਤ ਜ਼ਿਆਦਾ ਇਕਾਗਰਤਾ ਬਣਦੀ ਹੈ ਤੇ ਫਿਰ ਗੁਰਮੰਤਰ ਦੇ ਵਿੱਚ ਹੀ ਆਪਣੀ ਸੁਰਤ ਨੂੰ ਜਿਹੜਾ ਹੈ ਧਿਆਨ ਟਿਕਾ ਕਰਕੇ ਉਹਦਾ ਰਸ ਲਵੇ। ਜੇ ਫੁਰਨੇ ਆਉਂਦੇ ਤੇ ਮੂਲ ਮੰਤਰ ਦਾ ਜਾਪ ਕਰ ਲੇ। ਦਿਨੇ ਫਿਰ ਮਹਾਰਾਜ ਨੇ ਜਿਵੇਂ ਆਗਿਆ ਕੀਤੀ ਹੈ, ਫਿਰ ਚੜ੍ਹਿਆ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਆਪ ਦਾ ਨਿਤਨੇਮ ਕਰੇ, ਸੇਵਾ ਕਰੇ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਆਗਿਆ ਕੀਤੀ ਹੈ। ਤੇ 10 ਨਾਹਾਂ ਦੀ ਕਿਰਤ ਕਰਨੀ ਵੀ ਜ਼ਰੂਰੀ ਹੈ। ਤੇ ਜਦੋਂ ਆਪਣੇ, ਕਿਉਂਕਿ ਮਹਾਰਾਜ ਨੇ 52 ਹੁਕਮਾਂ ਵਿੱਚ ਇਹ ਵੀ ਆਗਿਆ ਕੀਤੀ ਹੈ ਕਿ ਰੋਜ਼ ਕਥਾ ਤੇ ਕੀਰਤਨ ਵੀ ਸੁਣਨਾ ਜਾਂ ਕਰਨਾ, ਇਹ ਮਹਾਰਾਜ ਆਗਿਆ ਕੀਤੀ ਹੈ।
ਤੇ ਗੁਰਮੁਖ ਪਿਆਰੇ ਕਈ ਪੁੱਛਦੇ ਆ ਕਿ ਗਿਆਨੀ ਜੀ ਕਥਾ ਕੀਰਤਨ ਸੁਣਨ ਦੇ ਅੱਜ ਸੋਰਸ ਬੜੇ ਆ, ਪਰ ਮਾਨੀ ਜਿਹੜਾ ਹੈ ਉਹ ਚੁਆਇਸ ਹੀ ਨਹੀਂ ਕਰ ਪਾਉਂਦਾ ਕਿ ਮੈਂ ਕਿਹੜੀ ਕਥਾ ਸੁਣਾ। ਫਲਾਣੇ ਚੈਨਲ ਤੇ ਆ ਰਹੀ ਆ, ਉਸ ਚੈਨਲ ਤੇ ਵੀ ਆ ਰਿਹਾ, ਉੱਥੇ ਕੀਰਤਨ ਆ ਰਿਹਾ ਹੈ, ਮੈਂ ਕਿਹੜਾ ਸੁਣਾ। ਤੋ ਸਾਧ ਸੰਗਤ ਜੀ ਇਹਦੇ ਵਿੱਚ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਆਗਿਆ ਕੀਤੀ ਹੈ, ਗੁਰਮਤ ਦੀ ਮਰਿਆਦਾ ਮੁਤਾਬਕ ਮਹਾਰਾਜ ਨੇ ਕਥਾ ਵੀ ਦੱਸੀ ਹੈ, ਗੁਰਮਤ ਦੀ ਮਰਿਆਦਾ ਮੁਤਾਬਕ ਕੀਰਤਨ ਵੀ ਦੱਸਿਆ ਹੈ। ਤੇ ਉਹਦਾ ਹੁਣ ਸਮਾਂ ਨਹੀਂ ਇੰਨਾ ਕਿ ਮੈਂ ਵਿਸਥਾਰ ਕਰਾਂ। ਤੁਹਾਨੂੰ ਆਪ ਨੂੰ ਵੀ ਖੋਜ ਕਰਨੀ ਚਾਹੀਦੀ ਹੈ ਕਿ ਇਹ ਭਾਈ ਕਥਾ ਸੰਸਾਰ ਦੀ ਹੋ ਰਹੀ ਹੈ ਕਿ ਜਾਂ ਗੁਰਬਾਣੀ ਦੀ ਹੋ ਰਹੀ ਹੈ। ਕੀਰਤਨ ਜਿਹੜਾ ਹੈ ਉਹ ਇੱਧਰ ਉੱਧਰ ਜਾਇਆ ਜਾ ਰਿਹਾ ਕਿ ਜਾਂ ਸ਼ਬਦ ਦੇ ਵਿੱਚ ਕੇਂਦਰਿਤ ਹੋਇਆ ਜਾ ਰਿਹਾ ਹੈ। ਜਿਸ ਜਰੀਏ ਦੇ ਨਾਲ ਤੁਸੀਂ ਸ਼ਬਦ ਵਿੱਚ ਅਭੇਦ ਹੋ ਸਕੋ ਉਹ ਕਥਾ ਤੇ ਕੀਰਤਨ ਨਾਲ ਜੁੜ ਜਾਓ, ਨਿਯਮ ਬਣਾਓ ਰੋਜ਼ ਦਾ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਆਗਿਆ ਕੀਤੀ ਕਿ ਭਾਈ ਧਰਮਸ਼ਾਲਾ ਜਾਣਾ, ਗੁਰਦੁਆਰੇ ਸਾਹਿਬ ਜਾਣਾ, ਦਸਵਾਂ ਦਸਵੰਧ ਕੱਢਣਾ ਤੇ ਕਿਰਤ ਦਸਾਂ ਨੌਹਾਂ ਦੀ ਕਰਨੀ। ਤੋ ਕਦੇ ਕਿਸੇ ਨੂੰ ਕੌੜਾ ਨਹੀਂ ਬੋਲਣਾ, ਮਿੱਠਾ ਬੋਲਣਾ, ਧਰਮ ਦੇ ਅਨੁਸਾਰ ਹਰ ਇੱਕ ਕਾਰਜ ਨੂੰ ਕਰਨਾ, ਕਿਸੇ ਵੀ ਕਾਰਜ ਦੀ ਆਰੰਭਤਾ ਵਿੱਚ ਗੁਰੂ ਸਾਹਿਬ ਦੀ ਆਗਿਆ ਲੈਣੀ ਤੇ ਸ਼ਾਮ ਦੇ ਵਕਤ ਸੋਧਰ ਰਹਿਰਾਜ ਸਾਹਿਬ ਜੀ ਦਾ ਪਾਠ ਕਰਨਾ, ਰਾਤ ਨੂੰ ਕੀਰਤਨ ਸੋਹਿਲੇ ਦਾ ਪਾਠ ਕਰਕੇ ਬਰਾਜਣਾ, ਵਾਹਿਗੁਰੂ ਵਾਹਿਗੁਰੂ ਕਰਦਿਆਂ ਹੋਇਆਂ ਬਰਾਜ ਜਾਣਾ ਤੇ 10 ਪਾਤਸ਼ਾਹੀਆਂ ਨੂੰ ਸਦਾ ਹਾਜ਼ਰ ਨਾਜ਼ਰ ਜਾਣਨਾ। ਜਦੋਂ ਪੁਰਾਤਨ ਗੁਰਸਿੱਖਾਂ ਦੇ ਵਿੱਚ ਇਹ ਵੇਖਿਆ ਸਾਧ ਸੰਗਤ ਜੀ, ਜੋ ਉਹ ਆਪ ਜੀ ਦੇ ਨਾਲ ਸਾਂਝਾ ਕਰਕੇ ਫਿਰ ਕਥਾ ਆਰੰਭ ਕਰਦੇ ਆ। ਕਿਉਂਕਿ ਕਹਿੰਦੇ ਆ ਉੱਠਦਿਆਂ ਸਾਰ ਕੀ ਕਰਨਾ ਚਾਹੀਦਾ ਹੈ, ਭਾਈ ਬਾਅਦ ਚ ਵਰਤਾ ਦਿਓ। ਉੱਠਦਿਆਂ ਸਾਰ ਕੀ ਕਰਨਾ ਚਾਹੀਦਾ ਹੈ? ਤੋ ਸਾਧ ਸੰਗਤ ਜੀ ਗੁਰਸਿੱਖਾਂ ਦਾ ਨਿਯਮ ਹੈ, ਉੱਠਦਿਆਂ ਸਾਰ ਹੀ ਗੁਰਸਿੱਖ ਵਾਹਿਗੁਰੂ ਮੰਤਰ ਜਪਦੇ ਐ, 5 ਵਾਰੀ ਮੂਲ ਮੰਤਰ ਜਪਦੇ ਐ, ਫਿਰ 10 ਪਾਤਸ਼ਾਹੀਆਂ ਦਾ ਨਾਮ ਲੈਂਦੇ ਐ। ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਜਦੋਂ ਸਵੇਰੇ ਉੱਠਦਿਆਂ ਗੁਰ ਮੰਤਰ ਜਪਣਾ, ਮੂਲ ਮੰਤਰ ਜਪਣਾ, ਫਿਰ ਸਾਧ ਸੰਗਤ ਜੀ ਉਹਨਾਂ ਦਾ ਜੀਵਨ ਦਾ ਇਹ ਨਿਯਮ ਸੀ ਕਿ ਉਹ ਇਉਂ ਜਪਿਆ ਕਰਦੇ ਸੀ, ਦੋਵੇਂ ਹੱਥ ਜੋੜ ਕੇ ਧੰਨ ਧੰਨ ਜਾਗਦੀ ਜੋਤ ਗੁਰੂ ਨਾਨਕ ਸਾਹਿਬ ਜੀ, ਇਉਂ ਧੰਨ ਧੰਨ ਜਾਗਦੀ ਜੋਤ ਗੁਰੂ ਅੰਗਦ ਸਾਹਿਬ ਜੀ, ਇਉਂ 10 ਪਾਤਸ਼ਾਹੀਆਂ ਦਾ ਨਾਮ ਪਿਆਰ ਨਾਲ ਉਹ ਸਵੇਰੇ ਲਿਆ ਕਰਦੇ। ਫਿਰ ਆਪਣੀ ਕਿਰਿਆ ਸੋਧਣ ਵਾਸਤੇ ਜਿਹੜਾ ਸੀ ਉਹ ਸਾਰਾ ਕਰਦੇ, ਇਸ਼ਨਾਨ ਕਿਰਿਆ ਸੋਧ ਕੇ ਫਿਰ ਆਪਦਾ ਬਾਣੀ ਦਾ ਨਿਤਨੇਮ ਕਰਨ ਲੱਗ ਜਾਣਾ। ਤੇ ਇਹ ਸਾਧ ਸੰਗਤ ਜੀ ਗੁਰਸਿੱਖਾਂ ਦਾ ਜਿਹੜਾ ਪਿਆਰ ਹੈ ਸਤਿਗੁਰਾਂ ਜੀ ਦੇ ਨਾਲ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਗੁਰਮਤਿ ਦੀ ਰਹਿਣੀ ਸਤਿਗੁਰੂ ਜੀ ਬਖਸ਼ਿਸ਼ ਕਰਨ। ਤੇ ਮਹਾਰਾਜ ਜੀ ਨੇ ਸਾਨੂੰ ਇਹ ਆਗਿਆ ਕੀਤੀ ਹੈ ਕਿ ਜੇ ਤਾਂ ਤੁਸੀਂ ਸਾਰਿਆਂ ਨਾਲੋਂ ਸੰਸਾਰ ਦੇ ਅੰਦਰ ਮੇਰੇ ਸਰੂਪ ਵਿੱਚ ਰਹੇ ਤਾਂ ਵੱਖਰੇ ਰਹੋਗੇ। ਮਹਾਰਾਜ ਕਹਿੰਦੇ ਜੇ ਭਾਈ ਸੰਸਾਰ ਵਾਲੀਆਂ ਚਾਲਾਂ ਪਕੜ ਲਈਆਂ ਤਾਂ ਫਿਰ ਮਹਾਰਾਜ ਕਹਿੰਦੇ ਮੇਰਾ ਸਰੂਪ ਨਹੀਂ ਭਾਈ ਤੁਸੀਂ ਧਾਰਨ ਕੀਤਾ ਤਾਂ ਖੁਆਰ ਹੋਵੋਗੇ। ਇਹ ਮਹਾਰਾਜ ਆਗਿਆ ਕੀਤੀ, ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਮਹਾਰਾਜ ਕਹਿੰਦੇ ਮੈਂ ਥੋੜਾ ਵੀ ਤੇਜ ਪ੍ਰਤਾਪ ਆਪਣਾ ਵੱਖਰਾ ਨਹੀਂ ਰੱਖਿਆ, ਸਾਰਾ ਹੀ ਆਪਣੇ ਖਾਲਸੇ ਨੂੰ ਦੇਤਾ, ਪਰ ਜਦੋਂ ਤੱਕ ਨਿਆਰਾ ਰਹੇਗਾ। ਜਬ ਇਹ ਗਏ ਵਿਪਰਨ ਕੀ ਰੀਤ, ਜਦੋਂ ਵਿਪਰਨਾ ਵਾਲੀ ਰੀਤੀ ਪਕੜ ਲਈ ਮਹਾਰਾਜ ਕਹਿੰਦੇ ਫਿਰ ਅਸੀਂ ਕੀ ਭਰੋਸਾ ਕਰਨਾ ਉਹਦਾ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਸਾਨੂੰ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਜਿਹੜਾ ਹੈ ਨਾ ਰਹਿਤ ਮਰਿਆਦਾ ਬਖਸ਼ ਕੇ ਸਤਿਗੁਰਾਂ ਜੀ ਨੇ ਦਿੱਤਾ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ। ਸੰਖੇਪ ਵਿੱਚ ਸਾਧ ਸੰਗਤ ਜੀ ਬੇਨਤੀ ਕੀਤੀ ਹੈ ਤੇ ਜਿਨ੍ਹਾਂ ਨੂੰ ਜਿਹੜਾ ਸ਼ੌਂਕ ਹੁੰਦਾ ਹੈ ਨਾ, ਪ੍ਰੇਮ ਹੁੰਦਾ ਹੈ, ਉਹ ਸਾਧ ਸੰਗਤ ਜੀ ਰਾਹ ਲੱਭ ਹੀ ਲੈਂਦੇ। ਕੋਈ ਵੇਖੋ ਕਿੰਨੇ ਜਿਹੜੇ ਆ ਸਤਿਗੁਰਾਂ ਜੀ ਦੇ ਸਮੇਂ ਦੇ ਉਹ ਜਿਹੜੇ ਰਹਿਤਨਾਮੇ ਸਾਹਿਬ ਉਹਨਾਂ ਨੂੰ ਫਿਰ ਪੁਨਰ ਸਰਜੀਤ ਕਰਨ ਲਈ ਵਿਦਵਾਨਾਂ ਨੇ ਬੜੀਆਂ ਪੁਸਤਕਾਂ ਲਿਖੀਆਂ ਹਨ ਤੇ ਪੁਰਾਤਨ ਜਿਹੜੇ ਰਹਿਤਨਾਮੇ ਉਹਨਾਂ ਦੇ ਹਵਾਲੇ ਦੇ ਦੇ ਕੇ ਵਿਸਥਾਰ ਨਾਲ ਲਿਖਿਆ ਕਿ ਆਹ ਭਾਈ ਨੰਦ ਲਾਲ ਜੀ ਆਹ ਕਹਿੰਦੇ ਆ। ਤੋ ਇਸ ਪ੍ਰਕਾਰ ਭਾਈ ਪ੍ਰਲਾਦਾ ਜੀ ਇਸ ਸਮੇਂ ਵਿੱਚ ਆਹ ਕਹਿ ਰਹੇ ਆ, ਮਹਾਰਾਜ ਜੀ ਤੋਂ ਆਹ ਪੁੱਛਿਆ ਸੀ, ਗੁਰੂ ਸਾਹਿਬ ਨੇ ਭਾਈ ਨੰਦ ਲਾਲ ਜੀ ਨੂੰ ਆਹ ਉੱਤਰ ਦਿੱਤਾ। ਤੇ ਉਹਨਾਂ ਜਿਹੜਾ ਹੈ ਪੁਸਤਕਾਂ ਨੂੰ, ਉਹਨਾਂ ਗ੍ਰੰਥਾਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਤੇ ਬੜਾ ਫਿਰ ਸਾਧ ਸੰਗਤ ਜੀ ਹੋਰ ਖੁਲਾਸਾ ਹੁੰਦਾ, ਬੜਾ ਕੁਝ ਪਤਾ ਲੱਗਦਾ। ਕਿਉਂਕਿ ਦੱਸਦਿਆਂ ਹੋਇਆਂ ਤਾਂ ਸਾਧ ਸੰਗਤ ਜੀ ਕੀ ਇਹ ਸੁਭਾਵਿਕ ਹੈ, ਜੀਵ ਆ ਨਾ ਵਿਸਰ ਜਾਂਦੀ ਹੈ, ਓਡੀ ਰਹਿਤ ਨਹੀਂ ਚੇਤੇ ਰਹਿੰਦੀ, ਸੁਣਦਿਆਂ ਵੀ ਤੁਹਾਨੂੰ ਭੁੱਲ ਜਾਏਗੀ ਸੁਣ ਕੇ ਵੀ, ਪਰ ਜਦੋਂ ਉਹਨਾਂ ਨੂੰ ਬਾਰ-ਬਾਰ ਪੜ੍ਹ ਕੇ ਆਪਾਂ ਪਰਪੱਕ ਕਰਦੇ ਹਾਂ ਫਿਰ ਜੀਵਨ ਦਾ ਆਧਾਰ ਹੀ ਬਣ ਜਾਂਦਾ ਹੈ। ਫਿਰ ਨਹੀਂ ਜਾਪਦਾ ਕਿ ਇਹ ਕੱਟੜਪੁਣਾ, ਫਿਰ ਜਾਪਦਾ ਕਿ ਇਹ ਪਿਆਰ ਹੈ ਸਤਿਗੁਰਾਂ ਸਾਨੂੰ ਬਖਸ਼ਿਆ ਹੈ।
ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਸਤਿਗੁਰੂ ਸਾਨੂੰ ਸਿੱਖੀ ਬਖਸ਼ਣ, ਮਹਾਰਾਜ ਦੇ ਚਰਨਾਂ ਨਾਲ ਸਾਡੀ ਕੇਸਾਂ ਸਵਾਸਾਂ ਦੇ ਨਾਲ ਨਿਭ ਜਾਵੇ। ਇਹ ਸਤਿਗੁਰਾਂ ਜੀ ਦੇ ਚਰਨਾਂ 'ਚ ਅਰਦਾਸ ਹੈ। ਤੋ ਆਓ ਸਾਧ ਸੰਗਤ ਜੀ ਸ਼ਬਦ ਦੀ ਕਥਾ ਪਿਆਰ ਨਾਲ ਸਰਵਣ ਕਰੀਏ। ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਅਸ਼ਟਪਦੀਆਂ ਦੀ ਬਾਣੀ ਮਾਝ ਰਾਗ ਵਿੱਚ ਹਜੂਰ ਸੰਪੂਰਨ ਕਰ ਰਹੇ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਬੀਜ ਮੰਤਰ ਉਚਾਰ ਕੇ ਇਹ ਅਖੀਰਲੀ ਸਤਿਗੁਰਾਂ ਜੀ ਦੀ ਪੰਜਵੀਂ ਅਸ਼ਟਪਦੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ। ਮਹਾਰਾਜ ਬੀਜ ਮੰਤਰ ਉਚਾਰ ਕੇ ਮੰਗਲ ਕਰਕੇ ਸਤਿਗੁਰੂ ਜੀ ਉਪਦੇਸ਼ ਦਿੰਦੇ ਆ। ਅਦਵੈਤ ਸਰੂਪ ਵਾਹਿਗੁਰੂ ਇੱਕ ਹੈ, ਓੰਕਾਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਮਾਝ ਮਹੱਲਾ ਪੰਜਵਾਂ ਘਰ ਤੀਜਾ। ਮਾਝ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਤੀਜੇ ਘਰ ਸੁਰਤਾਲ ਵਿੱਚ ਉਪਦੇਸ਼ ਬਖਸ਼ਿਸ਼ ਕਰਦੇ ਹਨ। ਹਰ ਜਾਪ ਜਪੇ ਮਨ ਧੀਰੇ। ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮਨ ਕਾਲਾ ਬੜਾ ਪੈਂਦਾ ਹੈ, ਇਹ ਧੀਰਜ ਕਿਵੇਂ ਮਹਾਰਾਜ ਮਨ ਪਕੜ ਸਕਦਾ ਹੈ? ਸਤਿਗੁਰੂ ਜੀ ਕਹਿੰਦੇ ਹਨ, ਫਿਰ ਪੜ੍ਹ ਦਿਓ। ਹਰ ਜਾਪ ਜਪੇ ਮਨ ਧੀਰੇ। ਮਹਾਰਾਜ ਕਹਿੰਦੇ ਜੋ ਜਪਣੇ ਯੋਗ ਹੈ ਨਾ ਮੇਰਾ ਹਰੀ ਵਾਹਿਗੁਰੂ, ਉਹਦੇ ਨਾਮ ਨੂੰ ਜਪ ਕਰਕੇ ਸਤਿਗੁਰੂ ਜੀ ਕਹਿੰਦੇ ਮਨ ਧੀਰਜ ਪਕੜ ਲੈਂਦਾ। ਗੁਰਸਿੱਖੋ ਮਨ ਤੇਜ ਬਹੁਤ ਹੈ ਨਾ, ਇਹਦੀ ਗਤੀ ਕਿੰਨੀ ਕੁ ਤੇਜ ਹੈ। ਵਿਦਵਾਨ ਕਹਿੰਦੇ ਹੈ ਕਿ ਇੰਨੀ ਕੋ ਤੇਜ ਹੋਰ ਚੀਜ਼ ਮੰਨੀ ਨਹੀਂ ਜਾਂਦੀ ਜਿੰਨਾ ਮਨ ਤੇਜ ਚੱਲਦਾ ਹੈ। ਜਿੰਨਾ ਦੇਸ਼ਾਂ ਵਿਦੇਸ਼ਾਂ 'ਚੋਂ ਕਿਤੇ ਹੋ ਆਇਆ ਹੁੰਦਾ ਫੁਰਨੇ 'ਚ ਹੀ ਉੱਥੇ ਪਹੁੰਚ ਜਾਂਦਾ ਹੈ। ਇੰਨੀ ਤੇਜ਼ੀ ਇਹਦੀ ਮੰਨੀ ਜਾਂਦੀ ਹੈ, ਬਹੁਤ ਜ਼ਿਆਦਾ ਚੰਚਲ ਹੈ। ਤੇ ਫਿਰ ਇਹ ਸੂਖਸ਼ਮ ਮਨ ਨੂੰ ਮਹਾਰਾਜ ਕਹਿੰਦੇ ਭਾਈ ਖਿਲਾਰਦਾ ਕੌਣ ਹੈ, ਧੀਰਜ 'ਚ ਲਿਆਉਂਦਾ ਕੌਣ ਹੈ? ਗੁਰੂ ਸਾਹਿਬ ਜੀ ਦੇ ਜਿਹੜਾ ਸ਼ਬਦ ਦਾ ਜਾਪ ਹੈ ਨਾ, ਮਹਾਰਾਜ ਕਹਿੰਦੇ ਨੇ ਅਜੱਪਾ ਜਾਪ ਜਿਹੜਾ ਹੈ ਉਹ ਸਾਧ ਸੰਗਤ ਜੀ ਪਕੜ ਲੈਂਦਾ ਮਨ ਨੂੰ। ਬਾਰ-ਬਾਰ ਜਦੋਂ ਜਾਪ ਮਨ ਤੋਂ ਕਰੀਦਾ ਨਾ, ਤੇ ਮੁਖ ਨਾਲ ਭਾਵੇਂ ਪਹਿਲੋਂ ਜਪੀਦਾ, ਕੰਨਾਂ ਨਾਲ ਸੁਣੀਦਾ, ਇਹ ਜਾਪ ਇਕਾਗਰ ਕਰ ਦਿੰਦਾ ਹੈ। ਜਦੋਂ ਇਕਾਗਰ ਹੁੰਦਾ ਨਾ ਉਸੇ ਵੇਲੇ ਇੰਨਾ ਤੇਜ਼ ਮਨ ਸਾਧ ਸੰਗਤ ਜੀ ਧੀਰਜ ਪਕੜ ਲੈਂਦਾ ਹੈ। ਪਰ ਜਿਹੜਾ ਸਾਧ ਸੰਗਤ ਜੀ ਪਾਠ ਵੀ ਕਰਦੇ ਆ ਤੇ 2 ਪੌੜੀਆਂ ਪੜੀਆਂ ਲਿਆਈ ਚਾਹ, 4 ਪੌੜੀਆਂ ਪੜੀਆਂ ਲਿਆਈ ਬਿਸਕੁਟ, ਤੇ ਵਿੱਚੇ ਹੀ ਗੱਲਾਂ, ਤੇ ਇੰਨੀ ਤੇਜ਼ ਮਨ ਫਿਰ ਕਿਵੇਂ ਰੁਕੇ? ਤੇ ਕਹਿੰਦੇ ਪੜ੍ਹਦੇ ਤੇ ਹਾਂ ਜਪਜੀ ਸਾਹਿਬ, ਗਲੋਂ ਗਲਾਵਾਂ ਲਾ ਕੇ ਸਾਨ ਜਿਵੇਂ ਚਾੜਨਾ ਹੁੰਦਾ ਹੈ। ਫਿਰ ਸਾਧ ਸੰਗਤ ਜੀ ਕਹਿੰਦੇ ਮਨ ਧੀਰਜ 'ਚ ਨਹੀਂ ਆਉਂਦਾ, ਮਨ ਬੜਾ ਕਾਹਲਾ ਪੈਂਦਾ ਹੈ। ਰੋਗ ਜਦੋਂ ਉੱਠਦੇ ਆ ਬੜਾ ਮਨ ਭਰਮ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਹਰੀ ਦੇ ਨਾਮ ਨੂੰ ਜਦੋਂ ਜਾਪ ਨੂੰ ਜਪੋਗੇ ਨਾ, ਤੇ ਮਹਾਰਾਜ ਕਹਿੰਦੇ ਗੁਰਸਿੱਖੋ ਮਨ ਧੀਰਜ ਵਿੱਚ ਆ ਜਾਏਗਾ, ਮਨ ਧੀਰਜ ਪਕੜ ਲਵੇਗਾ। ਇੰਨੀ ਧੀਰਜ ਆ ਜਾਂਦੀ ਹੈ ਕਿ ਉਹ ਗੁਰਮੁਖ ਬਹੁਤ ਸਾਧ ਸੰਗਤ ਜੀ ਧੀਰਜ ਦੇ ਸਹਿਤ ਸਦਾ ਹੀ ਸ਼ਾਂਤ ਰਹਿੰਦੇ ਆ। ਤੇ ਜਿਹਨੂੰ ਧੀਰਜ ਨਹੀਂ ਨਾ ਹੁੰਦੀ ਮਨ ਨੂੰ, ਉਹ ਹੋਛੇ ਹੁੰਦੇ ਆ, ਝੱਟ ਹੀ ਨਿੱਕੀ ਜੀ ਗੱਲ ਤੋਂ ਝੱਟ ਹੀ ਲੜਾਈ ਕਰ ਲੈਂਦੇ। ਉਸੇ ਵੇਲੇ ਹੀ ਅੱਗ ਬਗੂਲੇ ਹੋ ਕਰਕੇ ਬਾਅਦ ਚ ਭਾਵੇਂ ਪਛਤਾਵਾ ਹੀ ਕਰਦੇ ਫਿਰਨ ਕਿ ਨਹੀਂ ਕਰਨਾ ਚਾਹੀਦਾ ਸੀ ਇਸ ਤਰ੍ਹਾਂ, ਕਿਉਂਕਿ ਹੋਛਾਪਣਾ ਹੁੰਦਾ ਹੈ ਨਾ। ਜਪ ਹੀ ਮਹਾਰਾਜ ਦੇ ਸ਼ਬਦ ਦਾ ਜਿਹੜਾ ਨਾ ਉਹ ਮਨ ਨੂੰ ਸਾਧ ਸੰਗਤ ਜੀ ਸ਼ਾਂਤ ਕਰ ਦਿੰਦਾ ਹੈ, ਧੀਰਜ ਦੇ ਵਿੱਚ ਲੈ ਆਉਂਦਾ ਹੈ। ਸਤਿਗੁਰੂ ਜੀ ਨੇ ਇਸੇ ਕਰਕੇ ਕਿਹਾ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਜਿੰਨੇ ਵੀ ਸਰੀਰ ਦੇ ਅੰਦਰ ਦੁੱਖ ਹੈ ਨਾ, ਤਕਲੀਫਾਂ ਹਨ, ਇਹ ਸਭ ਮਿਟ ਜਾਣਗੀਆਂ। ਮਹਾਰਾਜ ਕਹਿੰਦੇ ਦੁੰਦਵਾਦ ਮੁੱਕ ਜਾਵੇਗਾ। ਹਰੀ ਦੇ ਨਾਮ ਦਾ ਜਿਹੜਾ ਜਾਪ ਹੈ ਨਾ, ਉਸ ਨੂੰ ਜਪੋ ਰਸਨਾ ਤੋਂ। ਪਹਿਲੋਂ ਰਸਨਾ ਤੋਂ ਜਪੀ ਦਾ ਹੀ ਹੈ। ਤੋ ਜੇ ਉਹ ਕਹੀ ਜਾਵੇ ਕਿ ਵੀ ਤੋਤਾ ਰਟਨ ਮੈਂ ਕੀ ਹੋਊਗਾ ਜਪ ਕੇ, ਮਹਾਰਾਜ ਦੀ ਆਗਿਆ ਹੀ ਨਹੀਂ ਮੰਨਣੀ। ਜਿਹੜਾ ਕਹਿੰਦਾ ਹੋਊਗਾ ਕੀ, ਮਹਾਰਾਜ ਕਹਿੰਦੇ ਹਰ ਜਪ ਜਪੇ ਮਨ ਧੀਰੇ, ਤੇਰਾ ਮਨ ਧੀਰਜ ਚ ਆਵੇਗਾ, ਮਨ ਤੇਰਾ ਟਿਕਾ ਪਕੜ ਲਵੇਗਾ।
ਇਉਂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜਾ ਮੇਰੇ ਵਾਹਿਗੁਰੂ ਦਾ ਜਾਪ ਦਾ ਜਪਣਾ ਹੈ ਨਾ, ਇਹਦੇ ਨਾਲ ਮਨ ਧੀਰਜ ਵਿੱਚ ਆ ਜਾਂਦਾ ਏ। ਵਿਸ਼ਰਾਮ ਦੇ ਕੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਸਿਮਰ ਸਿਮਰ ਗੁਰਦੇਵ। ਮਹਾਰਾਜ ਕਹਿੰਦੇ ਭਾਈ ਜੋ ਗੁਰੂ ਦਿਓ ਪੂਜਨੀਕ ਹਨ ਨਾ, ਗੁਰੂ ਜੀ ਦੁਆਰਾ ਜਿਨ੍ਹਾਂ ਨੇ ਮਨ ਕਰਕੇ ਸਿਮਰਿਆ ਹੈ, ਬਾਣੀ ਕਰਕੇ ਸਿਮਰਿਆ ਹੈ, ਪਰਮੇਸ਼ਰ ਨੂੰ ਚੇਤੇ ਕੀਤਾ ਏ, ਮਿਟ ਗਏ ਪਹ ਦੂਰੇ। ਮਹਾਰਾਜ ਕਹਿੰਦੇ ਉਹਨਾਂ ਦੇ ਸਾਰੇ ਦੁੱਖ ਮਿਟ ਗਏ ਤੇ ਭੈ ਵੀ ਉਹਨਾਂ ਦੇ ਦੂਰ ਹੋ ਗਏ। ਇੱਕ ਤਾਂ ਸਾਧ ਸੰਗਤ ਜੀ ਦੁਖੀ ਹੋ ਕਰਕੇ ਜੀਵ ਜਿਹੜਾ ਹੈ ਭੈ 'ਚ ਸਾਰਾ ਸਮਾਂ ਰਹਿੰਦਾ, ਭੈ ਸੰਯੁਗਤ ਰਹਿੰਦਾ ਹੈ। ਮਹਾਰਾਜ ਕਹਿੰਦੇ ਮਿਟ ਗਏ ਭੈ ਦੂਰੇ। ਭੈ ਮਿਟ ਗਏ, ਕਿਵੇਂ ਮਿਟ ਗਏ? ਦੂਰ ਹੀ ਹੋ ਗਏ। ਦੂਜਿਆਂ ਵਾਸਤੇ ਤਾਂ ਹੋਣਗੇ, ਉਹ ਤਾਂ ਡਰਦੇ ਐ, ਪਰ ਮਹਾਰਾਜ ਦਾ ਸੇਵਕ ਨਹੀਂ ਡਰਦਾ। ਜਿਨਨੇ ਮਹਾਰਾਜ ਦੇ ਨਾਮ ਨੂੰ ਗੁਰੂ ਜੀ ਤੋਂ ਲੈ ਕਰਕੇ ਵਾਹਿਗੁਰੂ ਮੰਤਰ ਨੂੰ ਭਾਈ ਸਿਮਰਿਆ ਹੈ, ਚੇਤੇ ਕੀਤਾ, ਸਤਿਗੁਰੂ ਕਹਿੰਦੇ ਭਾਈ ਉਹਦੇ ਸਾਰੇ ਡਰ ਜਿਹੜੇ ਐ ਉਹ ਨਾਸ਼ ਹੋ ਜਾਂਦੇ ਆ, ਦੂਰ ਚਲੇ ਜਾਂਦੇ ਆ। ਸ਼ਰਨ ਆਵੈ ਪਾਰ ਬ੍ਰਹਮ ਕੇ। ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਜੋ ਬ੍ਰਹਮ ਵਿਆਪਕ ਸਰੂਪ ਹੈ, ਮਹਾਰਾਜ ਕਹਿੰਦੇ ਭਾਈ ਜਿਹੜਾ ਵਾਹਿਗੁਰੂ ਦੀ ਸ਼ਰਨ ਵਿੱਚ ਆਵੇ ਤਾਂ ਫਿਰ ਕਾਹੇ ਝੂਰੇ। ਦੱਸੋ ਉਹਨੇ ਫਿਰ ਕਾਹਨੂੰ ਝੂਰਨਾ ਹੈ, ਉਹਨੇ ਕਾਹਦਾ ਗਮ ਕਰਨਾ ਹੈ? ਜਿਹੜਾ ਸਾਧ ਸੰਗਤ ਜੀ ਸ਼ੇਰ ਦੇ ਕੋਲ ਹੀ ਆ ਗਿਆ ਹੈ, ਉਹਨੇ ਫਿਰ ਗਿੱਦੜ ਤੋਂ ਕੀ ਡਰਨਾ ਹੈ? ਇਸ ਕਰਕੇ ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਦੀ ਜੋ ਸ਼ਰਨ ਪੈ ਗਿਆ ਨਾ ਭਾਈ, ਉਹਨੂੰ ਫਿਰ ਕਾਲ ਦਾ ਵੀ ਭੈ ਨਹੀਂ ਹੁੰਦਾ, ਉਹਨੂੰ ਕੋਈ ਝੋਰਾ ਹੀ ਨਹੀਂ ਹੁੰਦਾ। ਨਹੀਂ ਤੇ ਦੁਨੀਆ ਮੌਤ ਦੇ ਝੋਰੇ 'ਚ ਮਰੀ ਜਾਂਦੀ ਹੈ, ਮਰ ਜਾਣਾ ਹੈ। ਸਤਿਗੁਰੂ ਜੀ ਕਹਿੰਦੇ ਭਾਈ ਉਹ ਕਾਲ ਦਾ ਵੀ ਝੋਰਾ ਨਹੀਂ ਕਰਦੇ, ਸਾਰੇ ਉਹਨਾਂ ਨੇ ਝੋਰੇ ਮੁਕਾ ਲਏ, ਉਹਨਾਂ ਨੇ ਕਾਹਨੂੰ ਝੂਰਨਾ? ਫਿਰ ਉਹ ਨਹੀਂ ਝੂਰਦੇ ਹਨ। ਚਰਨ ਸੇਵ ਸੰਤ ਸਾਧਕੇ। ਮਹਾਰਾਜ ਜੇ ਸਾਰੀਆਂ ਇੱਛਾ ਪੂਰੀਆਂ ਕਰਨੀਆਂ ਹੋਣ ਤਾਂ ਸਤਿਗੁਰੂ ਕਹਿੰਦੇ ਭਾਈ ਜਿਨ੍ਹਾਂ ਦੇ ਅੰਦਰੋਂ ਸੰਸਿਆਂ ਦਾ ਅੰਤ ਹੋ ਗਿਆ, ਜਿਸ ਗੁਰਮੁਖ ਨੇ ਆਪਣੇ ਮਨ ਨੂੰ ਸਾਧ ਨੇ ਸਾਧ ਲਿਆ ਹੈ ਨਾ, ਉਹਦੇ ਮਹਾਰਾਜ ਕਹਿੰਦੇ ਜੇ ਚਰਨਾਂ ਦੀ ਭਾਈ ਸੇਵਾ ਕਰੀਏ ਤਾਂ ਸਗਲ ਮਨੋਰਥ ਪੂਰੇ। ਸਾਰੇ ਹੀ ਮਨੋਰਥ ਮਨ ਦੇ ਪੈਦਾ ਕੀਤੇ ਸੰਕਲਪ ਮਹਾਰਾਜ ਕਹਿੰਦੇ ਪੂਰੇ ਹੋ ਜਾਣਗੇ। ਜੋ ਜੋ ਵੀ ਇੱਛਾ ਕਰੇਗਾ ਉਹ ਸਾਰੀਆਂ ਇੱਛਾਵਾਂ ਤੇਰੀਆਂ ਪੂਰੀਆਂ ਹੋ ਜਾਣਗੀਆਂ। ਜੇ ਸੰਤ ਮਹਾਤਮਾ ਸਾਧੂ ਗੁਰਮੁਖ ਮਹਾਰਾਜ ਦੇ ਨਾਮ ਨਾਲ ਰਸ ਨਾਲ ਜਿਹੜੇ ਇੱਕ ਮਿਕ ਵੈ, ਉਹਨਾਂ ਨਾਮ ਰਸੀਆਂ ਦੇ ਚਰਨਾਂ ਦੀ ਸੇਵਾ ਕਰਨ ਨਾਲ ਮਹਾਰਾਜ ਕਹਿੰਦੇ ਸਭ ਇੱਛਾ ਪੂਰੀਆਂ ਹੋ ਜਾਂਦੀਆਂ ਨੇ। ਘਟ ਘਟ ਇੱਕ ਵਰਤਦਾ। ਮਹਾਰਾਜ ਕਹਿੰਦੇ ਸਭ ਘਟਾਂ ਸ਼ਰੀਰਾਂ ਦੇ ਅੰਦਰ, ਸ਼ਰੀਰਾਂ ਵਿੱਚ ਇੱਕ ਮੇਰਾ ਵਾਹਿਗੁਰੂ ਆਪ ਹੀ ਵਰਤ ਰਿਹਾ ਏ। ਜਲ ਥਲ ਮਹੀ ਆਲ ਪੂਰੇ। ਹਜੂਰ ਕਹਿੰਦੇ ਜਲ ਵਿੱਚ ਵੀ, ਥਲ ਖੁਸ਼ਕ ਥਾਵਾਂ ਤੇ ਵੀ, ਮਹੀ ਧਰਤੀ ਤੇ ਵੀ, ਤੇ ਅਲ ਆਕਾਸ਼ ਵਿੱਚ ਵੀ ਪੂਰਨ ਹੋ ਰਿਹਾ ਪਰਮੇਸ਼ਰ। ਪਾਪ ਬਿਨਾਸ਼ਨ ਸੇਵਿਆ। ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਨੇ ਸੇਵਿਆ ਹੈ ਪਾਪਾਂ ਨੂੰ ਬਿਨਾਸ਼ਨ ਨਾਸ਼ ਕਰਨ ਵਾਸਤੇ, ਕਿਉਂਕਿ ਹੈ ਹੀ ਪਰਮੇਸ਼ਰ ਦਾ ਨਾਮ ਜਿਹੜਾ ਨਾ ਉਹ ਸਾਧ ਸੰਗਤ ਜੀ ਸੰਕਟ ਕਾਟ ਹੈ, ਪਾਪਾਂ ਦਾ ਵਿਨਾਸ਼ਕਾਰੀ ਹੈ। ਜਿਵੇਂ ਸੂਰਜ ਦੇ ਚੜ੍ਹਦਿਆਂ ਹੀ ਹਨੇਰਾ ਚੱਕਿਆ ਜਾਂਦਾ ਨਾ, ਭੱਜ ਹੀ ਜਾਂਦਾ ਕਿਧਰੇ, ਇਵੇਂ ਸਾਧ ਸੰਗਤ ਜੀ ਪਰਮੇਸ਼ਰ ਦੇ ਨਾਮ ਦਾ ਕਰਕੇ ਹੀ ਸਾਰੇ ਪਾਪ ਦਗਧ ਹੋ ਜਾਂਦੇ ਆ, ਸੜ ਕੇ ਸਵਾਹ ਹੋ ਜਾਂਦੇ ਆ। ਇੰਨਾ ਬਲੀ ਹੈ ਮਹਾਰਾਜ ਜੀ ਦਾ ਨਾਮ। ਸਤਿਗੁਰੂ ਜੀ ਕਹਿੰਦੇ ਪਾਪਾਂ ਨੂੰ ਵਿਨਾਸ਼ ਕਰਨ ਵਾਲਾ ਵਾਹਿਗੁਰੂ ਦਾ ਨਾਮ ਜਿਨ੍ਹਾਂ ਨੇ ਭਾਈ ਸੇਵਿਆ ਏ। ਪਵਿੱਤਰ ਸੰਤਨ ਕੇ ਤੁਰੇ। ਉਹਨਾਂ ਸੰਤਾਂ ਮਹਾਂਪੁਰਖਾਂ ਦੀ ਚਰਨਾਂ ਦੀ ਧੂੜ ਪਵਿੱਤਰ ਹੈ। ਮਹਾਰਾਜ ਕਹਿੰਦੇ ਭਾਈ ਵੇਖੋ ਉਹਨਾਂ ਮਹਾਂਪੁਰਸ਼ਾਂ ਦੇ ਚਰਨਾਂ ਦੀ ਧੂੜ ਦਾ ਸੱਚੇ ਪਾਤਸ਼ਾਹ ਨੇ ਕਿੱਡਾ ਸਾਧ ਸੰਗਤ ਜੀ ਉਹਨਾਂ ਅੱਗੇ ਨਿਮਰਤਾ ਰੱਖਣ ਦਾ ਫਲ ਦੱਸਿਆ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਭਾਈ ਪਾਪਾਂ ਦੇ ਵਿਨਾਸ਼ ਕਰਨ ਵਾਸਤੇ ਵਾਹਿਗੁਰੂ ਨੂੰ ਸੇਵਿਆ ਨਾ, ਉਹਨਾਂ ਸਤਪੁਰਸ਼ਾਂ ਦੇ ਚਰਨਾਂ ਦੀ ਧੂੜ ਹੀ ਬਾਲਮੀਕ ਜੀ ਨੇ ਵੇਖ ਲਓ ਸੇਵਿਆ ਸੀਗਾ, ਤੇ ਕ੍ਰਿਸ਼ਨ ਜੀ ਨੇ ਚਰਨਾਂ ਦੀ ਧੂੜ ਲਈ ਸੀ। ਆਪ ਅਵਤਾਰ ਹੁੰਦਿਆਂ ਉਹਨਾਂ ਦੇ ਚਰਨਾਂ ਨੂੰ ਪਰਸਿਆ ਸੀ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਰੇ ਚਿਤ ਚੇਤ ਚੇਤ ਅਚੇਤ, ਕਾਹੇ ਨਾ ਬਾਲਮੀਕਹਿ ਦੇਖ, ਕਿਹ ਜਾਤ ਤੇ ਕਿਹ ਪਦਹਿ ਅਮਰਿਓ, ਰਾਮ ਭਗਤ ਵਸੇਖ। ਮੇਰੇ ਵਾਹਿਗੁਰੂ ਦੀ ਭਗਤੀ ਵੱਡੀ ਹੈ। ਵੇਖ ਲੈ ਕ੍ਰਿਸ਼ਨ ਜੀ ਨੇ ਚਰਨਾਂ ਨੂੰ ਧੋਤਾ ਸੀਗਾ ਬਾਲਮੀਕ ਜੀ ਦੇ, ਤੇ ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਸੰਤਾਂ ਦੀ ਜਿਹੜੀ ਚਰਨਾਂ ਦੀ ਧੂੜ ਹੈ ਨਾ ਉਹ ਬੜੀ ਪਵਿੱਤਰ ਹੈ। ਜੇ ਕਿਤੇ ਪ੍ਰਾਪਤ ਹੋ ਜਾਵੇ ਗੁਰਸਿੱਖਾਂ ਕੀ ਹਮ ਧੂੜ ਦੇ, ਹਮ ਪਾਪੀ ਭੀ ਗਤ ਪਾਹੇ,
ਮਹਾਰਾਜ ਸਾਨੂੰ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਬਖਸ਼ੋ। ਮਹਾਰਾਜ ਕਹਿੰਦੇ ਬੜੀ ਪਵਿੱਤਰ ਪਾਪਾਂ ਨੂੰ ਲਾਹ ਦੇਣ ਵਾਲੀ ਆ। ਸਭ ਛਡਾਏ ਖਸਮ ਆਪ। ਹਜੂਰ ਕਹਿੰਦੇ ਮੇਰੇ ਵਾਹਿਗੁਰੂ ਨੇ ਉਹ ਸਾਰੀ ਸ੍ਰਿਸ਼ਟੀ ਆਪ ਹੀ ਛਡਾ ਲਈ ਦੁੱਖਾਂ ਤੋਂ ਤਕਲੀਫਾਂ ਤੋਂ। ਹਰ ਜਪ ਭਏ ਠਰੂਰੇ। ਜਿਹੜੀ ਸ੍ਰਿਸ਼ਟੀ ਦੇ ਜੀਵ ਹਰੀ ਦੇ ਨਾਮ ਨੂੰ ਜਪ ਕਰਕੇ ਸਾਧ ਸੰਗਤ ਜੀ ਚਿੱਤ ਵਿਕਾਰਾਂ ਤੋਂ ਠੰਡੇ ਹੋ ਗਏ। ਉਹ ਸਾਰੀ ਸ੍ਰਿਸ਼ਟੀ ਛਡਾ ਲਈ। ਸ੍ਰਿਸ਼ਟੀ ਵਿੱਚੋਂ ਉਹ ਜੀਵ ਜਿਨ੍ਹਾਂ ਨੇ ਮਹਾਰਾਜ ਕਹਿੰਦੇ ਹਰੀ ਦੇ ਨਾਮ ਨੂੰ ਜਪਿਆ ਤੇ ਭਈ ਠਰੂਰੇ, ਠੰਡੀ ਹੋ ਗਈ ਜਿਨ੍ਹਾਂ ਦੇ ਚਿੱਤ ਦੀ ਬਿਰਤੀ, ਵਿਕਾਰ ਸ਼ਾਂਤ ਹੋ ਗਏ ਅੰਦਰੋਂ। ਮਹਾਰਾਜ ਨੇ ਸਭ ਛਡਾ ਲਏ। ਕਰਤਾ ਕੀਆ ਤਪਾਵਸੋ। ਇਹ ਮੇਰੇ ਕਰਤਾ ਪੁਰਖ ਵਾਹਿਗੁਰੂ ਨੇ ਤਪਾਵਸੋ ਨਿਆਂ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਮ ਜਪਣ ਵਾਲਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਛਡਾ ਲਿਆ ਸਾਰੇ ਦੁੱਖਾਂ ਤਕਲੀਫਾਂ ਤੋਂ। ਇਹ ਤਪਾਵਸੋ ਮਹਾਰਾਜ ਨਿਆਂ ਕੀਤਾ। ਤੇ ਜਿਹੜੇ ਨਹੀਂ ਸੀ ਜਪਦੇ ਉਹ ਵੀ ਨਿਆਂ ਕੀਤਾ। ਉਹਨਾਂ ਨੂੰ ਫਿਰ ਕੀ ਕੀਤਾ ਦੱਸਦੇ ਹਨ ਸਤਿਗੁਰੂ ਜੀ। ਦੁਸ਼ਟ ਮੂਏ ਹੋਏ ਮੂਰੇ। ਮਹਾਰਾਜ ਕਹਿੰਦੇ ਜਿਹੜੇ ਮੂਏ ਹੋਏ ਮਰੇ ਹੋਏ ਸੀ ਨਾ ਪਰਮੇਸ਼ਰ ਦੇ ਨਾਮ ਵੱਲੋਂ, ਨਹੀਂ ਸੀ ਜਪਦੇ, ਉਹਨਾਂ ਮਰਿਆਂ ਹੋਇਆਂ ਨੂੰ ਮਹਾਰਾਜ ਨੇ ਫਿਰ ਤਪਾਵਸੋ ਨਿਆਂ ਕੀਤਾ, ਮਾਰ ਹੀ ਸਿੱਟਿਆ ਸੱਚੇ ਪਾਤਸ਼ਾਹ ਨੇ। ਇਉਂ ਮਹਾਰਾਜ ਸੱਚੇ ਪਾਤਸ਼ਾਹ ਨੇ ਤਪਾਵਸੋ ਨਿਆਂ ਕੀਤਾ। ਮੂਰਾ ਸਾਧ ਸੰਗਤ ਜੀ ਉਹਨੂੰ ਕਹਿੰਦੇ ਆ, ਕਹਿੰਦੇ ਜਿਹੜੇ ਗੁੱਜਰ ਲੋਕ ਹੁੰਦੇ ਆ ਨਾ, ਇਹ ਜਦੋਂ ਮੱਝ ਦਾ ਕੱਟਾ ਮਰ ਜਾਵੇ ਨਾ ਤੇ ਉਹ ਫਿਰ ਮੱਝ ਦੁੱਧ ਨਹੀਂ ਦਿੰਦੀ ਤੇ ਕੀ ਕਰਦੇ ਆ, ਉਹ ਕੱਟੇ ਦੀ ਖੱਲ ਲਾ ਲੈਂਦੇ ਆ ਤੇ ਖੱਲ ਲਾ ਕੇ ਨਾ ਉਹਦੇ ਚ ਤੂੜੀ ਭਰ ਕੇ ਤੇ ਫਿਰ ਮੱਝ ਦੇ ਅੱਗੇ ਉਹਨੂੰ ਖੜਾ ਕਰਦੇ ਆ ਤੇ ਮੱਝ ਸਮਝਦੀ ਹੈ ਕਿ ਇਹ ਕੱਟਾ ਹੈ ਮੇਰਾ ਤੇ ਉਹਨੂੰ ਚੱਟਦੀ ਹੋਈ ਫਿਰ ਉਹ ਦੁੱਧ ਦੇਣ ਲੱਗ ਪੈਂਦੀ ਹੈ। ਉਹਨੂੰ ਮੂਰਾ ਕਹਿੰਦੇ ਆ। ਤੇ ਸਾਧ ਸੰਗਤ ਜੀ ਰੱਬ ਦੇ ਨਾਮ ਵੱਲੋਂ ਮਰੇ ਹੋਏ ਇਹ ਖੱਲਾਂ ਹੀ ਹੈ ਤੇ ਅੰਦਰ ਔਗਣਾਂ ਦੀਆਂ, ਔਗਣਾ ਰੂਪੀ ਪਾਪਾ ਰੂਪੀ ਤੂੜੀ ਭਰੀ ਹੋਈ ਆ। ਅੰਦਰ ਔਗਣ ਹੀ ਔਗਣ ਚੱਕੀ ਫਿਰਦੇ ਆ। ਤੇ ਸਾਧ ਸੰਗਤ ਜੀ ਇਉਂ ਉਹ ਮਰੇ ਹੋਏ ਲਾਸ਼ਾਂ ਦੀ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਭਾਈ ਜੇ ਕੋਈ ਕਹੇ ਕਿ ਸਾਹ ਚੱਲਦੇ ਆ, ਸਾਹ ਤਾਂ ਮਹਾਰਾਜ ਕਹਿੰਦੇ ਉਹ ਭਾਈ ਲੋਹਾਰ ਦੇ ਅੱਗ ਡਾਉਣ ਵਾਲੀ ਫੂਕਣੀ 'ਚ ਵੀ ਹਵਾ ਅੰਦਰ ਭਰਦੀ ਹੈ ਤੇ ਬਾਹਰ ਨੂੰ ਨਿਕਲਦੀ ਹੈ। ਉਹ ਮਹਾਰਾਜ ਕਹਿੰਦੇ ਐਵੇਂ ਖੱਲ ਵਿੱਚ ਹਵਾ ਭਰਨੀ ਤੇ ਬਾਹਰ ਨਿਕਲਣ ਵਾਂਗੂ ਹੀ ਹੈ। ਜਿਨ੍ਹਾਂ ਨੇ ਭਾਈ ਪਰਮੇਸ਼ਰ ਦਾ ਨਾਮ ਨਹੀਂ ਨਾ ਜਪਿਆ, ਸਤਿਗੁਰੂ ਕਹਿੰਦੇ ਪ੍ਰੀਤ ਨਹੀਂ ਕਰਦੇ। ਤੇ ਗਰੀਬ ਨਵਾਜ ਸਤਿਗੁਰੂ ਕਹਿੰਦੇ ਮਰੇ ਹੋਏ ਆ ਪਰਮੇਸ਼ਰ ਵੱਲੋਂ, ਦੁਸ਼ਟ ਮੂਏ ਹੋਏ ਮੂਰੇ। ਮਹਾਰਾਜ ਕਹਿੰਦੇ ਉਹ ਮਰੇ ਹੋਏ ਪਰਮੇਸ਼ਰ ਨੇ ਮਾਰ ਹੀ ਦਿੱਤੇ ਉਹਨਾਂ ਨੂੰ। ਇਉਂ ਜਮਾਂ ਦੀਆਂ ਸਜ਼ਾ ਤੇ ਨਰਕਾਂ 'ਚ ਪਾਉਣ ਰੂਪ ਮਹਾਰਾਜ ਨੇ ਮਾਰ ਦਿੱਤਾ। ਇਹ ਕਰਤੇ ਕੀਆ ਤਪਾਵਸੋ, ਇਹ ਮੇਰੇ ਵਾਹਿਗੁਰੂ ਨੇ ਨਿਆਂ ਕੀਤਾ ਫਿਰ, ਕਿਉਂਕਿ ਪਾਪੀ ਕੋ ਦੰਡ ਦਿਓ। ਨਾਨਕ ਕਰਤਾ ਸੱਚ ਨਾਏ। ਮਹਾਰਾਜ ਕਹਿੰਦੇ ਭਾਈ ਮੇਰਾ ਕਰਤਾ ਪੁਰਖ ਜੋ ਹੈ ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਉਹਦਾ ਨਾਮ ਭਾਈ ਸੱਚਾ ਹੈ, ਜਿਹੜਾ ਸਦਾ ਰਹਿਣ ਵਾਲਾ ਹੈ। ਹਰ ਵੇਖੈ ਸਦਾ ਹਜੂਰੇ। ਤੇ ਜਿਹੜੇ ਸੱਚੇ ਨਾਮ ਨਾਲ ਜੁੜ ਜਾਂਦੇ ਆ ਉਹ ਵਾਹਿਗੁਰੂ ਨੂੰ ਸਦਾ ਹਾਜ਼ਰ ਨਾਜ਼ਰ ਕੋਲ ਵੇਖਦੇ ਆ, ਸਦਾ ਹਜੂਰੇ ਪਰਮੇਸ਼ਰ ਦੇ ਹਾਜ਼ਰੀ ਵਿੱਚ ਹੀ ਰਹਿੰਦੇ ਆ। ਪਰਮੇਸ਼ਰ ਉਹਨਾਂ ਤੋਂ ਦੂਰ ਨਹੀਂ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕੀਤੀ ਹੈ। ਤੋ ਸਾਧ ਸੰਗਤ ਜੀ ਅੱਗੇ ਅੰਕਾਂ ਦਾ ਵੇਰਵਾ ਦਿੱਤਾ ਹੈ। 8 ਅੰਕ ਦੱਸਦਾ ਹੈ ਕਿ ਇਹ ਅਸ਼ਟਪਦੀ ਸ਼ਬਦ ਹੈ ਤੇ 5 ਅੰਕ ਦੱਸਦਾ ਹੈ ਕਿ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੀਆਂ 5 ਅਸ਼ਟਪਦੀਆਂ ਆਈਆਂ ਹਨ ਤੇ 39 ਸਾਧ ਸੰਗਤ ਜੀ ਪੂਰੀ ਗਿਣਤੀ ਹੈ ਇਹਨਾਂ ਸ਼ਬਦਾਂ ਦੀ। ਅੱਗੇ ਜਿੰਨੇ ਸ਼ਬਦ ਆਏ ਉਹ ਸਾਰੇ ਅੰਕ ਦਰਜ ਕੀਤੇ ਹੋਏ ਹੈ। ਏਕਾ ਪਿਆ ਹੋਇਆ ਹੈ ਉਹ ਦੱਸਦਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਇੱਕ ਅਸ਼ਟਪਦੀ ਆਈ ਸੀ ਜਦੋਂ ਇਹ ਅਸ਼ਟਪਦੀਆਂ ਆਰੰਭ ਹੋਈਆਂ ਸੀਗੀਆਂ। ਤੇ ਫਿਰ ਸਾਧ ਸੰਗਤ ਜੀ 32 ਅੰਕ ਹੈ। 32 ਅੰਕ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੀਆਂ 32 ਅਸ਼ਟਪਦੀਆਂ ਆਈਆਂ। ਫਿਰ ਏਕਾ ਹੈ, ਉਹ ਏਕਾ ਦੱਸਦਾ ਹੈ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੀ ਇੱਕ ਅਸ਼ਟਪਦੀ ਆਈ। ਫਿਰ 5ਵਾਂ ਅੰਕ ਹੈ ਕਿ ਗੁਰੂ ਅਰਜਨ ਸਾਹਿਬ ਦੀਆਂ 5 ਅਸ਼ਟਪਦੀਆਂ ਆਈਆਂ ਤੇ ਪੂਰੀ ਗਿਣਤੀ 39 ਅੰਕ ਲਿਖੇ ਹੋਏ ਆ। ਇਹ ਅੰਕ ਸਾਧ ਸੰਗਤ ਜੀ ਪੜ੍ਹਨੇ ਨਹੀਂ ਹੁੰਦੇ ਜਦੋਂ ਅਖੰਡ ਪਾਠ ਸਾਹਿਬ ਕਰੀਏ ਜਾਂ ਸਹਿਜ ਪਾਠ ਕਰੀਏ, ਇਹ ਸਮਝਣੇ ਹੁੰਦੇ। ਇਹ ਗਿਣਤੀ ਦੱਸੀ ਹੋਈ ਸ਼ਬਦਾਂ ਦੀ ਕਿ ਗੁਰੂ ਨਾਨਕ ਸਾਹਿਬ ਦੀ ਇੱਕ ਅਸ਼ਟਪਦੀ ਆਈ ਹੈ, ਫਿਰ ਗੁਰੂ ਅਮਰਦਾਸ ਸਾਹਿਬ ਜੀ ਦੀਆਂ 32 ਅਸ਼ਟਪਦੀਆਂ ਆਈਆਂ, ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੀ ਇੱਕ ਅਸ਼ਟਪਦੀ ਆਈ ਤੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੀਆਂ 5 ਅਸ਼ਟਪਦੀਆਂ ਆਈਆਂ। ਇਉਂ 39 ਅਸ਼ਟਪਦੀਆਂ ਇਹ ਸਤਿਗੁਰਾਂ ਜੀ ਨੇ ਇੱਥੇ ਅਸ਼ਟਪਦੀਆਂ ਸੰਪੂਰਨ ਕੀਤੀਆਂ। ਕੱਲ ਨੂੰ ਸਾਧ ਸੰਗਤ ਜੀ ਇਹ ਮਾਝ ਰਾਗ ਦੇ 12 ਮਾਹ ਦੀ ਕਥਾ ਜਿਹੜੀ ਹੈ ਉਹ ਆਰੰਭ ਹੋਵੇਗੀ। ਜੋ ਸਤਿਗੁਰੂ ਜੀ ਦਾ ਪਵਿੱਤਰ ਉਪਦੇਸ਼ ਅਸੀਂ ਮਹੀਨਾ ਜਦੋਂ ਚੜ੍ਹਦਾ ਹੈ, ਜਿਵੇਂ ਵਿਸਾਖ ਦਾ ਇਹ ਮਹੀਨਾ ਚੜ੍ਹਿਆ
ਤੇ ਵਿਸਾਖ ਦੀ ਕਥਾ ਸਰਵਣ ਕੀਤੀ ਸੀ। ਇਵੇਂ ਹੁਣ ਇਹ ਲੜੀਵਾਰ ਮਹਾਰਾਜ ਦਾ ਉਪਦੇਸ਼ 12 ਮਹੀਨਿਆਂ ਦੁਆਰਾ ਦਿੱਤਾ ਹੋਇਆ, ਇਹਦੀ ਕਥਾ ਚੱਲੇਗੀ। ਹੋਈਆਂ ਭੁੱਲਾਂ ਬਖਸ਼ ਲੈਣੀਆਂ, ਮਹਾਰਾਜ ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਨਾਨਕ ਕਰਤਾ ਸਚ ਨਾਏ, ਹਰ ਵੇਖੈ ਸਦਾ ਹਜੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ